ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਲੀ ਗੌੜਾ ਮਹੱਲਾ ਪੰਜਵਾ। ਰਾਮ ਨਾਮ ਕੋ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਅੰਮ੍ਰਿਤ ਵੇਲੇ ਸਜੇ ਹੋਏ ਸੁੰਦਰ ਦੀਵਾਨ ਵਿੱਚ ਪਹੁੰਚੇ ਹੋ, ਦਸੋਂ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਦੀਦਾਰ ਕੀਤੇ ਹੈ, ਸੰਗਤ ਵਿੱਚ ਸ਼ੋਭਤ ਹੋ। ਆਓ ਮਨ ਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰਾਂ ਦੀ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਉਸ ਦਾ ਆਨੰਦ ਮਾਣੀਏ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਮ੍ਰਿਤ ਬਚਨ ਹਨ, ਸੁਣੋ ਜੀ। ਮਾਲੀ ਗੌੜਾ ਮਹੱਲਾ ਪੰਜਵਾ। ਮਾਲੀ ਗੌੜਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਬਚਨ ਹੈ। ਰਾਮ ਨਾਮ ਕੋ ਨਮਸਕਾਰ। हे ਭਾਈ, ਉਸ ਰਾਮ ਰਮੇ ਹੋਏ ਪਰਮੇਸ਼ਰ ਨੂੰ ਨਮਸਕਾਰ ਬੰਦਨਾ ਕਰੋ। ਜਾਸ ਜਪਤ ਹੋਵਤ ਉਧਾਰ। ਨਮਸਕਾਰ ਵੀ ਇੱਕ ਭਗਤੀ ਹੈ, ਨੋਦਾ ਭਗਤੀ ਵਿੱਚ। ਇਸ ਕਰਕੇ ਉਸ ਪਰਮੇਸ਼ਰ ਦਾ ਨਾਮ ਜਪਤ ਜਪਣੇ ਕਰਕੇ ਸੰਸਾਰ ਸਮੁੰਦਰ ਤੋਂ ਉਧਾਰ ਤਰਨਾ ਹੋਵਤ ਹੁੰਦਾ ਹੈ। ਇਸ ਕਰਕੇ ਉਹਨੂੰ ਨਮਸਕਾਰ ਭਗਤੀ ਕਰੋ, ਉਹਦਾ ਚਿੰਤਨ ਕਰੋ, ਉਸ ਵਾਹਿਗੁਰੂ ਦਾ। ਰਹਾਉ ਸਾਈ ਦੇ ਕੇ ਫਰਮਾਉਂਦੇ ਨੇ ਜੀ, ਜਾ ਕੈ ਸਿਮਰਨ ਮਿਟਹਿ ਧੰਦ। ਜਿਸ ਪਰਮੇਸ਼ਰ ਦੇ ਸਿਮਰਨ ਭਜਨ ਕਰਨ ਦੇ ਨਾਲ ਤੰਦ ਨਾਮ ਤੰਦਿਆਂ ਦਾ ਹੈ, ਉਹ ਮਿਟ ਜਾਂਦੇ ਹੈ। ਤੇ ਧੰਦੇ ਜਿਹੜੇ ਜੀਵ ਨੂੰ ਫਸਾਉਣ ਵਾਲੇ ਹੈ, ਰੱਬ ਤੋਂ ਤੋੜਨ ਵਾਲੇ ਨੇ, ਉਹ ਮਿਟ ਜਾਂਦੇ ਨੇ। ਜਾਂ ਜੂਨਾਂ ਦੇ ਅੰਦਰ ਜਿਹੜੇ ਧੰਦੇ ਉਹ ਮਿਟ ਜਾਂਦੇ। ਕਹਿੰਦੇ ਫਲਾਨਿਆਂ ਧੰਦ ਪਿੱਟਦਾ, ਜਾਣੀ ਜਿਹੜਾ ਇਸ ਪ੍ਰਕਾਰ ਧੰਦਿਆਂ ਦੇ ਅੰਦਰ ਹੀ ਟੱਕਰਾਂ ਮਾਰਨੀਆਂ, ਕੁਝ ਪ੍ਰਾਪਤ ਨਾ ਹੁੰਦਾ। ਧੰਦਾ ਪਿੱਟੋ ਭਾਈ ਉਹ ਤੁਮ ਲੋਕ ਸੁਣਾਵੋ। ਕਿਉਂ ਜਿਹੜੇ ਧੰਦੇ ਕੰਮਾਂ ਕਾਰਾਂ ਦੇ ਖਿੱਚ ਹੈ ਜਿਹੜੀ, ਉਹ ਮਿਟ ਜਾਂਦੀ ਹੈ। ਜਾ ਕੈ ਸਿਮਰਨ ਛੂਟ ਹੈ ਬੰਦ। ਜਿਸ ਵਾਹਿਗੁਰੂ ਦੇ ਸਿਮਰਨ ਭਜਨ ਕਰਨ ਦੇ ਨਾਲ ਕਰਤਾ ਭੋਗਤਾ ਦੇ ਹੰਗਤਾ ਮਮਤਾ ਦੇ ਬੰਧ ਨਾਮ ਬੰਧਨਾਂ ਦਾ ਇਹ ਛੁੱਟ ਜਾਂਦੇ ਨੇ, ਨਿਵਰਤ ਹੋ ਜਾਂਦੇ ਹਨ। ਜਾ ਕੈ ਸਿਮਰਨ ਮੂਰਖ ਚਤੁਰ। ਜਿਸ ਵਾਹਿਗੁਰੂ ਦਾ ਸਿਮਰਨ ਭਜਨ ਕਰਨ ਦੇ ਨਾਲ ਮੂਰਖ ਨਾਮ ਹੈ ਬੇਸਮਝ, ਜਿਹਨੂੰ ਅਕਲ ਨਹੀਂ ਹੈ, ਉਹ ਮੂਰਖ ਵੀ ਚਤੁਰ ਸਿਆਣਾ ਹੋ ਜਾਂਦਾ ਹੈ। ਜਿਵੇਂ ਪੰਜੋਖਰਾ ਸਾਹਿਬ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ, ਉਹ ਜਿਹੜਾ ਲਾਲ ਚੰਦ ਪੰਡਤ ਨੇ ਜੋ ਮਿਹਣਾ ਮਾਰਿਆ ਸੀ ਵੀ ਨਾਮ ਹਰਿਕ੍ਰਿਸ਼ਨ ਹੈ, ਦੁਆਪਰ ਇਕੱਲਾ ਕ੍ਰਿਸ਼ਨ ਹੋਇਆ, ਉਹਨਾਂ ਗੀਤਾ ਉਚਾਰਨ ਕੀਤੀ ਹੈ, ਉਹਦੇ ਅਰਥ ਕਰਾ ਦੇਣ। ਨਾ ਮਹਾਰਾਜ ਸਾਹਿਬ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਪੰਡਤ ਸ਼ੰਕਾ ਕਰਦਾ ਹੈ, ਕਹਿੰਦੇ ਮੇਰੇ ਕੋਲ ਲਿਆਓ। ਅਗੇ ਪੰਡਤ ਜੀ, ਇਹ ਗੁਰੂ ਨਾਨਕ ਦੀ ਗੱਦੀ ਹੈ, ਅਸੀਂ ਚਾਹੁੰਦੇ ਨਹੀਂ ਸੀ ਸ਼ਕਤੀ ਦਿਖਾਈਏ, ਪਰ ਤੂੰ ਜਿਹਨੂੰ ਜਾਣਦਾ ਵੀ ਬੇਸਮਝ ਹੈ ਉਹ ਲੈ ਕੇ ਆ। ਜੇ ਅਸੀਂ ਅਰਥ ਕੀਤੇ ਤੈਨੂੰ ਭੁਲੇਖਾ ਰਹੂਗਾ। ਜੇ ਗੁਰੂ ਸਾਹਿਬ ਦੇ ਪੁੱਤਰ ਸੀ, ਕੋਈ ਪੰਡਤ ਰੱਖ ਲਿਆ ਹੋਣਾ, ਅਰਥ ਪੜਾਤੇ ਹੋਣੇ ਨੇ, ਸ਼ੰਕਾ ਨਹੀਂ ਮਿਟਣੀ। ਉਹ ਫਿਰ ਪੰਜੋਖਰਾ ਨਗਰ ਦੇ ਅੰਦਰ ਹੀ, ਜਿਹਨੂੰ ਵਿਚਾਰੇ ਨੂੰ ਕੰਨਾਂ ਤੋਂ ਨਹੀਂ ਸੀ ਸੁਣਦਾ, ਜ਼ਬਾਨ ਤੋਂ ਗੂੰਗਾ ਸੀ, ਗੂੰਗਾ ਮਹਿਰਾ, ਉਹ ਫਿਰ ਛੱਜੂ ਝੀਵਰ ਲੈ ਕੇ ਆਂਦਾ। ਉਸਨੇ ਮਹਾਰਾਜ ਨੇ ਨਲਾ ਧਲਾ ਕੇ ਉਹਦੇ ਚੰਗੇ ਵਸਤਰ ਪਵਾ ਕੇ ਜਦੋਂ ਸਿਰ ਦੇ ਉੱਤੇ ਮਹਾਰਾਜ ਸਾਹਿਬ ਨੇ ਹੱਥ ਰੱਖਿਆ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਉਹ ਚਾਰੇ ਵੇਦਾਂ ਦਾ ਵਕਤਾ ਹੋ ਨਿਬੜਿਆ, ਸਾਰਾ ਗਿਆਨ ਉਹਨੂੰ ਹੋ ਗਿਆ। ਜਿਸ ਕਰਕੇ ਉਸਨੇ ਫਿਰ ਪੁੱਛਿਆ, ਪੰਡਤ ਜੀ ਤੁਸੀਂ ਤਾਂ ਪਾਠ ਹੀ ਗਲਤ ਕਰਦੇ ਹੋ, ਅਰਥ ਕੀ ਕਰੋਗੇ ਇਸ ਦਾ? ਲਾਲ ਚੰਦ ਪੰਡਤ ਪੈਰੀ ਪਿਆ, ਜਨੇਊ ਲਾ ਕੇ ਰੱਖ ਦਿੱਤਾ, ਮਹਾਰਾਜ ਮੈਂ ਤੁਹਾਡਾ ਸਿੱਖ ਬਣਨਾ ਚਾਹੁੰਦਾ। ਮਹਾਰਾਜ ਕਹਿੰਦੇ ਨਹੀਂ, ਇਸੇ ਧਰਮ 'ਚ ਰਹਿ ਜਿਹੜੇ ਚ ਹੈ। ਕਹਿੰਦੇ ਨਹੀਂ ਮਹਾਰਾਜ, ਇਹ ਜਨੇਊ ਦੇ ਹੰਕਾਰ ਨੇ ਮੈਨੂੰ ਇੱਥੇ ਪਹੁੰਚਾਇਆ, ਜਿਸ ਕਰਕੇ ਮੈਨੂੰ ਮੈਂ ਆਪ ਜੀ ਦੇ ਉੱਤੇ ਸ਼ੰਕਾ ਕੀਤੀ। ਮੈਨੂੰ ਚੈਨ ਹੁਣ ਤਾਂ ਆਏਗੀ ਜੀ ਆਪਣਾ ਚਰਨਾਮਤ ਦਿਓ। ਮਹਾਰਾਜ ਨੇ ਫਿਰ ਮੈਂ ਸਿੱਖ ਬਣਾਇਆ ਉਸ ਨੂੰ, ਲਾਲ ਚੰਦ ਨੂੰ।
ਇਹ ਸਿਮਰਨ ਦੀਆਂ ਬਰਕਤਾਂ ਨੇ। ਗੁਰੂ ਨੂੰ ਸਿਮਰਿਆ, ਗੁਰੂ ਨੇ ਕਿਰਪਾ ਕੀਤੀ, ਮਹਾਰਾਜ ਨੇ ਕਿਹਾ ਭਾਈ ਵਾਹਿਗੁਰੂ ਕਹਿ ਕੇ ਸ਼ੁਰੂ ਕਰ, ਉਹਦੀ ਜ਼ੁਬਾਨ ਖੁੱਲ ਗਈ, ਮੂਰਖ ਵੀ ਚਤੁਰ ਹੋ ਗਿਆ, ਵਿਦਵਾਨ ਬਣ ਗਿਆ। ਜਾ ਕੈ ਸਿਮਰਨ ਕੁਲ ਹੈ ਉਦਰ, ਜਿਸ ਵਾਹਿਗੁਰੂ ਦਾ ਸਿਮਰਨ ਕਰਨ ਕਰਕੇ ਕੁਲਾਂ ਦਾ ਉਧਾਰ ਹੋ ਜਾਂਦਾ ਹੈ। ਪ੍ਰਭੂ ਕੈ ਸਿਮਰਨ ਸਭ ਕੁਲ ਉਧਾਰ ਹੈ, ਸਾਰੀਆਂ ਕੁਲਾਂ ਤਰ ਜਾਂਦੀਆਂ ਹਨ, ਬੇਗਤ ਮਰੀਆਂ ਹੋਈਆਂ ਕੁਲਾਂ। ਜਾ ਕੈ ਸਿਮਰਨ ਭਉ ਦੁਖ ਹਰੈ, ਜਿਸ ਵਾਹਿਗੁਰੂ ਦੇ ਸਿਮਰਨ ਭਜਨ ਕਰਨ ਦੇ ਨਾਲ ਜੰਮਣ ਮਰਨ ਦੇ ਭਾਉ ਡਰ, ਜੰਮਣ ਮਰਨ ਦਾ ਜਿਹੜਾ ਇਹ ਡਰ ਹੈ ਬਹੁਤ ਵੱਡਾ ਭਿਆਨਕ ਹੈ। ਜਾਂ ਜਮਾਂ ਦਾ ਡਰ, ਜੰਮਣ ਮਰਨ ਦਾ ਦੁੱਖ ਨਾਸ ਹੋ ਜਾਂਦਾ ਹੈ। ਜਾਂ ਜਮਾਂ ਦਾ ਭਾਉ ਡਰ, ਜੰਮਣ ਮਰਨ ਆਦਿ ਦੇ ਜਿੰਨੇ ਵੀ ਦੁੱਖ ਹਨ ਇਹ ਸਾਰੇ ਮਿਟ ਜਾਂਦੇ ਹਨ। ਜਾ ਕੈ ਸਿਮਰਨ ਆਪਦਾ ਟਰੈ, ਜਿਸ ਵਾਹਿਗੁਰੂ ਦੇ ਸਿਮਰਨ ਕਰਨ ਦੇ ਨਾਲ ਆਪਦਾ ਨਾਮ ਵਿਪਤਾ ਦਾ ਹੈ, ਜਿਹੜੀ ਵਿਪਤਾ ਹੈ ਪਈ ਹੋਏ ਉਹ ਟਲ ਜਾਂਦੀ ਹੈ, ਮਿਟ ਜਾਂਦੀ ਹੈ। ਇਸ ਕਰਕੇ ਤੇ ਅੱਗੇ ਦੱਸਦੇ ਹਨ ਜੀ, ਜਾ ਕੈ ਸਿਮਰਨ ਮੁਚਤ ਪਾਪ। ਇਹ ਭਾਈ ਇਹਨੂੰ ਪਾਠ ਨੂੰ ਧਿਆਨ ਕਰੋ ਵੀ ਮੁਚਤ ਪੋਲਾ ਨਹੀਂ ਬੋਲਣਾ, ਮੁਚਤ ਜਿਵੇਂ ਸੁਣਿਆ। ਜਿਸ ਪਰਮੇਸ਼ਰ ਦੇ ਭਜਨ ਸਿਮਰਨ ਕਰਨ ਦੇ ਨਾਲ ਪਾਪ ਜਿਹੜੇ ਗੁਨਾਹ ਨੇ ਮੁਚਤ ਕੱਟੇ ਜਾਂਦੇ ਨੇ, ਪਾਪਾਂ ਤੋਂ ਮੁਚਤ ਛੁਟਕਾਰਾ ਹੋ ਜਾਂਦਾ, ਛੁੱਟ ਜਾਂਦੇ ਨੇ। ਇਸ ਕਰਕੇ ਐਸਾ ਵਾਹਿਗੁਰੂ ਦਾ ਸਿਮਰਨ ਹੈ। ਜਾ ਕੈ ਸਿਮਰਨ ਨਹੀਂ ਸੰਤਾਪ, ਜਿਸ ਵਾਹਿਗੁਰੂ ਦੇ ਸਿਮਰਨ ਭਜਨ ਕਰਨ ਦੇ ਨਾਲ ਸੰਗ ਭਲੀ ਪ੍ਰਕਾਰ ਤਾਪ ਤਪਣਾ ਨਹੀਂ ਹੁੰਦਾ। ਸੰਮਕ ਪਾਪ ਜਿਹੜੇ ਨੇ ਉਹ ਫਿਰ ਨਹੀਂ ਤਪਾਉਂਦੇ, ਨਹੀਂ ਭਲੀ ਪ੍ਰਕਾਰ ਆਦਿ ਵਿਆਧੀ ਉਪਾਧੀ ਤਾਪ ਇਹਨਾਂ ਦਾ ਸੜਨਾ ਨਹੀਂ ਹੁੰਦਾ, ਇਹਨਾਂ ਤੋਂ ਇਸ ਕਰਕੇ ਕੋਈ ਵੀ ਸੰਤਾਪ ਦੁੱਖ ਨਹੀਂ ਹੁੰਦਾ ਹੈ। ਜਾ ਕੈ ਸਿਮਰਨ ਰਿਦ ਵਿਗਾਸ, ਜਿਸ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਭਜਨ ਸਿਮਰਨ ਦੇ ਨਾਲ ਰਿਦ ਹਿਰਦੇ ਦੇ ਅੰਦਰ ਗਿਆਨ ਦਾ ਵਿਕਾਸ ਖੜਾ ਹੋ ਜਾਂਦਾ ਹੈ। ਜਾ ਕੈ ਸਿਮਰਨ ਕਵਲਾ ਦਾਸ, ਜਿਸ ਪਰਮੇਸ਼ਰ ਦੇ ਸਿਮਰਨ ਭਜਨ ਕਰਨ ਦੇ ਨਾਲ ਕਵਲਾ ਨਾਮ ਹੈ ਮਾਇਆ ਦਾ, ਲక్ష్ਮੀ ਦਾ ਹੈ, ਉਹ ਵੀ ਦਾਸ ਦਾਸੀ ਬਣ ਜਾਂਦੀ ਹੈ। ਜਿਵੇਂ ਫਰਮਾਨ ਕੀਤਾ ਹੈ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਨੀ ਲਾਗੈ ਤਾਂ ਮਹਿਲ ਪਾਵੈ। ਇਉਂ ਉਹ ਵੀ ਦਾਸੀ ਬਣ ਜਾਂਦੀ ਹੈ ਤੇ ਲక్ష్ਮੀ ਦਾਸੀ ਬਣ ਕੇ ਟਹਿਲ ਕਰਦੀ ਹੈ। ਤੇ ਇਸ ਪ੍ਰਕਾਰ ਇਹ ਨਾਮ ਦੀਆਂ ਬਰਕਤਾਂ ਕਹਿ ਰਹੇ ਨੇ। ਜਾ ਕੈ ਸਿਮਰਨ ਨਿਧ ਨਿਧਾਨ, ਜਿਸ ਵਾਹਿਗੁਰੂ ਦੇ ਸਿਮਰਨ ਕਰਨ ਦੇ ਨਾਲ 9 ਨਿਧੀਆਂ ਦੇ ਨਿਧਾਨ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ। ਤੇ ਇਸ ਕਰਕੇ ਕਿਉਂਕਿ ਪ੍ਰਮਾਤਮਾ ਦੀ ਜਿਹੜੀ ਭਗਤੀ ਹੈ ਰਿੱਧ ਸਿੱਧ ਨਾਵੈ ਕੀ ਦਾਸੀ ਹੈ। ਸਭ ਨਿਧਾਨ 10 ਅਰਸ਼ ਸਿਧਾਨ ਠਾਕੁਰ ਕਰ ਤਲ ਧਰਿਆ, ਰੱਬ ਨੇ ਹੱਥਾਂ ਦੀਆਂ ਤਲੀਆਂ ਤੇ ਉਹਨਾਂ ਸੰਤਾਂ ਭਗਤਾਂ ਦੇ ਰੱਖ ਦਿੰਦੇ ਆ, ਜਾਂ ਆਪਣੇ ਤਲੀਆਂ ਤੇ ਰੱਖੇ ਵੀ ਦੇਣ ਲੱਗਿਆਂ ਦੇਰ ਨਾ ਲੱਗੇ। ਪ੍ਰਭੂ ਕਾ ਸਿਮਰ ਰਿੱਧ ਸਿੱਧ 9 ਨਿਧ, ਇਹ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਜਾਂ 9 ਗੋਲਕਾਂ ਦਾ ਨਿਰੋਧ ਕਰਕੇ ਨਵਦਾ ਭਗਤੀ ਕਰਕੇ ਨਿਧਾਨ ਚਤੁਰ ਹੋ ਜਾਈਦਾ ਹੈ। ਤੇ ਇਸ ਕਰਕੇ 9 ਨਿਧ ਅੰਮ੍ਰਿਤ ਪ੍ਰਭੂ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਇਹ ਨਿਧੀਆਂ ਦੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ। ਤੇ ਐਸਾ ਜੋ 9 ਨਿਧੀਆਂ ਹਨ, 18 ਸਿੱਧੀਆਂ ਸਭ ਪ੍ਰਾਪਤ ਹੋ ਜਾਂਦੀ। ਅਸਨ ਬਸਨ ਪੂ ਕਨਕ ਪੁਨ ਦਾਸੀ ਚੌਂਪ ਗੁਲਾਮ, ਰਸਵਾਹੇ ਹੰਡਵਾਹੇ ਜਾਨੀਏ ਜਾਇ ਰਾਮ ਨਵ ਨਿਧ ਕੇ ਨਾਮ। ਇਸ ਪ੍ਰਕਾਰ ਫਿਰ 9 ਨਿਧੀਆਂ ਜਿਹੜੀਆਂ ਉਹ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਜਾ ਕੈ ਸਿਮਰਨ ਤਰੇ ਨਿਦਾਨ, ਜਿਸ ਵਾਹਿਗੁਰੂ ਦਾ ਭਜਨ ਸਿਮਰਨ ਕਰਨ ਦੇ ਨਾਲ ਨਿਦਾਨ ਨਾਮ ਅੰਤ ਦੇ ਵੇਲੇ ਸਹਾਇਤਾ ਹੁੰਦੀ ਹੈ। ਨਿਦਾਨ ਬਾਲਕ ਨੂੰ ਵੀ ਕਹਿੰਦੇ ਨੇ, ਬਾਲਕ ਅਵਸਥਾ ਵਿੱਚ ਜੀਵ ਤਰ ਜਾਂਦੇ ਆ, ਜਿਵੇਂ ਧਰੂਮ ਪ੍ਰਹਲਾਦ ਤਰਿਆ। ਜਿਸ ਪਰਮੇਸ਼ਰ ਦੇ ਭਜਨ ਕਰਕੇ ਨਿਦਾਨ ਅੰਤ ਨੂੰ ਜੀਵ ਤਰ ਜਾਂਦੇ ਆ। ਜਿਸ ਪਰਮੇਸ਼ਰ ਦਾ ਭਜਨ ਕਰਕੇ ਨਿਦਾਨ ਮੂਰਖਤਾਈ ਵੱਲੋਂ ਜਿਹੜਾ ਉਧਾਰ ਹੋ ਜਾਂਦਾ ਹੈ। ਪਤਿਤ ਪਾਵਨ ਨਾਮ ਹਰੀ, ਉਸ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਪਤਿਤ ਪਾਪੀਆਂ ਨੂੰ ਪਾਵਨ ਪਵਿੱਤਰ ਕਰਨ ਵਾਲਾ ਹੈ। ਇਸ ਕਰਕੇ ਕਿਉਂਕਿ ਨਾਮ ਦੀਆਂ ਬਰਕਤਾਂ ਕਹੀਆਂ, ਪਤਿਤ ਪਵਿੱਤ ਭਏ RAM ਕਹਿਤ ਹੀ, RAM ਕਹਿਣ ਦੇ ਨਾਲ ਪਾਪੀ ਪਵਿੱਤਰ ਹੋਏ, ਐਸਾ ਪ੍ਰਮਾਣ ਦਿੱਤਾ ਹੈ। ਸੋ ਅੱਗੇ ਦੱਸਦੇ ਹਨ, ਕੋਟ ਭਗਤ ਉਧਾਰ ਕਰੀ, ਪਰਮੇਸ਼ਰ ਨੇ ਨਾਮ ਦੇ ਕੋਟ ਕਰੋੜਾਂ ਭਗਤਾਂ ਦਾ ਉਧਾਰ ਉਹਨਾਂ ਨੂੰ ਤਾਰਨਾ ਕਰੀ ਕੀਤਾ ਹੈ ਜਿਹੜੇ ਨਾਮ ਜਪਦੇ ਸੀ। ਹਰੀ ਹਰ ਖੇਤਰ ਦੇ ਵਿੱਚ
ਤੇ ਉਹ ਕਰੀ ਨਾਮ ਹਾਥੀ ਦਾ, ਹਾਥੀ ਦਾ ਉਧਾਰ ਵੀ ਤਾਂ ਕੀਤਾ। ਕਰੀ ਨਾਮ ਕਲੀ ਭਾਵ ਕਲਯੁਗ ਦੇ ਵਿੱਚ ਨਾਮ ਕਰੋੜਾਂ ਭਗਤਾਂ ਦਾ ਉਧਾਰ ਕਰ ਰਿਹਾ ਹੈ। ਤੇ ਕਰੀ ਤੋਂ ਭਾਵ ਕਲੀ ਬਣ ਜਾਣਾ, ਕਲੀ ਤੋਂ ਕਲਯੁਗ ਬਣ ਜਾਣਾ। ਜਿਨ੍ਹਾਂ ਦੀ ਬੁੱਧ ਰੂਪ ਕਲੀ ਜਿਹੜੀ ਹੈ, ਕਲੀ ਹੁੰਦੀ ਹੈ ਜਿਹੜੀ ਨਵਾਂ ਫੁਟਾਰਾ ਫੁੱਟਦਾ ਹੈ, ਜਿਵੇਂ ਪੌਦਿਆਂ ਦੀ ਕਲੀਆਂ ਹੁੰਦੀਆਂ ਤੇ ਉਹ ਕਲੀਆਂ ਖਿੜਦੀਆਂ, ਇਸ ਪ੍ਰਕਾਰ ਬੁੱਧ ਰੂਪ ਕਲੀ ਪਰਮੇਸ਼ਰ ਦੇ ਨਾਮ ਕਰਕੇ ਖਿੜ ਗਈ ਹੈ। ਉਹ ਕਰੋੜਾਂ ਭਗਤਾਂ ਜਿਹੜੇ ਕਰੋੜਾਂ ਭਗਤਾਂ ਦਾ ਪ੍ਰਭੂ ਨਾਮ ਦੇ ਉਧਾਰ ਕਰ ਦਿੱਤਾ ਹੈ। ਕਰੋੜਾਂ ਭਗਤਾਂ ਦਾ ਐਸੀਆਂ ਨਾਮ ਦੀਆਂ ਬਰਕਤਾਂ ਕਈਆਂ। ਹਰ ਦਾਸ ਦਾਸਾ ਦੀਨ ਸਰਨ, ਜੋ ਹਰ ਪਰਮੇਸ਼ਰ ਦੇ ਦਾਸ ਦਾਸਾ, ਸੇਵਕ ਦੇ ਸੇਵਕ, ਸੇਵਕ ਦੇ ਸੇਵਕ ਮਨ ਬਾਣੀ ਸਰੀਰ ਕਰਕੇ ਬਣੇ ਹੋਏ ਨਾ। ਤੇ ਇਸ ਪ੍ਰਕਾਰ ਜਿਹੜੇ ਫਿਰ ਦੀਨ ਗਰੀਬ ਨਿਮਾਣੇ ਹੋ ਕੇ ਉਹਨਾਂ ਦੀ ਸ਼ਰਨ ਓਟ ਵਿੱਚ ਪਏ ਹਨ। ਨਾਨਕ ਮਾਥਾ ਸੰਤ ਚਰਨ, ਸਤਿਗੁਰੂ ਜੀ ਕਥਨ ਕਰਦੇ ਨੇ ਕਿ ਉਹਨਾਂ ਸੰਤ ਜਨਾਂ ਦੇ ਚਰਨਾਂ ਦੇ ਉੱਤੇ ਤੇ ਆਪਣਾ ਮਾਥਾ ਮਸਤਕ ਰੱਖਣਾ ਕਰੋ। ਇਹ ਸਤਿਕਾਰ ਵਾਸਤੇ ਕਿਹਾ ਹੈ। ਚਰਨ ਸੰਤਨ ਕੇ ਮਾਥਾ ਮੇਰੋ, ਇਉਂ ਕਿਹਾ ਹੈ। ਇਸ ਕਰਕੇ ਐਸਾ ਪਰਮੇਸ਼ਰ ਦੇ ਨਾਮ ਜਪਣ ਦੀਆਂ ਬਰਕਤਾਂ, ਜਿਨ੍ਹਾਂ ਨੇ ਨਾਮ ਜਪਿਆ ਸਾਸ ਗਰਾਸ ਜਪਣ ਵਾਲੇ, ਤੇ ਉਹਨਾਂ ਦੇ ਚਰਨਾਂ ਤੇ ਨਮਸਕਾਰ। ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਕਿਹਾ ਹੈ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਏ ਕਿਹਾ ਹੈ। ਤੇ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਉਹਨਾਂ ਸੰਤਾਂ ਭਗਤਾਂ ਸਿਮਰਨ ਕਰਨ ਵਾਲਿਆਂ ਦੇ ਤੇ ਚਰਨਾਂ ਦੇ ਉੱਤੇ ਮੇਰਾ ਮਸਤਕ ਰੱਖਣਾ, ਮੈਂ ਰੱਖਣਾ ਕਰਾਂ, ਜਾਂ ਮਹਾਰਾਜ ਕਹਿੰਦੇ ਰੱਖਣਾ ਕਰੋ, ਇੰਨੀ ਨਿਮਰਤਾ ਧਾਰੋ। ਮਾਲੀ ਗੌੜਾ ਮਹੱਲਾ ਪੰਜਵਾ। ਮਾਲੀ ਗੌੜਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਕੋਈ ਸ਼ਬਦ ਹੈ ਜੀ। ਐਸੋ ਸਹਾਈ ਹਰ ਕੋ ਨਾਮ, ਮਹਾਰਾਜ ਨੂੰ ਬੇਨਤੀ ਕੀਤੀ ਗਰੀਬ ਨਵਾਜ, ਨਾਮ ਦੀਆਂ ਕੁਝ ਹੋਰ ਬਰਕਤਾਂ ਵੀ ਦੱਸੋ। ਜਿਵੇਂ ਆਪ ਜੀ ਪਿੱਛੇ ਕਥਨ ਕੀਤਾ, ਦੀਵਾਨ ਲੱਗਿਆ, ਸੰਗਤਾਂ ਬੈਠੀਆਂ, ਮਹਾਰਾਜ ਕਹਿੰਦੇ ਹੈ ਭਾਈ ਹਰ ਪਰਮੇਸ਼ਰ ਕੋ ਦਾ ਅਰਥ ਹੈ ਦਾ, ਪਰਮੇਸ਼ਰ ਦਾ ਨਾਮ ਇਹੋ ਜਿਹਾ ਸਹਾਇਤਾ ਕਰਨ ਵਾਲਾ ਹੈ। ਕਿਹੋ ਜਿਹਾ ਦੱਸ ਦੇਣਗੇ। ਸਾਧ ਸੰਗਤ ਭਜ ਪੂਰਨ ਕਾਮ, ਤੇ ਜਿਹੜੇ ਸਾਧ ਸੰਗਤ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਮਿਲ ਕੇ ਪ੍ਰਭੂ ਦਾ ਭਜਨ ਕਰਦੇ ਆ ਨਾ, ਜੇ ਭਜਨ ਕਰੀਏ ਤਾਂ ਸਾਰੇ ਲੋਕ ਪਰਲੋਕ ਦੇ ਕਾਮ ਨਾਮ ਹੈ ਕੰਮਾਂ ਦਾ ਕਾਰਜ, ਤੇ ਜਿੰਨੇ ਵੀ ਕੰਮ ਨ ਕਾਰਜ ਨ ਉਹ ਪੂਰੇ ਹੋ ਜਾਂਦੇ ਨੇ। ਇਸ ਕਰਕੇ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ। ਅੱਗੇ ਦ੍ਰਿਸ਼ਟਾਂਤ ਦੇ ਕੇ ਹੁਣ ਸਮਝਾਉਣਗੇ। ਦ੍ਰਿਸ਼ਟਾਂਤ ਦੇ ਨਾਲ ਹੀ ਦਾ ਦ੍ਰਿਸ਼ਟਾਂਤ ਆ ਜਾਇਆ ਕਰੇਗਾ, ਯਾਨੀ ਦ੍ਰਿਸ਼ਟਾਂਤ ਦਾ ਸਾਰੰਸ਼ ਇਹਦੇ ਨਾਲ ਨਾਲ ਤੁਕ ਦੇ ਉੱਤੇ ਆਏਗਾ। ਤੇ ਅੱਗੇ ਮਹਾਰਾਜ ਸਾਹਿਬ ਜੀ ਹੁਣ ਸੌਖੇ ਜੇ ਪ੍ਰਮਾਣ, ਜਿਨ੍ਹਾਂ ਨੂੰ ਮਨੁੱਖ ਸਮਝ ਲਵੇ, ਆਮ ਬੰਦੇ ਸਮਝ ਲੈਣ, ਉਹ ਪ੍ਰਮਾਣ ਦਿੰਦੇ ਨੇ। ਮਹਾਰਾਜ ਕਹਿੰਦੇ ਸੁਣੋ ਰਹਾਉ, ਅਸਥਾਈ ਦੇ ਕੇ ਫਰਮਾਨ ਕਰਦੇ ਨੇ। ਬੂਡਤ ਕਉ ਜੈਸੇ ਬੇੜੀ ਮਿਲਤ, ਸਮਝੋ ਕਹਿੰਦੇ ਕੋਈ ਦਰਿਆ ਦੇ ਡੂੰਘੇ ਪਾਣੀ ਵਿੱਚ ਅਚਨਚੇਤ ਬੂਡਤ ਡੁੱਬਦੇ ਨੂੰ ਕਿਸੇ ਕਾਰਨ ਪਾਣੀ 'ਚ ਡਿੱਗ ਪਿਆ। ਉਸ ਜੀਵ ਨੂੰ ਜੈਸੇ ਜਿਸ ਪ੍ਰਕਾਰ ਬੇੜੀ ਨਾਮ ਹੈ ਨੌਕਾ ਦਾ, ਨੌਕਾ ਮਿਲ ਜਾਵੇ ਤਾਂ ਉਹ ਬੜਾ ਪ੍ਰਸੰਨ ਹੁੰਦਾ। ਕਹਿੰਦਾ ਉਹ ਚਲੋ ਮਰਨ ਤੋਂ ਬਚ ਗਏ, ਉਹ ਪਾਣੀ 'ਚ ਡੁੱਬਣ ਤੋਂ ਬਚ ਜਾਂਦਾ ਹੈ, ਜੀਵਨ ਬਚ ਗਿਆ। ਕਹਿੰਦਾ ਜੀ ਨਹੀਂ ਤਾਂ ਮਰ ਗਏ ਸੀ। ਤੇ ਇਸੇ ਪ੍ਰਕਾਰ ਸੰਸਾਰ ਰੂਪੀ ਤਾਂ ਹੈ ਦਰਿਆ, ਪਦਾਰਥਾਂ ਦਾ ਪਾਣੀ ਹੈ, ਇਹਦੇ ਵਿੱਚ ਜਾਂ ਵਿਸ਼ਿਆਂ ਰੂਪ ਪਾਣੀ ਹੈ। ਇਹਦੇ 'ਚ ਡੁੱਬਦੇ ਆ, ਸਾਡੀ ਬਿਰਤੀ ਡੁੱਬ ਰਹੀ ਹੈ ਇਹਦੇ 'ਚ ਡੁੱਬਦਿਆਂ ਹੋਇਆਂ ਜਗਿਆਸੂਆਂ ਨੂੰ ਭਗਤੀ ਰੂਪੀ ਬੇੜੀ ਮਿਲ ਜਾਏ, ਨਾਮ ਰੂਪੀ ਬੇੜੀ ਮਿਲ ਜਾਵੇ ਤਾਂ ਜਗਿਆਸੂ ਜਾਂਦੀ ਪਦਾਰਥਾਂ ਰੂਪੀ ਪਾਣੀ 'ਚ ਡੁੱਬਣ ਤੋਂ ਬਚਾਅ ਹੋ ਜਾਂਦਾ ਹੈ। ਨਹੀਂ ਸੰਸਾਰ ਡੁੱਬ ਰਿਹਾ ਹੈ ਸਾਰਾ। ਇਸ ਕਰਕੇ ਕਿਹਾ ਵੀ ਨਾਮ ਜਿਹੜਾ ਬੇੜੀ ਦੀ ਨਿਆਈ ਹੈ। ਨਦੀ ਤਲੰਦੜੀ ਮੈਂਡਾ ਖੋਜ ਨਾ ਖੁੰਭੈ, ਮੰਝ ਮੁਹੱਬਤ ਤੇਰੀ ਤਉ ਸਹਿ ਚਰਨੀ ਮੈਂਡਾ ਹੀੜਾ ਸੀਤਮ, ਹਰ ਨਾਨਕ ਤੁਲਹਾ ਬੇੜੀ। ਤੋ ਇਸ ਕਰਕੇ ਦੱਸਦੇ ਨੇ। ਹੁਣ ਅੱਗੇ ਹੋਰ ਪ੍ਰਮਾਣ ਦੇਣਗੇ। ਬੂਝਤ ਦੀਪਕ ਮਿਲਤ ਤਿਲਤ, ਇਹਨੂੰ ਪਾਠ ਨੂੰ ਬੂਝਤ, ਇਹਨੂੰ ਮਤਲਬ ਬੁੱਝਤ ਕਸ ਕੇ ਨਹੀਂ ਕਰਨਾ। ਬੁੱਝਤ ਬੁੱਝ ਹੁੰਦਾ ਜਾਣਨਾ, ਬੂਝਤ ਪੋਲਾ ਜਿਹਾ ਪਾਠ ਕਰਨਾ। ਬੁੱਝਦੇ ਹੋਏ ਦੀਵੇ ਨੂੰ, ਦੀਵਾ ਸਮਝ ਲਓ ਵੀ ਤੇਲ ਉਹਦੇ 'ਚ ਰਿਹਾ ਨਾ, ਦੀਵਾ ਬੁਝੂਗਾ ਹੀ ਫਿਰ।
ਉਹ ਬੁਝਦੇ ਹੋਏ ਦੀਵੇ ਨੂੰ ਬੂਝਤ ਦੀਪਕ ਮਿਲਤ ਤਿਲਤ, ਮਿਲਤ ਮਿਲ ਜਾਵੇ ਤਿਲਤ ਤੇਲ, ਤਾਂ ਫਿਰ ਉਹ ਬੁਝਦਾ ਬੁਝਦਾ ਦੀਵਾ ਮੁੜ ਕੇ ਫਿਰ ਉਹਨਾਂ ਚਾਨਣਾ ਹੋ ਜਾਂਦਾ, ਕਿਉਂਕਿ ਤੇਲ ਕਰਕੇ ਉਹ ਚੱਲਿਆ ਸੀ। ਉਹ ਇਸੇ ਪ੍ਰਕਾਰ ਇਹ ਜਿਹੜਾ ਫਰਮਾਨ ਕੀਤਾ ਹੈ, ਬੂਝਤ ਦੀਪਕ ਮਿਲਤ ਤਿਲਤ, ਜਿਹੜੀ ਜ਼ਿੰਦਗੀ ਰੂਪ ਦੀਪਕ ਤੇ ਬੁਝ ਰਹੀ ਹੈ, ਨਾਮ ਰੂਪੀ ਤੇਲ ਮਿਲ ਜਾਵੇ ਤਾਂ ਫਿਰ ਦੁਬਾਰੇ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ। ਗੁਰਮੁਖ ਜਨਾਂ ਦਾ ਇਹ ਨਿਸ਼ਚੈ ਹੈ ਕਿ ਜਿਹੜਾ ਪਰਮੇਸ਼ਰ ਦਾ ਨਾਮ ਵਿਸਰਨਾ ਇਹ ਮਰਨਾ ਹੈ, ਜਿਹੜਾ ਪਰਮੇਸ਼ਰ ਦਾ ਨਾਮ ਨੂੰ ਧਿਆਉਣਾ ਹੈ ਇਹ ਅਸਲੀ ਜਿਉਣਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਇਸ ਕਰਕੇ ਮਰਣੰ ਵਿਸਰੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਣਾ ਹੈ। ਇਹ ਮਹਾਰਾਜ ਸਾਹਿਬ ਨੇ ਪ੍ਰਮਾਣ ਦਿੱਤੇ ਹੈ। ਇਸ ਕਰਕੇ ਜੇ ਉਹ ਜਿਹੜੀ ਬੁਝ ਰਹੀ ਜ਼ਿੰਦਗੀ ਹੈ ਰੱਬ ਵੱਲੋਂ ਮਰੀ ਹੋਈ ਹੈ, ਨਾਮ ਵੱਲੋਂ, ਉਹਨੂੰ ਨਾਮ ਦਾ ਤੇਲ ਮਿਲ ਜਾਏ, ਸਮਝੋ ਵੀ ਜ਼ਿੰਦਗੀ ਜਿਹੜੀ ਹੈ ਜੀ ਦਾਨ ਦੇ ਭਗਤੀ ਲਾਇ, ਭਗਤੀ ਵਿੱਚ ਲੱਗ ਕੇ ਜੀ ਦਾਨ ਮਿਲ ਗਿਆ, ਉਹ ਜਿਉਂਦਿਆਂ ਵਿੱਚ ਗਿਣਤੀ ਹੋ ਗਈ ਉਸ ਦੀ। ਇਸ ਪ੍ਰਕਾਰ ਫਰਮਾਨ ਕੀਤਾ ਹੈ। ਦ੍ਰਿਸ਼ਟਾਂਤ ਦੇ ਨਾਲ ਨਾਲ ਹੀ 10 ਦ੍ਰਿਸ਼ਟਾਂਤ ਹਨ। ਜਲਤ ਅਗਨੀ ਮਿਲਤ ਨੀਰ, ਸਮਝ ਲਓ ਵੀ ਕਿਸੇ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਜਾਂ ਘਰ ਨੂੰ ਅੱਗ ਲੱਗ ਗਈ, ਜਿਵੇਂ ਉਹ ਅੱਗ ਲੱਗਣੀ ਤਾਂ ਸੜਦੇ ਹੋਏ ਪੁਰਖ ਨੂੰ ਉਹਦਾ ਘਰ ਸੜ ਰਿਹਾ ਜਾਂ ਉਹਦੇ ਬਸਤਰ, ਇਹ ਹੈ ਵੀ ਸਰੀਰ ਨਾਸ ਹੋ ਜਾਏਗਾ। ਪਾਣੀ ਮਿਲ ਜਾਵੇ, ਉਹ ਪਾਣੀ ਮਿਲਦੇ ਅੱਗ ਬੁਝ ਜਾਂਦੀ ਹੈ। ਮਿਲਤ ਨੀਰ, ਨੀਰ ਨਾਲ ਪਾਣੀ ਦੇ ਨਾ, ਇਸੇ ਪ੍ਰਕਾਰ ਜਲਤ ਅਗਨੀ ਮਿਲਤ ਨੀਰ। ਅੰਤਰੀ ਭਾਵ ਕੀ ਹੈ ਕਿ ਲੋਭ ਦੀ ਅਗਨੀ ਹੈ ਕਿਸੇ ਨੂੰ ਲੱਗੀ ਹੋਈ, ਲੋਭ ਬੇਚੈਨ ਕਰਦਾ ਹੈ। ਜਿਵੇਂ ਅੱਗ ਲੱਗੀ ਤੋਂ ਬੰਦਾ ਤੜਫਦਾ ਹੈ, ਲੋਭੀ ਵੀ ਐਂ ਤੜਫ ਰਹਿੰਦਾ ਹੈ, ਕ੍ਰੋਧੀ ਵੀ ਐਂ ਤੜਫਦਾ ਹੈ, ਉਹ ਵੀ ਅੱਗ ਹੈ। ਈਰਖਾ ਦੀ ਅੱਗ ਹੈ। ਇਹ ਅੱਗਾਂ ਲੱਗੀਆਂ ਹੋਈਆਂ ਹਨ। ਜੇਕਰ ਉਹ ਪਰਮੇਸ਼ਰ ਦਾ ਨਾਮ ਰੂਪੀ ਜਲ ਮਿਲ ਜਾਵੇ ਤਾਂ ਫਿਰ ਉਸ ਨੂੰ ਆਤਮਿਕ ਸ਼ਾਂਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਰੂਪ ਬੱਦਲ ਤੇ ਆਪਣੇ ਉਪਦੇਸ਼ ਦਾ ਮੀਂਹ ਭਰਾ ਦੇਣ, ਜੰਗਲਾਂ ਦੀਆਂ ਅੱਗਾਂ ਬੁਝ ਜਾਂਦੀਆਂ ਨੇ। ਸੰਸਾਰ ਦੀ ਅੱਗ ਨਿਵਰਤ, ਜਗਤ ਜਲਨ ਦਾ ਰੱਖ ਲੈ ਆਪਣੀ ਕਿਰਪਾ ਧਾਰ। ਤੇ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਕੇ ਇਉਂ ਨਾਮ ਰੂਪੀ ਜਲ ਦੇ ਨਾਲ ਭਾਈ ਅੱਗਾਂ ਵਿਸ਼ਿਆਂ ਦੀਆਂ ਅੱਗਾਂ, ਕਾਮ ਕ੍ਰੋਧ ਦੀਆਂ ਅੱਗਾਂ ਬੁਝ ਜਾਂਦੀਆਂ ਹਨ। ਜੈਸੇ ਬਾਰਿਕ ਮੁਖ ਹੈ ਖੀਰ, ਜਿਸ ਪ੍ਰਕਾਰ ਛੋਟੇ ਬਾਰਿਕ ਬੱਚੇ ਦੇ ਮੁਖ ਹੈ, ਮੂੰਹ ਦੇ ਵਿੱਚ ਖੀਰ ਨਾਮ ਦੁੱਧ ਹੈ, ਤੇ ਇਹ ਚੌਲ ਵਿੱਚ ਪਾ ਕੇ ਉਹਨੂੰ ਖੀਰ ਤਾਂ ਹੀ ਕਹਿੰਦੇ, ਦੁੱਧ ਕਰਕੇ ਖੀਰ ਹੈ, ਨਹੀਂ ਤਾਂ ਚੌਲ ਦੁੱਧ ਨਾ ਪਾਓ ਫਿਰ ਖੀਰ ਕਹਿ ਕੇ ਦਿਖਾਓ, ਕੋਈ ਕਹਿਣਗੇ ਚੌਲ ਬਣੇ ਨੇ, ਮਿੱਠੇ ਚੌਲ ਨਮਕੀਨ ਚੌਲ, ਇਹ ਤਾਂ ਨਹੀਂ ਕਹਿੰਦੇ ਵੀ ਖੀਰ ਬਣੀ ਹੈ। ਦੁੱਧ ਦਾ ਕੱਲੇ ਦਾ ਨਾਂ ਹੀ ਖੀਰ ਹੈ, ਖੀਰ ਸਮੁੰਦਰ, ਦੁੱਧ ਦਾ ਸਮੁੰਦਰ। ਤੇ ਜਿਸ ਤਰ੍ਹਾਂ ਛੋਟੇ ਬੱਚੇ ਦੇ ਜਿਹਦੇ ਜੇ ਦੰਦ ਨਹੀਂ ਨਿਕਲੇ, ਉਹਦਾ ਆਧਾਰ ਤਾਂ ਦੁੱਧ ਹੈ, ਤੇ ਦੁੱਧ ਤੋਂ ਬੱਚੇ ਦੀ ਪਾਲਣਾ ਹੁੰਦੀ ਹੈ, ਬੱਚੇ ਨੂੰ ਪ੍ਰਸੰਨਤਾ ਹੁੰਦੀ ਹੈ। ਭੁੱਖੇ ਨੂੰ ਜਦੋਂ ਦੁੱਧ ਮਿਲ ਜਾਂਦਾ ਹੈ, ਰੋਂਦਾ ਰੋਂਦਾ ਬੱਚਾ ਚੁੱਪ ਕਰ ਜਾਂਦਾ ਹੈ। ਜੈਸੇ ਵਾਰਕ ਮੁਖ ਹੈ ਖੀਰ, ਕਹਿੰਦੇ ਇਸੇ ਪ੍ਰਕਾਰ ਜਿਗਿਆਸੂ ਤਾਂ ਹੈ ਬੱਚਾ, ਅੰਤਸ਼ਕਰਨ ਰੂਪੀ ਉਹਦਾ ਹੈ ਮੂੰਹ, ਮੁਖ, ਉਹਦੇ ਅੰਦਰ ਗੁਰੂ ਉਪਦੇਸ਼ ਰੂਪੀ ਅਸਥਾਨਾਂ ਵਿੱਚੋਂ, ਜਿਵੇਂ ਮਾਂ ਦੇ ਛਾਤੀ ਦੇ ਦੁੱਧ ਦੇ ਜਿਹੜੇ ਚਸ਼ਮੇ ਨੇ ਉਹਨਾਂ ਵਿੱਚੋਂ ਦੁੱਧ ਨਿਕਲਦਾ ਹੈ, ਇਉਂ ਉਪਦੇਸ਼ ਰੂਪੀ ਅਸਥਾਨਾਂ ਦੇ ਵਿੱਚੋਂ ਨਾਮ ਰੂਪੀ ਦੁੱਧ ਚੋਣੇ ਕਰਕੇ ਆਤਮਿਕ ਪ੍ਰਸੰਨਤਾ ਹੁੰਦੀ ਹੈ। ਇਹ ਅੰਤਰੀ ਭਾਵ ਨਾਲ ਦੀ ਨਾਲ ਦੱਸ ਰਹੇ ਨੇ ਗਰੀਬ ਨਵਾਜ਼ ਜੀ, ਬੜੀ ਕਿਰਪਾ ਕਰ ਰਹੇ ਨੇ। ਕਿੰਨਾ ਸੌਖਾ ਉਪਦੇਸ਼ ਹੈ। ਜੇ ਫੇਰ ਵੀ ਨਾ ਮੰਨੀਏ ਭਾਈ ਸਾਡੀ ਮਾੜੀ ਕਿਸਮਤ ਹੈ। ਫਿਰ ਬੜੀਆਂ ਸੌਖੀਆਂ ਉਦਾਹਰਨਾਂ ਹੋਰ ਦੱਸਦੇ ਹਨ। ਜੈਸੇ ਰਣ ਮਹਿ ਸਖਾ ਭਰਾਤ, ਦੁਸ਼ਮਣਾਂ ਦੇ ਨਾਲ ਜੰਗ ਹੁੰਦਾ ਹੋਵੇ, ਰਣ ਯੁੱਧ ਦੇ ਮੈਦਾਨ ਦੇ ਮਹਿ ਵਿੱਚ ਦੁਸ਼ਮਣਾਂ ਦੇ ਘੇਰੇ ਵਿੱਚ ਕੋਈ ਆ ਗਿਆ ਹੋਵੇ, ਹੁਣ ਘੇਰੇ ਦੇ ਵਿੱਚੋਂ ਕੱਢਣ ਲਈ ਜਾਂ ਤਾਂ ਸਖਾ ਮਿੱਤਰ ਹੈ ਜਿਹੜਾ ਜਾਨ ਦੀ ਬਾਜੀ ਲਾ ਕੇ ਘੇਰੇ ਚੋਂ ਕੱਢ ਸਕਦਾ ਹੈ, ਜਾਂ ਫਿਰ ਭਰਾ ਸਹਾਇਤਾ ਕਰਨ ਵਾਲਾ ਹੈ, ਭਰਾ ਨੂੰ ਭਰਾ ਛੱਡ ਕੇ ਨਹੀਂ ਜਾਂਦਾ ਭਾਵੇਂ ਮਰ ਜਾਏ। ਤੋ ਇਸ ਕਰਕੇ ਸਖਾ ਭਰਾਤ, ਜਿਵੇਂ ਸਖਾ ਭਰਾ ਸਹਾਇਤਾ ਕਰਨ ਵਾਲਾ ਹੁੰਦਾ ਹੈ, ਜੈਸੇ ਰਣ ਮੇਂ ਸਖਾ ਭਰਾਤ। ਇਹ ਹੈ ਦ੍ਰਿਸ਼ਟਾਂਤ। ਦਾ ਦ੍ਰਿਸ਼ਟਾਂਤ ਕੀ ਹੈ? ਜੈਸੇ ਰਣ ਮਹਿ ਸਖਾ ਭਰਾਤ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਦੁਸ਼ਮਣਾਂ ਦੇ ਘੇਰੇ ਦੇ ਵਿੱਚ ਜੀਵ ਆਇਆ ਹੋਇਆ ਹੈ, ਇਹਨਾਂ ਨਾਲ ਜੰਗ ਚੱਲ ਰਿਹਾ ਹੈ। ਉਹ ਜੀਵ ਆਤਮਾ ਨੂੰ ਕੱਢਣ ਦੇ ਲਈ ਪਰਮੇਸ਼ਰ ਦਾ ਨਾਮ ਮਿੱਤਰ ਅਤੇ ਭਰਾ ਦੀ ਨਿਆਈ ਹੈ।
ਸਹਾਇਤਾ ਕਰਨ ਵਾਲਾ ਹੈ। ਇਹ ਦ੍ਰਿਸ਼ਟਾਂਤ ਦਾ ਦ੍ਰਿਸ਼ਟਾਂਤ ਭਾਵ ਕਿਹਾ ਹੈ। ਜੈਸੇ ਭੂਖੇ ਭੋਜਨ ਮਾਤ, ਜਿਸ ਪ੍ਰਕਾਰ ਭੂਖੇ ਜਿਹਨੂੰ ਭੁੱਖ ਲੱਗੀ ਹੋਈ ਹੈ ਉਹ ਬੱਚੇ ਤੇ ਤਰਸ ਕਰਕੇ ਦਇਆ ਕਰਦੀ ਹੈ ਮਾਂ, ਬੱਚੇ ਦੇ ਪਿਆਰ, ਉਹਨੂੰ ਪਿਆਰ ਕਰਕੇ ਮਾਤਾ ਭੋਜਨ ਛਕਾਉਂਦੀ ਹੈ ਕਿ ਮੇਰਾ ਪੁੱਤਰ ਭੁੱਖਾ ਹੈ। ਚੂਰੀਆਂ ਕੁੱਟ-ਕੁੱਟ ਕੇ ਖਵਾਉਂਦੀ ਹੈ। ਤੇ ਇਉਂ ਸਾਧ ਸੰਗਤ ਜੀ, ਸੰਤ ਬਾਬਾ ਅਤਰ ਸਿੰਘ ਜੀ ਦੀ ਮਾਤਾ, ਤੇ ਉਹ ਇੱਕ ਦਿਨ ਐਸਾ ਬਣਿਆ, ਥੋੜਾ ਜਿਹਾ ਪਿਤਾ ਦਾ ਕਰੋਧੀ ਸੁਭਾਅ ਸੀ। ਪੁਰਾਣੇ ਸਮੇਂ 'ਚ ਬੀਬੀਆਂ ਨੂੰ ਬਹੁਤ ਕੰਮ ਕਰਨਾ ਪੈਂਦਾ ਸੀ, ਭਾਵੇਂ ਘਰ 'ਚ ਰਹਿੰਦੀ। ਮਹਾਂਪੁਰਖਾਂ ਦਾ ਪਿਤਾ ਕਹਿਣ ਲੱਗਿਆ ਵੀ ਮੈਂ ਬਾਹਰ ਤੋਂ ਆਉਣਾ, ਵੀ ਬਲਦਾਂ ਵਾਸਤੇ ਖੁਰਲੀ ਦੇ 'ਚ ਪੱਠੇ ਪਾਏ ਹੋਣ, ਸੰਨੀ ਕਰਕੇ ਜਦੋਂ ਪੱਠੇ ਹਰਿਆਵਲ ਖਤਮ ਹੋ ਜਾਂਦੀ ਹੈ ਨਾ, ਤੂੜੀ ਦੇ ਵਿੱਚ ਦਾਣਾ ਵੜਾ ਕੇ ਉਹਨੂੰ ਸੰਨੀ ਕਹਿੰਦੇ, ਸੰਨੀ ਕਰਕੇ ਰੱਖਣੀ, ਮੇਰੇ ਲਈ ਰੋਟੀ ਤਿਆਰ ਕਰਕੇ ਰੱਖਣੀ, ਭੁੱਖਾ ਆਊਂਗਾ ਮੈਂ ਬਾਹਰੋਂ। ਟਾਈਮ ਸੀ ਉਹ ਕਿਤੇ ਮਾਤਾ ਜੀ ਥੋੜੇ ਜਿਹੇ ਸਿੱਧੇ ਖਿਆਲਾਂ ਦੇ ਸੀ, ਮਾਤਾ ਭੋਲੀ, ਉਹ ਚੇਤਾ ਵਿਸਰ ਗਿਆ ਜਾਂ ਕਿ ਇੰਨੇ ਨੂੰ, ਜਾਂ ਫਿਰ ਪਿਤਾ ਜੀ ਪਹਿਲਾਂ ਆ ਗਏ। ਉਸ ਵੇਲੇ ਬਾਬਾ ਅਤਰ ਸਿੰਘ ਜੀ ਛੋਟੇ ਜਿਹੇ ਸੀ, ਚੂਰੀ ਕੁੱਟ ਰਹੀ ਸੀ ਮਾਤਾ ਆਪਣੇ ਪੁੱਤਰ ਵਾਸਤੇ ਵੀ ਮੇਰਾ ਪੁੱਤਰ ਭੁੱਖਾ ਹੈ। ਘਰ ਵਾਲੇ ਨਾਲੋਂ ਪੁੱਤਰ ਦਾ ਖਿਆਲ ਜ਼ਿਆਦਾ ਹੈ, ਕਿਉਂਕਿ ਮਾਂ ਦਾ ਰਿਸ਼ਤਾ ਹੀ ਐਸਾ ਹੈ ਪੁੱਤ ਦੇ ਨਾਲ। ਜਦੋਂ ਆਏ ਬਾਹਰ, ਹੁਣ ਬਲਦਾਂ ਦੇ ਖੁਰਲੀ ਦੇ ਵਿੱਚ ਨਾ ਕੁਝ ਹੋਣ ਕਰਕੇ ਇੱਧਰ ਉੱਧਰ ਹੋਏ, ਕ੍ਰੋਧ ਬਸ ਹੋ ਗਏ, ਬੁਰਾ ਭਲਾ ਬੋਲਣ ਲੱਗ ਪਏ, ਵੱਧ ਘੱਟ ਕਹੇ। ਤੇ ਉਹ ਹੁਣ ਚੂਰੀ ਖਾਂਦੇ ਖਾਂਦੇ ਬੱਚੇ ਦਾ ਵੀ ਹੁਣ ਖਿਆਲ ਆ ਵੀ ਮੇਰੇ ਮਾਂ ਪਿਓ ਲੜਦੇ ਆ, ਕਈ ਵਾਰੀ ਬੱਚੇ ਬੜੇ ਮਾਯੂਸ ਹੋ ਜਾਂਦੇ। ਕਦੇ ਮਾਤਾ ਜੀ ਮੂਹਰੇ ਬੋਲੇ ਤਾਂ ਨਹੀਂ ਸੀ, ਪਰ ਉਦੋਂ ਮਾਤਾ ਤੋਂ ਵੀ ਆ ਕੇ ਕਿਹਾ ਗਿਆ, ਕਹਿੰਦੀ ਜੱਦੀ ਇਹ ਘਰ ਵਿੱਚ ਆਈਆਂ ਕਦੇ ਸੁੱਖ ਨਹੀਂ ਦੇਖਿਆ, ਕਿਹੜੀਆਂ ਮੈਨੂੰ ਕੰਢੀਆਂ ਕਰਾ ਕੇ ਦੇਤੀਆਂ ਤੁਸੀਂ, ਜਿਹੜਾ ਇੰਨਾ ਰੋਹ ਮਾਰ। ਐਂ ਕਿਤੇ ਮਾਤਾ ਜੀ ਨੇ ਕਹਿ ਦਿੱਤਾ। ਤੇ ਹੁਣ ਲੜਾਈ ਤਾਂ ਪਤੀ ਪਤਨੀ ਦੀ ਹੈ, ਦੇਖੋ ਹੁਣ ਕੈਸਾ ਭਾਣਾ ਵਰਤਿਆ। ਕਹਿੰਦੇ ਜਿਹਨੂੰ ਚੂਰੀਆਂ ਕੁੱਟ-ਕੁੱਟ ਕੇ ਖਵਾਉਣੀਆਂ ਇਹ ਕਰਾਊਗਾ ਤੈਨੂੰ ਕੰਢੀਆਂ, ਮੈਂ ਤਾਂ ਨਹੀਂ ਕਰਾ ਸਕਿਆ। ਵੀ ਪੁੱਤਰ ਦੇ ਨਾਲ ਬਾਬਾ ਅਤਰ ਸਿੰਘ ਨੇ ਪਿਤਾ ਵੱਲ ਵੀ ਦੇਖਿਆ, ਮਾਤਾ ਵੱਲ ਦੇਖਿਆ, ਚੋਰੀ ਨਹੀਂ ਫਿਰ ਖਾਧੀ, ਛੱਡਤੀ ਉੱਥੇ। ਘਰ 'ਚ ਲੜਾਈ ਹੋਵੇ ਬੱਚੇ ਦੇ ਨਾਲ, ਇਹ ਅਵਤਾਰੀ ਪੁਰਖ ਸੀ ਉਹ ਤਾਂ। ਚਲੋ ਜੀ ਉਹ ਕੰਮ ਨਿਬੜਿਆ, ਪਿਤਾ ਜੀ ਆਪਣੇ ਉਧਰ ਹੋ ਗਏ, ਇੱਧਰ ਹੋ ਕੇ ਲੜਾਈ ਇੰਨੀ ਕਿ ਸੀ, ਕੋਈ ਬਹੁਤੀ ਵੱਡੀ ਤਾਂ ਲੋਕਾਂ ਵਾਂਗ ਲੜਾਈ ਥੋੜੀ ਸੀ। ਤੇ ਮਾਤਾ ਦੇ ਅੱਖਾਂ ਦੇ 'ਚ ਹੰਝੂ ਭਰੇ ਹੋਏ, ਆਪਣੀ ਮਾਂ ਦੇ ਗਲ ਬੱਕੜੀ ਪਾ ਕੇ ਬਾਬਾ ਅਤਰ ਸਿੰਘ ਜੀ 5 ਵਰ੍ਹਿਆਂ ਦੀ ਉਮਰ ਹੈ ਜੇ, ਅੱਖਾਂ ਦੇ ਹੰਝੂ ਪੋਚ ਕੇ ਕਹਿੰਦੇ ਮਾਂ ਰੋਹ ਨਾ। ਕਹਿੰਦੀ ਪੁੱਤਰ ਕੋਈ ਨਹੀਂ, ਤੂੰ ਚਿੰਤਾ ਨਾ ਕਿਹੋ ਜਿਹੇ, ਨਹੀਂ ਮਾਂ ਰੋਹ ਨਾ। ਮੈਨੂੰ ਐਂ ਦੱਸ ਵੀ ਪਿਤਾ ਜੀ ਕੀ ਕਹਿੰਦੇ ਸੀ, ਕੰਢੀਆਂ ਕੀ ਹੁੰਦੀਆਂ, ਵੀ ਇਹ ਕੰਢੀਆਂ ਕਰਾ ਕੇ ਦਊਗਾ, ਮੈਨੂੰ ਕਿਹਾ ਲੜਾਈ ਤਾਂ ਤੁਹਾਡੀ ਦੋਨਾਂ ਦੀ ਸੀ। ਕਹਿੰਦੀ ਪੁੱਤਰ ਕੰਢੀਆਂ ਗਹਿਣਾ ਹੁੰਦਾ ਹੈ। ਕਹਿੰਦੇ ਅੱਛਾ, ਪਿਤਾ ਜੀ ਨੇ ਇਹ ਮਿਹਣਾ ਮਾਰਿਆ। ਕਹਿੰਦੇ ਲੈ ਮਾਂ ਯਾਦ ਰੱਖੀ, ਤੈਨੂੰ ਅਈਆਂ ਜਾਂ ਕੰਢੀਆਂ ਕਰਾ ਕੇ ਦੇਊਂਗਾ, ਰਾਣੀਆਂ ਮਹਾਰਾਣੀਆਂ ਤੇਰੇ ਪੈਰ ਧੋ ਕੇ ਪੀਆ ਕਰਨਗੀਆਂ। ਆ 5 ਵਰ੍ਹਿਆਂ ਦੀ ਉਮਰ 'ਚ ਵਚਨ ਕੀਤਾ। ਮਾਤਾ ਪੋਲੀ ਬੈਠੀ, ਪਟਿਆਲੇ ਵਾਲੇ ਮਹਾਰਾਜਾ ਭੁਪਿੰਦਰ ਸਿੰਘ ਦੀ ਪਟਰਾਣੀ ਆ ਗਈ। ਉਹਨੇ ਸਾਸ ਜੀ ਚਰਨ ਧੋ ਕੇ, ਰਾਣੀ ਨੇ ਜਦੋਂ ਚੂਲਾ ਲਿਆ ਨਾ, ਅੰਮ੍ਰਿਤਧਾਰੀ ਵਾਸਤੇ ਤਾਂ ਆਗਿਆ ਨਹੀਂ ਹੈ, ਤੇ ਮਾਤਾ ਜੀ ਬੈਠੀ ਬੈਠੀ ਰੋਣ ਲੱਗੀ ਭੋਲੀ। ਕਹਿੰਦੇ ਮਾਤਾ ਜੀ ਕੀ ਗੱਲ ਹੋ ਗਈ? ਕਹਿੰਦੇ ਕੁਛ ਨਹੀਂ। ਨਹੀਂ ਕੁਛ ਤਾਂ ਹੋਇਆ। ਕਹਿੰਦੀ ਪੁੱਤਰ ਦਾ ਵਚਨ ਯਾਦ ਆ, ਮੇਰੇ ਪੁੱਤ ਅਤਰ ਸਿੰਘ ਨੇ ਕਿਹਾ ਸੀ ਵੀ ਇੰਨੀਆਂ ਕੰਢੀਆਂ ਕਰਾ ਕੇ ਪਾਉਂਗਾ, ਰਾਣੀਆਂ ਮਹਾਰਾਣੀਆਂ ਪੈਰ ਧੋ ਕੇ ਪੀਆ ਕਰਨਗੇ। ਕਹਿੰਦੀ ਮੇਰੇ ਪੁੱਤਰ ਪਤਾ ਨਹੀਂ ਮੇਰੇ ਕੁੱਖ ਤੋਂ ਰੱਬ ਨਹੀਂ ਜਨਮ ਲਿਆ ਸੀ, ਕਹਿੰਦੀ ਇਹ ਆਮ ਪੁੱਤਰ ਤਾਂ ਹੋ ਨਹੀਂ ਸਕਦਾ। 5 ਵਰ੍ਹਿਆਂ ਦੀ ਉਮਰ 'ਚ ਆ ਬਚਨ ਕੀਤਾ। ਇਸ ਕਰਕੇ ਸਾਧ ਸੰਗਤ ਜੀ, ਭੁੱਖੇ ਬੱਚੇ ਨੂੰ ਭੋਜਨ ਮਾਂ ਜਿਵੇਂ ਖਵਾ ਸਕਦੀ ਹੈ, ਘਰ ਵਾਲੀ ਨਹੀਂ ਖਵਾ ਸਕਦੀ। ਇਹ ਭੁਲੇਖੇ ਦੇ ਵਿੱਚ ਹੈ ਸੰਸਾਰ। ਮਾਂ ਨੇ ਆਪਣਾ ਜਿਸਮ ਖਿਲਾਇਆ ਹੁੰਦਾ, ਪਹਿਲਾਂ ਉਹਨੂੰ ਖਿਲਾਉਣ ਦੀ ਆਦਤ ਹੁੰਦੀ ਹੈ ਸੰਤਾਨ ਨੂੰ। ਇਹ ਸੰਤਾਨ ਨਲਾਇਕ ਹੈ ਜਿਹੜੀ ਫਿਰ ਅਕਿਰਤ ਕਣ ਹੋ ਜਾਂਦੇ ਨੇ, ਉਹ ਪਤਨੀ ਦੇ ਮਗਰ ਲੱਗ ਕੇ ਪਾਈ ਫਿਰ ਆਪਣੀ ਮਾਂ ਦਾ ਨਿਰਾਦਰ ਕਰਨ ਲੱਗ ਜਾਂਦੇ ਹੈ। ਜੈਸੇ ਭੁੱਖੇ ਭੋਜਨ ਮਾਤ, ਇਹ ਪ੍ਰਮਾਣ ਦਿੱਤਾ ਹੈ ਜਿਵੇਂ ਮਾਂ ਆਪਣੇ ਬੱਚੇ ਨੂੰ ਭੋਜਨ ਛਕਾਉਂਦੀ ਹੈ। ਇਸੇ ਪ੍ਰਕਾਰ ਜੈਸੇ ਭੁੱਖੇ ਭੋਜਨ ਮਾਤ, ਇਸੇ ਪ੍ਰਕਾਰ ਭੁੱਖੇ ਹੋਏ ਕੌਣ? ਜਿਗਿਆਸੂ ਜਿਹੜੇ ਬੱਚੇ ਨੇ ਗੁਰੂ ਸਾਹਿਬ ਦੇ, ਉਹ ਤਰਸ ਜਾਂ ਪਿਆਰ ਕਰਕੇ, ਪਿਆਰ ਦੇ ਵਸ ਹੋ ਕੇ ਮਾਤਾ ਦੀ ਨਿਆਈ ਗੁਰੂ ਸਾਹਿਬ ਜੀ ਨਾਮ ਰੂਪੀ ਭੋਜਨ, ਅਖੰਡ ਕੀਰਤਨ ਤਿਨ ਭੋਜਨ ਚੂਰਾ,
ਇਹ ਭੋਜਨ ਛਕਾਉਂਦੇ ਹਨ ਜੀ। ਜੈਸੇ ਭੂਖੇ ਭੋਜਨ ਮਾਤ। ਜਿਸ ਪ੍ਰਕਾਰ ਭੁੱਖੇ ਜਗਿਆਸੂ ਜਿਹੜੇ ਨਾਮ ਦੇ ਭੁੱਖੇ, ਤੇ ਉਹ ਬੱਚੇ ਦੀ ਨਿਆਈ ਜਗਿਆਸੂ ਨੂੰ ਮਾਤਾ ਪਿਤਾ ਦੀ ਨਿਆਈ ਭਾਈ ਗੁਰੂ ਸਾਹਿਬ ਨੂੰ ਉਹ ਜਗਿਆਸੂ ਰੂਪ ਬੱਚੇ ਨੂੰ ਤਰਸ ਕਰਕੇ ਜਾਂ ਪਿਆਰ ਦੇ ਵਸ ਹੋ ਗਏ। ਮਾਤਾ ਦੀ ਨਿਆਈ ਉਹ ਫਿਰ ਭੋਜਨ ਨਾਮ ਦਾ ਭੋਜਨ ਛਕਾਉਂਦੇ। ਇਹ ਆਤਮ ਖੁਰਾਕ ਹੈ। ਕਥਾ ਕੀਰਤਨ ਦਾ ਭੋਜਨ ਛਕਾਉਂਦੇ ਨੇ ਉਪਦੇਸ਼ ਦਾ। ਜੈਸੇ ਕਿਰਖ ਹੈ ਬਰਸ ਮੇਘ। ਜਿਸ ਪ੍ਰਕਾਰ ਸੁੱਕੀ ਹੋਈ ਕਿਰਖ ਹੈ ਨਾਮ ਖੇਤੀ ਦਾ, ਖੇਤੀ ਕਮਲਾ ਜਾਵੇ। ਮੇਘ ਬਿਨਾ ਜਿਉਂ ਖੇਤੀ ਜਾਏ। ਮੇਘ ਬੱਦਲਾਂ ਦੇ ਬਰਸਣ ਕਰਕੇ ਕੀ ਹੁੰਦਾ ਹੈ, ਉਹ ਸਬਜ਼ ਭਾਵ ਹਰੀ ਭਰੀ ਹੋ ਜਾਂਦੀ ਹੈ। ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਜੀ ਜੰਤ ਸੁਖੀ ਹੋ ਜਾਂਦੇ ਨੇ। ਇਸ ਕਰਕੇ ਜਦੋਂ ਮੇਘ ਬਰਸਦਾ ਹੈ, ਧਰਨ ਸਬੰਨੀ ਖੜ ਰਤਨ ਜੁੜਾਵੀ, ਹਰ ਪ੍ਰੇਮ ਪੁਰਖ ਮਨ ਬੂਠਾ, ਸਭੇ ਕਾਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਉਹ ਜਿਵੇਂ ਧਰਤੀ ਆ ਜਿਹੜੀ, ਉਹਦੇ 'ਚ ਘਾਹ ਹੀ ਜੰਮੇ ਭਾਵੇਂ ਹਰਿਆਵਲਾਂ ਆ ਜਾਂਦੇ ਹਨ ਧਰਤੀ ਤੇ, ਇਸੇ ਤਰ੍ਹਾਂ ਜਗਿਆਸੂ ਦੇ ਹਿਰਦੇ ਰੂਪੀ ਜਿਹੜੀ ਧਰਤੀ ਹੈ, ਸ਼ੁਭ ਗੁਣਾਂ ਦੀ, ਸ਼ੁਭ ਗੁਣ ਵਿੱਚੋਂ ਖਤਮ ਹੋ ਜਾਣੇ, ਕੁਮਲਾ ਜਾਣੇ, ਜਾਂ ਸ਼ੁਭ ਗੁਣ ਕਮਜ਼ੋਰ ਹੋ ਜਾਣੇ, ਕਾਮ ਕ੍ਰੋਧ ਇਹਨਾਂ ਦੀ ਬਹੁਲਤਾ ਹੋ ਜਾਣੀ, ਇਹਨਾਂ ਦੀ ਔੜ ਲੱਗ ਜਾਣੀ। ਉਹ ਖੇਤੀ ਰੂਪ ਤੇ ਗੁਰ ਉਪਦੇਸ਼ ਰੂਪੀ ਬੱਦਲਾਂ ਦੁਆਰਾ ਜਗਿਆਸੂਆਂ ਦੀ ਬੁੱਧ ਰੂਪੀ ਧਰਤੀ ਦੇ ਵਿੱਚ ਸ਼ੁਭ ਗੁਣਾਂ ਦੀ ਕਮਲਾਈ ਹੋਈ ਖੇਤੀ, ਉਹ ਬੱਦਲਾਂ ਗੁਰੂ ਰੂਪ ਬੱਦਲ ਦੁਆਰਾ ਨਾਮ ਰੂਪੀ ਵਰਖਾ ਕਰਦੇ। ਹਰਿਆਵਲਾਂ ਦੇ ਸੈਲ ਸ਼ੁਭ ਗੁਣ ਉਸੇ ਤਰ੍ਹਾਂ ਪ੍ਰਫੁੱਲਤ ਹੋ ਜਾਂਦੇ ਹਨ। ਜੈਸੇ ਪਾਲਨ ਸਰਨ ਸਿੰਘ। ਜੈਸੇ ਜਿਸ ਪ੍ਰਕਾਰ ਸਿੰਘ ਸੂਰਮਾ, ਸਿੰਘ ਮਰਦ, ਜਿਹੜਾ ਮਰਦ ਪੁਰਖ ਹੈ ਨਾ, ਸ਼ਰਨ ਓਟ ਵਿੱਚ ਆਇਆਂ ਦੀ ਪਾਲਣਾ ਰੱਖਿਆ ਕਰਦਾ ਹੈ। ਤੇ ਇਸ ਕਰਕੇ ਇਸੇ ਪ੍ਰਕਾਰ ਜਿਹੜਾ ਇਹਨਾਂ ਸਾਧ ਸੰਗਤ ਜੀ, ਮਹਾਰਾਜ ਸਾਹਿਬ ਨੇ ਆਪਣੇ ਖਾਲਸੇ ਨੂੰ ਜਦੋਂ ਅੰਮ੍ਰਿਤਧਾਰੀ ਸਿੱਖ ਕੌਮ ਨੂੰ ਅੰਮ੍ਰਿਤਧਾਰੀ ਸਿੰਘਾਂ ਦੀ, ਬੱਬਰ ਸ਼ੇਰਾਂ ਦੀ ਕੌਮ ਬਣਾਇਆ, ਉਦੋਂ ਇੱਕ ਹਦਾਇਤ ਕਰ ਦਿੱਤੀ ਕਿ ਅਰਧ ਨਾਮ ਸਿੰਘਨ ਨਹੀਂ ਲੈਣਾ। ਅੱਧਾ ਨਾਮ ਨਹੀਂ ਲੈਣਾ ਕਿਸੇ ਦਾ। ਅੱਜ ਮੈਂ ਅੱਧੇ ਦੇ ਨਾਮ ਰਿੰਕੂ ਟਿੰਕੂ ਪਤਾ ਨਹੀਂ ਕੀ ਕਹੀ ਜਾਂਦੇ ਆ, ਕਿ ਅੱਧਾ ਨਾਮ ਨਹੀਂ ਕਿਸੇ ਦਾ ਲੈਣਾ। ਇਹ ਤੁਸੀਂ ਵੀ ਧਿਆਨ ਰੱਖਿਓ, ਜਿਹੜੇ ਕਈ ਵਾਰੀ ਤੁਸੀਂ ਵੀ ਵਿੱਚ ਨਾ ਅੱਧੇ ਦੇ ਨਾਂ ਰੱਖ ਲੈਣੇ ਅੰਮ੍ਰਿਤਧਾਰੀਆਂ ਦੇ, ਇਹ ਯੋਗ ਨਹੀਂ ਹੈ ਗੁਰੂ ਸਾਹਿਬ ਦੀ। ਇਹਦੇ ਤੇ ਹੁਣ ਨਾਮ ਸਿੰਘ ਦਾ ਪੂਰਾ ਤੇ ਉਹਦਾ ਨੇ ਅੱਧਾ ਕ ਨਾਂ ਲੈ ਲੈਣਾ, ਮਾਰ ਦੀ ਕਰੋਪੀ ਆ ਇਹਦੇ ਚ। ਤੇ ਗੁਰੂ ਸਾਹਿਬ ਨੇ ਕਿਹਾ ਵੀ ਸਿੰਘ ਸ਼ਬਦ ਨਾਲ ਲੱਗਣਾ ਚਾਹੀਦਾ ਹੈ। ਕਿਉਂ? ਪਹਿਲੀ ਗੱਲ ਵੀ ਇੱਕ ਤਾਂ ਸਿੰਘ ਨਾਮ ਸੂਰਮੇ ਦਾ ਹੈ, ਸ਼ੇਰ ਦਾ ਹੈ, ਮੈਂ ਬੱਬਰ ਸ਼ੇਰਾਂ ਦੀ ਕੌਮ ਬਣਾਈ ਹੈ, ਇਹ ਭਾਵਨਾ ਹੈ। ਦੂਸਰਾ ਇਹਦੇ ਚ ਇੱਕ ਬੜਾ ਗੂੜ ਰਹੱਸ ਹੈ। ਸਿੰਘ ਨਾਮ ਸੰਸਕ੍ਰਿਤ ਦੇ ਵਿੱਚ ਬ੍ਰਹਮ ਦਾ ਹੈ, ਸੁੱਧ ਬ੍ਰਹਮ ਦਾ ਨਾਮ ਸਿੰਘ ਹੈ। ਜਿਵੇਂ ਅਜਾ ਮਲ ਨੂੰ ਮਹਾਰਾਜ ਸਾਹਿਬ ਜੀ ਨੇ ਕਿਰਪਾ ਜਦੋਂ ਕੀਤੀ ਸੰਤ ਦੇ ਰੂਪ ਵਿੱਚ ਕਹਿ ਦਿੱਤਾ ਵੀ ਪੁੱਤਰ ਦਾ ਨਾਮ ਨਾਰਾਇਣ ਰੱਖੀ, ਤੇ ਗਣਕਾਂ ਨੂੰ ਕਿਹਾ ਤੋਤੇ ਨੂੰ ਨਾਮ ਜਪਾਈ। ਉਹ ਨਾਮ ਦੇ ਨਾਲ ਆਧਾਰ ਨਹੀਂ ਹੋ ਗਿਆ। ਫਿਰ ਤੋਤੇ ਨੂੰ ਜਪਾਉਂਦੀ ਗਣਕਾ ਤਰ ਗਈ, ਪੁੱਤਰ ਨੂੰ ਆਵਾਜ਼ਾਂ ਮਾਰਦਾ ਅਜਾਮਲ ਤਰ ਗਿਆ। ਮਹਾਰਾਜ ਕਹਿੰਦੇ ਵੀ ਜਦੋਂ ਵੀ ਬਾਰ-ਬਾਰ ਸਿੰਘ ਨੂੰ ਬੁਲਾਊਗਾ ਨਾ, ਪਿੱਛੇ ਸਿੰਘ ਸ਼ਬਦ ਲੱਗੂ, ਉਹ ਬ੍ਰਹਮ ਦਾ ਚਿੰਤਨ ਕਰਨਗੇ ਹਰ ਵੇਲੇ। ਬ੍ਰਹਮ ਦਾ ਚਿੰਤਨ ਹੈ, ਸਿੰਘ ਸੁੱਧ ਬ੍ਰਹਮ ਦਾ ਨਾਮ ਹੈ, ਤਾਂ ਕਿ ਰੱਬ ਦਾ ਨਾਮ ਲਿਆ ਜਾਏ। ਦੁਨਿਆਵੀ ਕੰਮ ਕਰਦੇ ਹੋਏ ਇੱਕ ਦੂਜੇ ਨੂੰ ਬੁਲਾਉਣ ਵੇਲੇ ਵੀ ਰੱਬ ਦਾ ਨਾਮ ਲਿਆ ਜਾਏ। ਹੁਣ ਇੱਥੇ ਹੈ ਜੈਸੇ ਪਾਲਨ ਸਰਨ ਸਿੰਘ, ਸੂਰਮਾ ਮਰਦ ਆਪਣੀ ਸ਼ਰਨ ਆਏ ਦੀ ਲਾਜ ਰੱਖਦਾ ਹੈ। ਤੇ ਜਿਸ ਤਰ੍ਹਾਂ ਬੜੇ ਸਾਧ ਸੰਜੀ ਇਹਦੇ ਵਿੱਚ ਚਲੋ ਅੰਤਰੀ ਭਾਵ ਪਹਿਲਾਂ ਆਪਾਂ ਕਹਿ ਲਈਏ, ਸਿੰਘ ਭਾਵ ਸੁੱਧ ਬ੍ਰਹਮ ਦੀ ਓਟ ਵਿੱਚ ਆਇਆ ਹੋਇਆ ਵਿਕਾਰਾਂ ਤੋਂ ਬਚਾਉਣ ਰੂਪ ਸਹਾਇਤਾ ਮਿਲਦੀ ਹੈ। ਜੋ ਸਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ। ਹੁਣ ਭਾਈ ਤਾਰੂ ਸਿੰਘ ਜੀ ਦੀ ਗੱਲ ਬਾਰ-ਬਾਰ ਆਉਂਦੀ ਹੈ। ਤੇ ਜਿਸ ਵੇਲੇ ਖਾਲਸੇ ਨੇ ਨਾ ਘਰ ਰਿਹਾ ਨਾ ਬਾਹਰ ਰਿਹਾ, ਜੰਗਲਾਂ ਦੇ ਵਿੱਚ ਵਕਤ ਕੱਟਿਆ, ਬੜਾ ਲੰਮਾ ਸਮਾਂ, ਬਹੁਤ ਭਿਆਨਕ ਵਕਤ ਸੀ। ਪਰ ਸਿੱਖੀ ਕਿੱਡੀ ਪੱਕੀ ਸੀ। ਰਹਿਣ ਦੇ ਲਈ ਮਕਾਨ ਨਹੀਂ, ਖਾਣ ਦੇ ਲਈ ਕੋਈ ਪ੍ਰਬੰਧ ਨਹੀਂ, ਵੀ ਰਾਸ਼ਨ ਜਮ੍ਹਾਂ ਹੋਵੇ। ਜੰਗਲਾਂ ਦੇ ਵਿੱਚ ਰਹਿੰਦੇ ਆ, ਫਲ ਫੁੱਲ ਖਾ ਕੇ ਗੁਜ਼ਾਰਾ ਕਰ ਲੈਂਦੇ ਆ। ਤੇ ਭਾਈ ਤਾਰੂ ਸਿੰਘ ਜੀ ਨੂੰ ਪਤਾ ਲੱਗਿਆ ਵੀ 7 ਦਿਨਾਂ ਦੇ ਭੁੱਖੇ
ਸਿੰਘ ਸਾਧ ਜੀ ਇਕੱਠੇ ਹੋਏ ਸੀ। ਉਹਨਾਂ ਨੇ ਘਰ ਦੇ ਵਿੱਚ ਹੀ ਆਪਣੀ ਚੁਰ ਲਾਈ ਹੋਈ ਸੀ। ਲੋਹ ਲੰਗਰ ਘਰ ਦੇ ਵਿੱਚ ਹੀ ਲੋਹ ਤਪਾਈ। ਉਹਨਾਂ ਦੀ ਭੈਣ ਤੇ ਮਾਤਾ ਲੰਗਰ ਤਿਆਰ ਕੀਤਾ, ਟੋਕਰਾ ਭਰਿਆ ਜੈਸਾ ਵੀ ਸੀ। ਉਹ ਲੈ ਕੇ ਸਾਧ ਸਿੰਘ ਜੀ ਦਾਲ ਸਬਜ਼ੀ ਟੋਕਰਾ ਭਰ ਕੇ ਜੰਗਲ ਦੇ ਵਿੱਚ ਚਲੇ ਗਏ। ਸਿੰਘਾਂ ਨੂੰ ਫਤਿਹ ਬੁਲਾਈ। ਸਿੰਘਾਂ ਨੇ ਬਹੁਤ ਸਤਿਕਾਰ ਕੀਤਾ। ਭਾਈ ਸਾਹਿਬ ਜੀ ਆਓ, ਦਰਸ਼ਨ ਹੋਏ, ਟੋਕਰਾ ਰੱਖ ਦਿੱਤਾ, ਅਰਦਾਸ ਲੰਗਰ ਵਰਤਾਉਣ ਦੀ ਕਰ ਦਿੱਤੀ। ਪ੍ਰਸ਼ਾਦੇ ਹੱਥਾਂ ਦੇ ਉੱਤੇ ਆ ਗਏ। ਜਥੇਦਾਰ ਸਾਹਿਬ ਜੱਜਮੈਂਟ ਕਰੀ ਜਾਂਦੇ ਨੇ, ਕਹਿੰਦੇ ਭਾਈ ਸਾਹਿਬ, ਭਾਈ ਤਾਰੂ ਸਿੰਘ ਜੀ ਚਿਹਰਾ ਉਤਰਿਆ ਹੋਇਆ, ਸਰੀਰ ਸਵਸਥ ਹੈ? ਕਹਿੰਦੇ ਹਾਂ ਮਹਾਰਾਜ ਦੀ ਕਿਰਪਾ ਸਰੀਰ ਠੀਕ ਹੈ। ਕਿ ਸਾਡੀ ਮਾਤਾ ਜਿਹੜੀ ਸਾਡੀ ਜਨਮ ਦੇਣ ਵਾਲੀ ਮਾਤਾ ਦੀ ਤਰ੍ਹਾਂ ਰੋਟੀਆਂ ਪਕਾ ਕੇ ਭੇਜਦੀ ਹੈ, ਸਾਡੀ ਮਾਤਾ ਉਹ ਠੀਕ ਹੈ? ਕਹਿੰਦੇ ਉਹ ਵੀ ਠੀਕ। ਸਾਡੀ ਭੈਣ ਕਹਿੰਦੇ ਉਹ ਵੀ ਠੀਕ ਹੈ। ਹਾਲ ਤੱਕ ਤਾਂ ਗੁਰੂ ਦੀ ਕਿਰਪਾ ਹੈ, ਅੱਗੇ ਜੋ ਪਰਮੇਸ਼ਰ ਜਾਣੇ। ਕਹਿੰਦੇ ਫਿਰ ਚਿਹਰਾ ਕਿਉਂ ਉਤਰਿਆ? ਕਹਿੰਦੇ ਜੀ ਵੈਸੇ। ਕਹਿੰਦੇ ਨਹੀਂ ਤਾਰੂ ਸਿੰਘ ਜੀ ਦੱਸਣਾ। ਕਹਿੰਦੇ ਜੀ ਤੁਸੀਂ ਪ੍ਰਸ਼ਾਦਾ ਛਕ ਲਓ ਫਿਰ ਦੱਸ। ਕਹਿੰਦੇ ਪ੍ਰਸ਼ਾਦਾ ਨਹੀਂ ਛਕਣਾ ਵੀ ਸਿੰਘੋ ਉਹਨਾਂ ਚਿਰ ਕਿਸੇ ਨੇ, ਪਹਿਲਾਂ ਆਪਣੇ ਭਰਾ ਦਾ ਦੁੱਖ ਵੰਡਾਉਣਾ। 7 ਦਿਨਾਂ ਦੇ ਭੁੱਖਿਆਂ ਨੂੰ ਰੋਟੀ ਮਿਲੀ ਹੈ, ਹੱਥਾਂ ਤੇ ਰੋਟੀਆਂ ਨੂੰ ਬੁਰਕੀ ਨਹੀਂ ਤੋੜ ਕੇ ਖਾਧੀ। ਆ ਸਾਡਾ ਕੀ ਹਾਲ ਹੋ ਜਾਂਦਾ, ਇੱਕ ਡੰਗ ਰੋਟੀ ਲੇਟ ਹੋ ਜਾਵੇ। ਭਾਈ ਸਾਹਿਬ ਦੇ ਅੱਖਾਂ 'ਚ ਪਾਣੀ ਭਰਿਆ। ਭਾਈ ਸਾਹਿਬ ਇਹਦਾ ਮਤਲਬ ਕੋਈ ਮਸਲਾ ਤਾਂ ਬਹੁਤ ਗਹਿਰਾ। ਕਹਿੰਦੇ ਹਾਂ, ਅੱਜ ਹਿੰਦੁਸਤਾਨ ਦੀ ਇੱਜ਼ਤ ਗਿਲਜੇ ਫੜੀ ਜਾ ਰਹੇ ਨੇ। ਬੈਣ ਪਾਉਂਦੀਆਂ ਬੀਬੀਆਂ ਜਾਂਦੀਆਂ, ਕੁਝ ਵਿਆਹੀਆਂ ਕੁਝ ਅਣਵਿਆਹੀਆਂ, ਰੱਸਿਆਂ ਨਾਲ ਨੈੜੀਆਂ ਹੋਈਆਂ ਨੇ। ਇਹਨਾਂ ਨੇ ਲਿਜਾ ਕੇ ਗਜਨੀ ਦੇ ਟਕੇ ਟਕੇ ਨੂੰ ਵੇਚਣੀ ਹੈ। ਕਿਸੇ ਰਾਜੇ ਨੇ ਤੇ ਕਿਸੇ ਨੇ ਉਹਨਾਂ ਦੀ ਸਹਾਇਤਾ ਨਹੀਂ ਪਈ। ਬੜੀਆਂ ਪੁਕਾਰਾਂ ਕੀਤੀਆਂ ਨੇ, ਸਾਰਿਆਂ ਦੀ ਜ਼ਮੀਰ ਮਰ ਗਈ। ਹਿੰਦੁਸਤਾਨ ਦੇ ਰਾਜੇ ਜਿਹੜੇ ਦਿੱਲੀ ਦੇ ਤਖਤ ਦੇ ਅਧੀਨ ਹਿੰਦੂ ਰਾਜੇ, ਰਾਜਪੂਤ ਰਾਜੇ ਸਭ ਗਏ ਆਏ। ਜਥੇਦਾਰ ਉੱਠਿਆ, ਉੱਠ ਕੇ ਕਹਿਣ ਲੱਗਿਆ ਵੀ ਸਿੰਘੋ ਜਿੰਨੀ ਦੇਰ ਤੱਕ ਆਪਾਂ ਉਹਨਾਂ ਦੀ ਇੱਜ਼ਤ ਨਹੀਂ ਬਚਾ ਲੈਂਦੇ, ਰੋਟੀ ਨਹੀਂ ਖਾਣੀ ਹੈ, ਪ੍ਰਸ਼ਾਦਾ ਨਹੀਂ ਛਕਣਾ, ਟੋਕਰੇ 'ਚ ਰੱਖ ਦਿਓ। ਮੁੜ ਮੁੜ ਕੇ 7 ਦਿਨਾਂ ਦੇ ਭੁੱਖਿਆਂ ਨੂੰ ਰੋਟੀ ਹੱਥਾਂ ਤੇ ਆਈ, ਬੁਰਕੀ ਤੋੜ ਕੇ ਨਹੀਂ ਪਾਈ ਮੂੰਹ 'ਚ। ਇਹਨੂੰ ਕਹਿੰਦੇ ਨੇ ਧਰਮ। ਟੋਕਰਿਆਂ 'ਚ ਰੱਖ ਦਿੱਤੀਆਂ। ਘੋੜਿਆਂ ਤੇ ਸਵਾਰ ਹੋ ਗਏ। ਜਥੇਦਾਰ ਸਾਹਿਬ ਮੂਰੇ ਕਹਿੰਦੇ ਭਾਈ ਤਾਰੂ ਸਿੰਘ ਜੀ ਜੇ ਤਾਂ ਜਿਉਂਦੇ ਰਹਿ ਗਏ ਲੰਗਰ ਛਕਾਂਗੇ, ਜੇ ਸ਼ਹੀਦੀਆਂ ਪਾ ਗਏ ਤਾਂ ਸਾਡੀ ਅਰਦਾਸ ਕਰਦੀ ਕਿ ਮਹਾਰਾਜ ਤੁਹਾਡੇ ਲੰਗਰ ਦੀ ਬੇਅਦਬੀ ਹੋ ਗਈ, ਪਰ ਤੁਹਾਡੀ ਭਾਵਨਾ ਨੇ, ਤੁਹਾਡੇ ਦਿੱਤੇ ਹੋਏ ਧਰਮ ਨੇ ਐਸਾ ਕਰਨ ਨਹੀਂ ਦਿੱਤਾ। ਇਸ ਕਰਕੇ ਮਹਾਰਾਜ ਲੰਗਰ ਦੀ ਬੇਅਦਬੀ ਦੀ ਭੁੱਲ ਖਾਲਸੇ ਦੀ ਮਾਫ ਕਰ ਦੇਣੀ, ਕਿਉਂਕਿ ਬਸੰਤ ਦੀ ਵਾਰ ਵਿਚਾਲੇ ਛੱਡ ਦਿੱਤੀ ਸੀ। ਇਸ ਕਰਕੇ ਮਹਾਰਾਜ ਕਿਰਪਾ ਕਰਨੀ, ਇਹ ਅਰਦਾਸ ਕਰਦੀ। ਨਹੀਂ ਫਿਰ ਜੇ ਜਿਉਂਦੇ ਰਹੇ ਤਾਂ ਛਕਾਂਗੇ। ਆ ਕੇ ਤੂੰ ਇੱਥੇ ਬੈਠ। ਬੱਲੋ ਦੇ ਹੈੜ ਤੇ ਆ ਕੇ ਘੇਰ ਲੈ ਗਲਜੇ। 18,000 ਲੜਕੀ ਦੀ ਗਿਣਤੀ ਹੈ। ਸਾਰੀਆਂ ਛਡਾਈਆਂ। ਫਿਰ ਪ੍ਰਸ਼ਾਦਾ ਛਕਿਆ, ਬੀਬੀਆਂ ਨੂੰ ਛਕਾਇਆ ਤੇ ਦੁਬਾਰੇ ਫਿਰ ਲੰਗਰ ਤਿਆਰ ਹੋਏ। ਪਤਾ ਨਹੀਂ ਕਿਸ ਤਰ੍ਹਾਂ ਕੀ ਕਿ ਵਾਹਿਗੁਰੂ ਜਾਣੇ ਵੀ ਕਿਸ ਤਰ੍ਹਾਂ ਦਾ ਵਾਤਾਵਰਨ ਸੀ। ਉਹਨਾਂ ਬੀਬੀਆਂ ਦੇ ਨਾਂ ਲਿਖੇ ਗਏ। ਚੰਬੇ ਵਾਲੇ ਰਾਜੇ ਦੀ ਲੜਕੀ ਸਭ ਤੋਂ ਸੁੰਦਰ, ਬਾਬਾ ਦੀਪ ਸਿੰਘ ਜੀ ਨੂੰ ਤੁਸੀਂ ਛੱਡਣ ਜਾਓਗੇ, ਸਤਵਚਨ ਜੀ। ਤੇ ਉਹ ਬੀਬੀਆਂ ਕਹਿਣਗੇ ਅਸੀਂ ਤਾਂ ਨਹੀਂ ਕਰ ਜਾਂਦੀਆਂ ਹੁਣ। ਅਖੇ ਕਿਉਂ? ਕਹਿੰਦੇ ਜਿਹਨੇ ਸਾਡੀ ਇੱਜ਼ਤ ਨਹੀਂ ਬਚਾਈ, ਕਾਹਦੇ ਮਾਂ-ਬਾਪ ਨੇ, ਕਾਹਦੇ ਭੈਣ ਭਰਾ ਨੇ, ਕਾਹਦੇ ਉਹ ਰਾਜੇ ਨੇ। ਮੈਂ ਰਾਜੇ ਦੀ ਧੀ ਆ, ਮੈਂ ਨਹੀਂ ਜਾਣਾ ਹੁਣ। ਇੱਥੇ ਰਹੂੰ ਜੰਗਲਾਂ ਵਿੱਚ, ਤੁਸੀਂ ਸਾਡੇ ਨਾਲ ਵਿਆਹ ਕਰਾ ਲਓ, ਤੁਹਾਡੀਆਂ ਪਤਨੀਆਂ ਬਣ ਕੇ ਰਹਾਂਗੀਆਂ। ਜਥੇਦਾਰ ਸਾਹਿਬ ਕਹਿੰਦਾ ਵਾਹਿਗੁਰੂ ਵਾਹਿਗੁਰੂ। ਬੀਬੀ ਕੀ ਕਹਿ ਦਿੱਤਾ ਇਹ? ਜਿੱਦਣ ਕੋਈ ਆਪਣੀਆਂ ਧੀਆਂ ਦੇ ਨਾਲ ਤੇ ਭੈਣਾਂ ਨਾਲ ਵਿਆਹ ਕਰਾਉਣ ਲੱਗਿਆ, ਧਰਤੀ ਗਰਕ ਹੋ ਜਾਏਗੀ। ਤੁਹਾਡੀ ਸਹਾਇਤਾ ਦਾ ਮਤਲਬ ਇਹ ਨਹੀਂ ਹੈ ਤੁਸੀਂ ਸਾਡੀਆਂ ਧੀਆਂ ਤੇ ਭੈਣਾਂ। ਤੇ ਕਹਿਣ ਲੱਗਿਆ ਚਲੋ ਇਹੀ ਸਹੀ, ਆਪਣੀਆਂ ਭੈਣਾਂ ਬਣਾ ਕੇ ਨਾ ਰੱਖ ਲਓ, ਅਸੀਂ ਸ਼ਸਤਰ ਸਿਖਾਓ ਸਾਨੂੰ, ਜੰਗ ਅਸੀਂ ਵੀ ਕਰਿਆ ਕਰਾਂਗੀਆਂ। ਜਥੇਦਾਰ ਸਾਹਿਬ ਹੱਸ ਕੇ ਕਹਿੰਦੇ ਭੈਣੋ ਜਦੋਂ ਵੀਰ ਸ਼ਹੀਦੀਆਂ ਪਾ ਗਏ ਉਦੋਂ ਤੁਸੀਂ ਸ਼ਸਤਰ ਚੱਕ ਲਿਓ, ਅਜੇ ਤੁਹਾਡੇ ਵੀਰ ਜੀ ਆਉਂਦੇ ਨੇ, ਅਸੀਂ ਹੈਗੇ ਇਹਨਾਂ ਜੋਗੇ। ਇਹ ਕਿਉਂ ਕੀਤਾ? ਆਵਾਜ਼ ਦਿੱਤੀ ਹੈ ਵੀ ਉਹਨਾਂ ਦਾ ਕੋਈ ਰੱਖਿਅਕ ਨਹੀਂ, ਖਾਲਸਾ ਜੀ ਤੁਹਾਡੀ ਸ਼ਰਨ ਵਿੱਚ ਹੁਣ। ਉਹ ਭਾਈ ਤਾਰੂ ਸਿੰਘ ਨੇ ਇੱਕ ਵਾਰੀ 18,000, ਇੱਕ ਵਾਰੀ 22,000, ਇੱਕ ਵਾਰ 30,000, 70,000 ਬੀਬੀਆਂ ਜਿਹੜੀਆਂ ਨਾ ਇਹਨਾਂ ਜ਼ਾਲਮਾਂ ਤੋਂ ਛਡਾਈਆਂ ਨੇ ਖਾਲਸੇ ਨੇ। ਅਰ ਘਰ-ਬਾਰ ਕੋਈ ਵੀ ਨਹੀਂ ਸੀ। ਕਿਉਂ? ਜੈਸੇ ਪਾਲਨ ਸਰਨ ਸਿੰਘ। ਉਹ ਸਿੰਘ ਆਪਣੇ ਸ਼ਰਨਾਂ ਦੀ ਸਰ ਰੱਖਦਾ ਹੈ। ਇਹਦਾ ਅੰਤਰੀ ਭਾਵ ਦੇ ਵਿੱਚ ਇਸ ਤਰ੍ਹਾਂ
ਸੁਧ ਬ੍ਰਹਮ ਆਪਣੇ ਸ਼ਰਨ ਵਿੱਚ ਆਇਆਂ ਦੀ ਸਹਾਇਤਾ ਕਰਦਾ ਹੈ। ਇਸੇ ਪ੍ਰਕਾਰ ਫਿਰ ਪਰਮਾਤਮਾ ਜਿਵੇਂ ਸੂਰਮਾ ਸਹਾਇਤਾ ਕਰਦਾ ਹੈ, ਭਾਈ ਪਰਮਾਤਮਾ ਵੀ ਸਹਾਇਤਾ ਕਰਦਾ ਹੈ। ਗਰੁੜ ਮੁਖ ਨਹੀਂ ਸਰਪ ਤਰਾਸ, ਜਿਵੇਂ ਮੁਖ ਦੇ ਵਿੱਚ ਗਾਰੜੂ ਮੰਤਰ ਹੋਵੇ, ਸੱਪ ਭਾਵੇਂ ਸਾਹਮਣੇ ਡੰਗ ਮਾਰੀ ਜਾਣ, ਗਾਰੜੂ ਮੰਤਰ ਸਿੱਧ ਕੀਤਾ ਹੋਵੇ, ਉਹਦਾ ਡਰ ਹੀ ਨਹੀਂ ਹੁੰਦਾ, ਜ਼ਹਿਰ ਹੀ ਨਹੀਂ ਚੜ੍ਹਦੀ। ਇਸ ਕਰਕੇ ਸੱਪਾਂ ਦੇ ਡਸਣੇ ਕਰਕੇ ਜ਼ਹਿਰ ਨਹੀਂ ਚੜ੍ਹਦੀ, ਕਿਉਂਕਿ ਮੁਖ ਦੇ ਵਿੱਚ ਗਾਰੜੂ ਮੰਤਰ ਹੈ। ਗੁਰਮੁਖ ਕੋਈ ਗਾਰੜੂ ਕਿਹਾ ਹੈ। ਇਸੇ ਪ੍ਰਕਾਰ ਗਾਰੜ ਮੁਖ ਨਹੀਂ ਸਰਪ ਤਰਾਸ, ਅੰਤਿਸ਼ਕਰਨ ਰੂਪੀ ਮੁਖ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਗਾਰੜ ਮੰਤਰ ਹੋਵੇ, ਮੂਲ ਮੰਤਰ ਗੁਰਮੰਤਰ, ਉਹਨੂੰ ਕਾਮ ਦੀ, ਕ੍ਰੋਧ ਦੀ, ਲੋਭ ਮੋਹ ਹੰਕਾਰ ਦੀ, ਇਹ ਸੱਪਾਂ ਦੀ ਵਿਉਹ ਹੀ ਨਹੀਂ ਚੜ੍ਹਦੀ ਫਿਰ, ਕਿਉਂਕਿ ਇਹਦੀ ਵਿਕਾਰਾਂ ਰੂਪੀ ਸੱਪਾਂ ਨੇ ਡਸਣੇ ਕਰਕੇ ਵਿਸ਼ਿਆਂ ਰੂਪੀ ਜ਼ਹਿਰ ਨਹੀਂ ਚੜ੍ਹਦੀ ਉਹਨੂੰ, ਉਹ ਮੁਕਤ ਰੂਪ ਹੋ ਜਾਂਦੇ ਨੇ। ਅੱਗੇ ਹੁਣ ਦੱਸਦੇ ਨੇ ਹੋਰ ਪ੍ਰਮਾਣ। ਸੂਆ ਪਿੰਜਰ ਨਹੀਂ ਖਾਏ ਬਿਲਾਸ, ਜਿਸ ਪ੍ਰਕਾਰ ਸੂਆ ਤੋਤਾ ਪਿੰਜਰੇ ਦੇ ਵਿੱਚ ਹੋਵੇ, ਉਹਨੂੰ ਬਿਲਾਸ ਨਾਮ ਹੈ ਬਿੱਲੇ ਦਾ, ਬਿੱਲਾ ਨਹੀਂ ਖਾਏ ਖਾ ਸਕਦਾ, ਭਾਵ ਬਿਲ ਆਸ, ਤੇ ਵਿਲ ਵਿਲਾ ਆਸ ਮੂੰਹ, ਆਸ ਨਾ ਮੂੰਹ ਦਾ ਹੁੰਦਾ ਹੈ, ਤੇ ਆਸ ਮੂੰਹ ਕਰਕੇ ਤੋਤੇ ਦੇ ਪਿੰਜਰੇ ਵੱਲ ਬੈਠ ਜਾਵੇ ਭਾਵੇਂ, ਜਿਹੜਾ ਹੁਣ ਉਹਦਾ ਖੁਰਾਕ ਹੈ, ਜਾਨਵਰਾਂ ਨੂੰ ਖਾਂਦਾ ਹੈ, ਭਾਵ ਫਿਰ ਉਹਦਾ ਕੁਝ ਨਹੀਂ ਵਿਗਾੜ ਸਕਦਾ, ਪਿੰਜਰੇ ਵਿੱਚ ਹੈ। ਬਿੱਲੇ ਦੇ ਅੰਦਰ ਭਾਵੇਂ ਆਸ ਹੋਵੇ ਮੈਂ ਤੋਤੇ ਨੂੰ ਖਾ ਜਾਵਾਂ, ਪਰ ਖਾ ਨਹੀਂ ਸਕਦਾ ਉਹ, ਕਿਉਂਕਿ ਤੋਤਾ ਪਿੰਜਰੇ 'ਚ ਹੈ। ਇਹ ਦਿੱਤਾ ਮਹਾਰਾਜ ਨੇ ਪ੍ਰਮਾਣ। ਇਹਦਾ ਭਾਵ ਕੀ ਹੈ? ਹੇ ਜੀ, ਜੇ ਤੂੰ ਇਸੇ ਤਰ੍ਹਾਂ ਇਹੀ ਸਿੱਖਿਆ ਲੈ ਲਵੇਂ, ਜੀਵ ਰੂਪੀ ਤੋਤਾ ਸਤਸੰਗਤ ਰੂਪੀ ਪਿੰਜਰੇ ਦੇ ਵਿੱਚ, ਨਾਮ ਰੂਪੀ ਪਿੰਜਰੇ ਦੇ ਵਿੱਚ ਆ ਜਾਵੇ, ਸੰਗਤ ਦੀ ਓਟ ਵਿੱਚ ਆ ਜਾਵੇ, ਨਾਮ ਦੇ ਪਿੰਜਰੇ ਵਿੱਚ ਪਾ ਲਵੇ ਆਪਣੇ ਮਨ ਨੂੰ, ਤਾਂ ਉਸ ਨੂੰ ਕਾਲ ਰੂਪੀ ਜਮ ਰੂਪੀ ਬਿੱਲਾ ਖਾ ਨਹੀਂ ਸਕਦਾ। ਜਾਂ ਫਿਰ ਜਿਹੜਾ ਸਾਧ ਸੰਗ ਜੀ ਇਹ ਵੀ ਕਥਨ ਕੀਤਾ ਹੈ ਕਿ ਸੂਆ ਪਿੰਜਰ ਨਹੀਂ ਖਾਏ ਬਿਲਾਸ, ਭਾਵ ਕਾਲ ਰੂਪੀ ਬਿੱਲਾ ਉਹ ਜਿਹੜਾ ਉਹਨੂੰ ਖਾ ਨਹੀਂ ਸਕਦਾ, ਆਸ ਰੂਪੀ ਮੁਖ ਰਾਹੀਂ ਬੈਠਾ ਹੋਵੇ ਖਾ ਨਹੀਂ ਸਕਦਾ ਹੈ। ਤੇ ਇਹ ਇਸ ਤਰ੍ਹਾਂ ਹੈ ਜਿਵੇਂ ਜੰਗਲ ਦੇ ਵਿੱਚ ਅੱਗ ਲੱਗੀ ਹੋਵੇ, ਸ਼ੇਰ ਤੇ ਸ਼ੇਰਨੀ ਆਪਣੇ ਦੰਦਾਂ ਨਾਲ, ਜਿਹਦੇ ਨਾਲ ਜਾਨਵਰਾਂ ਦੀਆਂ ਹੱਡੀਆਂ ਵੀ ਚੱਬ ਜਾਂਦੇ ਨੇ, ਮਾਸ ਤਾਂ ਇੱਕ ਪਾਸੇ ਰਿਹਾ, ਉਹਨਾਂ ਦੰਦਾਂ ਨਾਲ ਛੋਟੇ ਛੋਟੇ ਬੱਚਿਆਂ ਨੂੰ ਅੱਗ ਦੇ ਸੇਕ ਤੋਂ ਚੱਕ ਕੇ ਲਿਜਾ ਕੇ ਦੂਰ ਠੰਡੀ ਜਗ੍ਹਾ ਵੀ ਸਾਡੇ ਬੱਚੇ ਨਾ ਸੜ ਜਾਣ। ਇਸੇ ਤਰ੍ਹਾਂ ਜੋ ਕਾਲ ਰੂਪੀ ਅਗਨੀ ਦਾ ਸਾੜਿਆ ਹੋਇਆ ਭਖਸ਼ਣ ਜਿਹੜੀ ਕਰ ਰਹੀ ਹੈ, ਸਾਰਿਆਂ ਨੂੰ ਭਖਸ਼ਣ ਕਰ ਰਿਹਾ ਕਾਲ, ਪਰ ਪਰਮੇਸ਼ਰ ਨੇ ਗੁਰਮੁਖ ਸੰਤਾਂ ਭਗਤਾਂ ਨੂੰ ਆਪਣੇ ਬਾਲਕ ਜਾਣ ਕੇ ਉਹਨਾਂ ਦੀ ਰੂਹ ਨੂੰ ਕਾਲ ਦੇ ਤਾਂ ਹੀ ਭਖਣ ਤੋਂ ਬਚਾ ਲਿਆ। ਕਾਲ ਰੂਪੀ ਅੱਗ ਦੇਹ ਰੂਪੀ, ਤੇ ਕਾਲ ਰੂਪੀ ਅੱਗ ਦੇਹ ਨੂੰ ਲੱਗ ਜਾਂਦੀ ਹੈ, ਪਰ ਉਹਨਾਂ ਦੀ ਰੂਹ ਪਰਮੇਸ਼ਰ ਦੀ ਜਿੱਥੇ ਜੰਮਣ ਮਰਨ ਦਾ ਭੈ ਨਹੀਂ, ਉਹਦੇ ਸਰੂਪ 'ਚ ਲਿਜਾ ਕੇ ਉੱਥੇ ਰੱਖ ਦਿੰਦੇ ਨੇ। ਇਸ ਕਰਕੇ ਇਹ ਪਿੰਜਰਾ ਹੈ, ਨਾਮ ਦੇ ਪਿੰਜਰੇ ਦਾ ਇਹ ਮਹੱਤਵ ਹੈ। ਤੋ ਇਸ ਪ੍ਰਕਾਰ ਹੁਣ ਅੱਗੇ ਦੱਸਦੇ ਨੇ ਜੇ ਜੈਸੋ ਆਂਡੋ ਹਿਰਦੇ ਮਾਹੇ, ਜਿਸ ਪ੍ਰਕਾਰ ਜਿਹੜੀ ਕੂੰਜ ਹੁੰਦੀ ਹੈ ਨਾ, ਊੜੇ ਉਡਾਵੇ ਸੈ ਕੋਸਾ ਤੇ ਪਾਸੇ ਵਚਰੇ ਸ਼ਰਿਆ, ਤੇ ਉਹ ਜਿਹੜੀ ਕੂੰਜ ਹੈ ਅੰਡਿਆਂ ਨੂੰ ਪਹਾੜੀ ਬਰਫਾਨੀ ਇਲਾਕੇ ਛੱਡ ਕੇ ਆ ਜਾਂਦੀ ਹੈ, ਕੱਤੇ ਦੇ ਮਹੀਨੇ ਆਉਂਦੀਆਂ ਨੇ ਇੱਧਰੋਂ ਕੂੰਜਾਂ, ਉਹ ਜਿਸ ਪ੍ਰਕਾਰ ਫਿਰ ਹਿਰਦੇ ਦੇ ਵਿੱਚ ਚੇਤੇ ਕਰਦੀ ਹੈ ਉਸ ਨੂੰ, ਹਿਰਦੇ ਮਾਹੇ, ਭਾਵ ਕੂੰਜ ਹਰ ਵਕਤ ਆਂਡਿਆਂ ਦਾ ਸਿਮਰਨ ਕਰਦੀ ਰਹਿੰਦੀ ਹੈ, ਤੇ ਜਿਹੜਾ ਆਂਡਾ ਉਹਦੇ ਸਿਮਰਨ ਤੋਂ ਬਾਹਰ ਚਲਿਆ ਜਾਵੇ ਗੰਦਾ ਹੋ ਜਾਂਦਾ ਹੈ, ਉਹ ਨਹੀਂ ਬਚ ਸਕਦਾ। ਉਹ ਬੱਚਿਆਂ ਦੀ ਸਹਾਇਤਾ ਧਿਆਨ ਦੁਆਰਾ ਸਿਮਰਨ ਦੁਆਰਾ ਹੀ ਕਰ ਦਿੰਦੀ ਹੈ, ਉਹ ਗਲਦੇ ਨਹੀਂ, ਸਗੋਂ ਫੁੱਟ ਕੇ ਉਹਦੇ ਚੋਂ ਬੱਚਾ ਪੈਦਾ ਹੋ ਕੇ ਫਿਰ ਡਾਰਾਂ ਬਣਾ ਕੇ ਸੰਸਕਾਰ ਉੱਥੇ ਲੈ ਆਉਂਦੇ ਜਿੱਥੇ ਉਹਨਾਂ ਦੇ ਮਾਂ ਪਿਓ ਨੂੰ ਮੈਦਾਨੀ ਇਲਾਕੇ 'ਚ, ਉੱਥੋਂ ਉੱਡ ਕੇ, ਕੋਈ ਚਿੱਠੀ ਤਾਂ ਨਹੀਂ ਰੱਖ ਕੇ ਆਏ, ਐਡਰੈਸ ਤਾਂ ਨਹੀਂ ਦੇ ਕੇ ਆਏ ਵੀ ਅਸੀਂ ਫਲਾਣੇ ਥਾਂ ਚੱਲੇ ਆਂ। ਜਾਨਵਰ ਜਿਹਨਾਂ ਨੂੰ ਜਾਨਵਰ ਕਹਿੰਦੇ ਆ, ਦੇਖੋ ਉਹ ਬੱਚੇ ਆਪਣੇ ਮਾਪਿਆਂ ਨੂੰ ਆ ਕੇ ਮਿਲ ਜਾਂਦੇ ਆ। ਤੋ ਇਸ ਕਰਕੇ ਤੇ ਇਹਦਾ ਜਿਹੜਾ ਜੈਸੋ ਆਂਡੋ ਹਿਰਦੇ ਮਾਹੇ, ਇਸੇ ਪ੍ਰਕਾਰ ਜਿਨ੍ਹਾਂ ਦੇ ਕੂੰਜ ਦੇ ਆਂਡੇ ਵਾਂਗੂ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਹੋਇਆ, ਮਨ ਮਹਿ ਸਿਮਰਨ ਕਰਿਆ, ਉਹਨਾਂ ਦੇ ਸ਼ੁਭ ਗੁਣਾ ਰੂਪੀ ਬੱਚੇ ਗਲਦੇ ਨਹੀਂ, ਸਗੋਂ ਹੋਰ ਪਰਪੱਕ ਹੋ ਜਾਂਦੇ ਨੇ। ਇਉਂ ਪਰਮੇਸ਼ਰ ਦਾ ਨਾਮ ਹਰ ਵਕਤ ਉਹਨਾਂ ਦੀ ਸਹਾਇਤਾ ਕਰਦਾ ਹੈ। ਅੱਗੇ ਹੋਰ ਪ੍ਰਮਾਣ ਦਿੰਦੇ ਹਨ, ਜੈਸੋ ਦਾਨੋ ਚੱਕੀ ਦਰਾਹੇ, ਤੇ ਜਿਸ ਪ੍ਰਕਾਰ
ਤੇ ਦਾਨੋਂ ਦਾਣਿਆਂ ਦੀ ਗੱਲ ਹੈ। ਜੈਸੋ ਦਾਨੋਂ ਦਾਣੇ ਚੱਕੀ ਦੇ ਦਰਾਹੇ ਦਰਵਾਜੇ ਭਾਵ ਚੱਕੀ ਦੇ ਮੂੰਹ ਵਿੱਚ ਕੀਲੀ ਦੇ ਨਾਲ ਲਾ ਕੇ ਪੀਸਣ ਤੋਂ ਬਚ ਜਾਂਦੇ ਨੇ। ਤੇ ਭਾਵ ਉਹਨਾਂ ਨੂੰ ਦਾਣਿਆਂ ਦੀ ਕੀਲੀ ਜਿਹੜੀ ਹੈ ਨਾ, ਉਹਨਾਂ ਦਾਣਿਆਂ ਦੀ ਕੀਲੀ ਸਹਾਇਤਾ ਕਰਦੀ ਹੈ। ਉਹ ਫਰਮਾਨ ਵੀ ਕੀਤਾ ਨਾ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬੈਠ, ਜੋ ਦਰ ਰਹੇ ਸੋ ਉਬਰੇ ਨਾਨਕ ਅਜ ਬਿਡਿਠ। ਇਹ ਅਚਰਜ ਬਾਤ ਹੈ। ਤੋ ਇਸ ਪ੍ਰਕਾਰ ਇਹ ਫਰਮਾਨ ਕੀਤਾ ਹੈ। ਕਹਿੰਦੇ ਇਹ ਅੰਤਰੀ ਭਾਵ ਦੇ ਵਿੱਚ ਦੱਸਦੇ ਹੈ। ਕਹਿੰਦੇ ਜਿਗਿਆਸੂ ਰੂਪ ਦਾਣੇ ਆ, ਜਿਵੇਂ ਉਹ ਚੱਕੀ ਦੇ ਵਿੱਚ ਦਾਣੇ ਪਾਏ ਆ, ਬਾਕੀ ਦਾ ਹੋ ਗਿਆ ਦਲੀਆ, ਜਿਹੜੇ ਕੀਲੀ ਦੇ ਆਸਰੇ ਹੋ ਗਏ ਉਹ ਸਾਬਤ ਰਹਿ ਗਏ। ਜਿਗਿਆਸੂ ਰੂਪ ਦਾਣੇ ਸਾਧ ਸੰਗਤ ਰੂਪੀ ਕੀਲੀ ਹੈ, ਇਹਦੇ ਨਾਲ ਲੱਗ ਜਾਣ ਜਾਂ ਗੁਰਾਂ ਦੇ ਚਰਨਾਂ ਦੇ ਨਾਲ, ਚਰਨਾਂ ਦੇ ਪਿਆਰ ਨਾਲ ਲੱਗ ਜਾਣ, ਗੁਰੂ ਨਾਨਕ ਦੇ ਚਰਨਾਂ ਦੇ, ਉਹ ਕਾਲ ਰੂਪੀ ਚੱਕੀ ਦੇ ਪੀਸਣ ਤੋਂ ਬਚ ਜਾਂਦੇ ਆ ਭਾਈ। ਨਰਕਾਂ ਦੀ ਚੱਕੀ ਜਿਹੜੀ ਚੱਲ ਰਹੀ ਹੈ ਉਹਦੇ ਪੀਸਣ ਤੋਂ ਬਚ ਜਾਂਦੇ ਆ। ਇਹ ਪ੍ਰਮਾਣ ਦਿੱਤਾ ਹੈ। ਬਹੁਤ ਉਪਮਾ ਥੋਰ ਕਹੀ। ਕਹਿੰਦੇ ਉਪਮਾ ਬਹੁਤ ਹੈ ਪਰ ਥੋੜੀ ਜੋ ਕਹੀ ਹੈ। ਅਤਿਅੰਤ ਉਪਮਾ ਹੈ ਪਰਮੇਸ਼ਰ ਦੀ। ਅਸੀਂ ਦ੍ਰਿਸ਼ਟਾਂਤਾਂ ਦੁਆਰਾ ਥੋੜੀ ਜੀ ਕਥਨ ਕੀਤੀ ਹੈ। ਹਰ ਆਗਮ ਆਗਮ ਅਗਾਧ ਤੁਹੀ। ਤੇ ਇਸ ਲਈ ਉਹ ਪਰਮੇਸ਼ਰ ਦੇ ਅੱਗੇ ਬੇਨਤੀ ਕਰੀਏ ਕਿ ਹਰ ਪਰਮੇਸ਼ਰ ਤੂੰ ਮਨ ਬਾਣੀ ਸਰੀਰ ਕਰਕੇ ਅਗਮ ਗਮਤਾ ਤੋਂ ਰਹਿਤ ਹੈ, ਸ਼ਾਸਤਰਾਂ ਕਰਕੇ ਵੀ ਅਗਮ ਗਮਤਾ ਤੋਂ ਅਤਿਅੰਤ ਅਗਾਧ ਡੂੰਘਾ ਹੀ ਹੈ ਤੂੰ। ਐਸਾ ਪਰਮੇਸ਼ਰ ਵਾਹਿਗੁਰੂ ਹੈ। ਕਿਉਂਕਿ ਇਹ ਆਂਡੀਆਂ ਦੀ ਜਿੱਥੇ ਕੂੰਜਾਂ ਦੀ ਗੱਲ ਹੈ, ਉੱਥੇ ਕੱਛੂ ਦੀ ਵੀ ਗੱਲ, ਉਹਦੇ ਵੀ ਆਂਡੇ ਹੁੰਦੇ ਆ। ਕੁੰਮੀ ਜਲ ਮੇਂ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ, ਕਹਿ ਤਨਾ ਪੂਰਨਤਾ ਹੁਕਮ ਮਤ ਰੇ ਜੀ ਡਰਾਹੀ। ਕੱਛੂ ਆਂਡਾ ਧਿਆਨ ਧਰ, ਕਰ ਪਰਪੱਕ ਨਦੀ ਵਿੱਚ ਆਣਾ। ਤੋ ਇਸ ਕਰਕੇ ਨਾ ਉਹ ਕੱਛੂ ਦਾ ਜਿਹੜਾ ਆਂਡਾ ਬਰੇਤੀ ਚ ਦਿੰਦਾ, ਉਹਦੇ ਵਿੱਚ ਪਾਣੀ ਚ ਤਾਂ ਦੇ ਨਹੀਂ ਸਕਦਾ। ਤੇ ਜਿਸ ਵੇਲੇ ਨਰ ਤੇ ਮਾਦਾ ਦੋ ਨੇ, ਤੇ ਕਸ਼ਪੀ ਜਿਹੜੀ ਹੈ ਉਹ ਬਾਹਰ ਆਂਡਾ ਦਿੰਦੀ ਹੈ, ਤੇ ਧਿਆਨ ਧਰ ਕੇ ਪਾਣੀ ਦੇ ਵਿੱਚ ਧਿਆਨ ਧਰ ਕੇ ਉਹਦੇ ਵਿੱਚ ਉਹ ਆਂਡੇ ਨੂੰ ਧਿਆਨ ਦੁਆਰਾ ਹੀ ਉਹ ਕੱਢ ਲੈਂਦੀ ਹੈ ਬਾਹਰ, ਧਿਆਨ ਦੀ ਸ਼ਕਤੀ ਦੁਆਰਾ। ਔਰ ਫਿਰ ਆਂਡਾ ਵਿੱਚੋਂ ਜਦੋਂ ਬੱਚਾ ਨਿਕਲਿਆ ਹੁੰਦਾ ਹੈ, ਉਹ ਧਿਆਨ ਦੀ ਸ਼ਕਤੀ ਦੁਆਰਾ ਆਪਣੇ ਨਾਲ ਮਿਲਾ ਲੈਂਦੀ ਹੈ। ਉਹਨੂੰ ਪਤਾ ਲੱਗ ਜਾਂਦਾ ਵੀ ਹੁਣ ਬੱਚਾ ਬਾਹਰ ਆ ਗਿਆ। ਤੇ ਇਸ ਪ੍ਰਕਾਰ ਇਹ ਪ੍ਰਮਾਣ ਦਿੱਤੇ ਨੇ। ਪਰਮਾਤਮਾ ਦਾ ਸਿਮਰਨ ਐਡੀ ਵੱਡੀ ਬਾਤ ਹੈ। ਸਿਮਰਨ ਕਰਨ ਦੇ ਨਾਲ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਇੱਕ ਜਾਨਵਰ ਆਪਣੇ ਬੱਚਿਆਂ ਨੂੰ ਸਿਮਰਨ ਦੁਆਰਾ ਮਿਲਦਾ ਹੈ, ਧਿਆਨ ਦੁਆਰਾ ਮਿਲਦਾ ਹੈ, ਤਾਂ ਮਨੁੱਖ ਕਿਉਂ ਨਹੀਂ ਧਿਆਨ ਦੁਆਰਾ ਵਾਹਿਗੁਰੂ ਨੂੰ ਮਿਲ ਸਕਦਾ, ਸਿਮਰਨ ਦੁਆਰਾ ਕਿਉਂ ਨਹੀਂ ਮਿਲ ਸਕਦਾ। ਇਹ ਪ੍ਰਮਾਣ ਦਿੱਤੇ ਹਨ ਜੀ। ਹਰ ਆਗਮ ਆਗਮ ਅਗਾਧ ਤੁਹੀ। हे परमेश्वर वाहिगुरु, तुम मन बाणी शरीर करके अगम गमता तो रहते हैं, शास्त्र करके भी अगम गमता तो अतिअंत ही रहते हैं। भाव अगाध डूंगा है तुम, ऊंच मूचा बहु अपार। हे परमेश्वर, तू ऊंच ऊंचे ब्रह्मा आदि तो भी मूचा ऊंचा है। ब्रह्मा विष्णु सरित अग्नि तिन को मोह पिया मन बद का, तू तो उन्हें तो ऊंचा है। ब्रह्मा विष्णु शिव जी आद, बैराट हिरण गर्भ अभ्याकृत आद, इन उच्चियां तो भी उच्चा है, मूचो विस्तार वाला है, ते बहुत ही अपार अथाह है, बहुत बड़ा अपार पारावार तो रहते हैं। सिमरत नानक तरे सार। सतगुरु जी कथन करते ने, हे परमेश्वर, जेड़े तेरे नाम दा सिमरत चिंतन करते है, वो संसार समुंदर तो तरे तर जाते हैं, क्योंकि तेरा नाम ही सार असली सिद्धांत है। तेरे सार सिद्धांत रूप नाम दा सिमरन करके संत जन संसार समुद्र तो तर गए हन। माली गौड़ा महला पंजवा। ते अगे महाराज साहब जी माली गौड़ा राग दे अंदर पंजवें पातशाह दा शब्द है जी, एही हमारे सफल काज। हे भाई साडे तां एही एहो ही नाम सारे कारज सफल करन वाला, सहत फल दे भाव सफल ही कर दिंदा, बिगन नहीं कोई पैंदा। अपने दास को लेहो निवाज। हे परमेश्वर जी, अपने सेवकां नूं निवाज किरपा करके महाराज तो नाम दी खुराक
ਖਵਾ ਕੇ ਪਾਲ ਲਿਓ, ਪਾਲਣਾ ਕਰੋ ਜਿਵੇਂ ਬੱਚੇ ਨੂੰ ਮਾਂ ਪਾਲਦੀ ਹੈ। ਨਿਵਾਜ ਪਾਲਣਾ ਕਰੋ, ਨਾਮ ਅੰਮ੍ਰਿਤ ਦੀ ਦਾਤ ਦੇ ਕੇ ਨਿਵਾਜ ਵਡਿਆਈ ਦੇਣਾ ਕਰੋ ਜੇ। ਰਹਾਉ ਅਸਾਈ ਦੇ ਕੇ ਫਰਮਾਉਂਦੇ ਨੇ, ਚਰਨ ਸੰਤ ਹੈ ਮਾਥ ਮੋਰ। हे ਪਰਮੇਸ਼ਰ, ਮੋਰ ਮੇਰਾ ਤਾਂ ਹੋਵੇ ਮਾਥ, ਮੱਥਾ, ਮਸਤਕ, ਤੇਰੇ ਸੰਤਾਂ ਦੇ ਹੋਣ ਚਰਨ, ਉਹਨਾਂ ਚਰਨਾਂ ਤੇ ਉਤੇ ਮੇਰਾ ਮੱਥਾ ਟਿਕਿਆ ਰਹੇ। ਤੇ ਇਸ ਕਰਕੇ ਕਿਹਾ ਹਸਤ ਚਰਨ ਸੰਤ ਟਹਿਲ ਕਮਾਈ ਹੈ, ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈ ਹੈ। ਚਰਨ ਸੰਤਾਂ ਦੇ ਤੇ ਮੱਥਾ ਮੇਰਾ ਹੋਵੇ, ਮੇਰਾ ਸਫਲਾ ਹੋ ਜਾਵੇ। ਨੈਣ ਦਰਸ ਪੇਖੋ ਨਿਸਭੋਰ। ਕਿਉਂਕਿ ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈ ਹੈ, ਮੇਰੇ ਨੈਣ ਨੇਤਰ ਤੇ ਦਰਸ਼ਨ ਕਰਨ ਨਿਸ ਰਾਤ ਭੋਰ ਸਵੇਰੇ, ਰਾਤ ਦਿਨ ਆਉਣ ਵਾਲੇ ਸਮੇਂ ਸੁਬਾਹ ਸ਼ਾਮ ਹਰ ਵਕਤ, ਤੇ ਸਵੇਰੇ ਦਿਨ ਚੜ੍ਹਦਿਆਂ ਰਾਤ ਪੈਂਦਿਆਂ ਤੇਰੇ ਪਿਆਰੇ ਸੰਤਾਂ ਦੇ ਨੈਣ ਅੱਖਾਂ ਦੇ ਨਾਲ ਦਰਸ਼ਨ ਹੁੰਦੇ ਰਹਿਣ, ਸਾਨੂੰ ਪੇਖੋ ਦੇਖਣਾ ਕਰਾਂ, ਜਾਂ ਮਨ ਬੁੱਧ ਰੂਪੀ ਨੇਤਰਾਂ ਨਾਲ, ਬੈਰਾਗ ਵਿਵੇਕ ਰੂਪੀ ਨੇਤਰਾਂ ਨਾਲ ਤੇਰੇ ਸੰਤਾਂ ਜਨਾਂ ਦੇ ਦੀਦਾਰ ਦੇਖਣਾ ਕਰਾਂ। ਕਿਉਂਕਿ ਅਵਿਦਿਆ ਰੂਪੀ ਰਾਤ ਦੀ ਨਿਵਰਤੀ ਹੋ ਕੇ ਬ੍ਰਹਮ ਗਿਆਨ ਰੂਪੀ ਭੋਰ ਸਵੇਰ ਦਾ ਵਕਤ ਭਾਵ ਦਿਨ ਚੜ ਆਵੇ। ਹਸਤ ਹਮਰੇ ਸੰਤ ਟਹਿਲ। ਇਹ ਸਾਡੇ ਜਿਹੜੇ ਹਸਤ ਹੱਥ, ਉਹ ਸੰਤ ਸ਼ਾਂਤ ਆਤਮਾ ਵਾਲੇ ਜਿਹੜੇ ਪੁਰਖ ਹੈ ਨਾ, ਉਹਨਾਂ ਦੀ ਟਹਿਲ ਸੇਵਾ ਕਰਨ ਵਿੱਚ ਲੱਗੇ ਰਹਿਣ। ਤੇ ਇਸ ਤਰ੍ਹਾਂ ਸਾਧ ਸੰਗਤ ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ, ਉਹਨਾਂ ਦਾ ਬਚਨ ਮਹਾਂਪੁਰਖਾਂ ਨੇ ਸੁਣਾਇਆ ਸੀ ਨਾਂ ਲੈ ਕੇ। ਉਹ ਕਿਹਾ ਕਰਦੇ ਸੀ ਕਿ ਭਾਈ ਮਨ ਤਾਂ ਨਾਮ ਜਪਣ ਕਰਕੇ ਹੋ ਜਾਂਦਾ ਸੁੱਧ, ਨਿਰਮਲ ਹੋ ਜਾਂਦਾ ਹੈ, ਪਰ ਤਨ ਹੈ ਜਿਹੜਾ ਉਹ ਮਲੀਨ ਰਹਿ ਜਾਂਦਾ ਹੈ। ਤਨ ਹੱਥਾਂ ਦੇ ਨਾਲ ਸੇਵਾ ਕਰਕੇ ਹੀ ਨਿਰਮਲ ਹੋ ਸਕਦੇ ਆ। ਇਸ ਕਰਕੇ ਹੱਥਾਂ ਦੇ ਨਾਲ ਕਹਿੰਦੇ ਟਹਿਲ ਜ਼ਰੂਰ ਕਰਨੀ ਚਾਹੀਦਾ ਹੈ। ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇ ਫਲ ਕਰਨੇ। ਉਹ ਤਰਕਾਰ ਉਹਨਾਂ ਹੱਥਾਂ ਨੂੰ ਜਿਹੜੇ ਸੇਵਾ ਨਾ ਕਰਨ। ਇਸ ਕਰਕੇ ਅੱਗੇ ਦੱਸਦੇ ਹਨ, ਪ੍ਰਾਨ ਮਨ ਧਨ ਸੰਤ ਬਹਿਲ। ਸਾਡੇ ਪ੍ਰਾਣ, ਮਨ ਤੇ ਧਨ ਬਹਿਲ ਬਹੁਲਤਾ ਕਰਕੇ ਸੰਤਾਂ ਭਗਤਾਂ ਦੀ ਸੇਵਾ ਵਿੱਚ ਲੱਗਣ, ਜਾਂ ਸੰਤਾਂ ਭਗਤਾਂ ਨੂੰ ਬਹਿਲ ਭੇਟਾ ਕਰਦੇ ਹਾਂ। ਬਹਿਲ ਨਾਮ ਭੇਟਾ ਦਾ ਵੀ ਹੁੰਦਾ ਹੈ। ਭਾਵ ਕੀ ਹੈ? ਪ੍ਰਾਣਾਂ ਨਾਲ ਸਾਧ ਸੰਗਤ ਦੀ ਸੇਵਾ ਕਰਾਂ, ਸਿਮਰਨ ਭਜਨ ਵਿੱਚ ਲੱਗਿਆ ਰਹਾਂ, ਮੇਰਾ ਮਨ ਸਤਸੰਗਤ ਦੇ ਅੰਦਰ ਜਾਂ ਸਾਧ ਸੰਗਤ ਦੇ ਨਿਸ਼ਚੇ ਉੱਤੇ ਟਿਕਿਆ ਰਹੇ। ਧਨ ਵੀ ਸਾਧ ਸੰਗਤ ਦੀ ਸੇਵਾ ਵਿੱਚ ਬਹੁਲਤਾ ਕਰਕੇ ਕੰਮ ਆਵੇ। ਤੇ ਇਸ ਕਰਕੇ ਹਸਤ ਹਮਰੇ ਸੰਤ ਟਹਿਲ। ਪ੍ਰਾਣ ਮੰਤਨ ਹੋ ਗਿਆ ਸੀ, ਪ੍ਰਾਣ ਮੰਤਨ ਬੋਲ ਦੋ। ਪ੍ਰਾਨ ਮਨ ਧਨ ਸੰਤ ਬਹਿਲ। ਤੇ ਇਉਂ ਸਾਡੇ ਪ੍ਰਾਣ, ਮਨ ਤੇ ਧਨ ਸੰਤਾਂ ਦੀ ਸੇਵਾ ਕਰਨ ਵਾਸਤੇ ਉਹ ਬੈਲ ਗੱਡੀਆਂ ਜਿਹੜੀਆਂ ਹੁੰਦੀਆਂ ਉਹਨੂੰ ਵੀ ਬਹਿਲ ਕਹਿੰਦੇ। ਉਹ ਗੱਡੀ ਦੀ ਨਿਆਈ ਹੋ ਕੇ ਸੇਵਾ ਕਰਨ ਵਿੱਚ ਲੱਗ ਜਾਣ। ਜਿਵੇਂ ਬਾਬਾ ਸ੍ਰੀ ਚੰਦ ਨੂੰ ਉਹਨਾਂ ਦਾ ਸੇਵਕ ਉਹ ਚੁੱਕ ਕੇ ਲੈ ਕੇ ਜਾਂਦਾ ਸੀ। ਕੈਸੀ ਮਸਤਾਨੀ ਬਿਰਤੀ ਸੀ ਉਹਦੀ, ਤੇ ਨਾਲੇ ਬਾਬਾ ਜੀ ਦੀ ਕੈਸੀ ਖੇਡ ਸੀ ਇਹ। ਇਸ ਪ੍ਰਕਾਰ ਸਾਧ ਸੰਗਤ ਜੀ, ਇਉਂ ਫਿਰ ਇਹ ਜੇ ਕੋਈ ਸੰਤ ਭਗਤ ਤੁਰਨ ਦੇ ਵਿੱਚ ਇਸ ਤਰ੍ਹਾਂ ਹੈ, ਸਫ਼ਰ ਦੇ ਵਿੱਚ ਹੈ, ਉਹਨੂੰ ਸਾਧ ਸੰਗਤ ਕਨੇੜੇ ਚੁੱਕ ਕੇ ਵੀ ਤੇ ਇਸ ਤਰ੍ਹਾਂ ਸਫ਼ਰ ਕਰਾ ਦੇਣਾ ਇੱਕ ਭਾਵਨਾ ਹੈ। ਤੇ ਇਸ ਪ੍ਰਕਾਰ ਹੁਣ ਅੱਗੇ ਹੋਰ ਦੱਸਦੇ ਹਨ, ਸੰਤ ਸੰਗ ਮੇਰੇ ਮਨ ਕੀ ਪ੍ਰੀਤ। हे ਪਰਮੇਸ਼ਰ, ਐਸੀ ਕਿਰਪਾ ਦ੍ਰਿਸ਼ਟੀ ਕਰੋ ਕਿ ਸੰਤ ਸੰਗ, ਸੰਤ ਜਨਾਂ ਦੀ ਸੰਗਤ ਮੇਰੇ ਮਨ ਦੀ ਪ੍ਰੀਤੀ ਬਣੀ ਰਹੇ, ਲੱਗੀ ਰਹੇ। ਸੰਤ ਗੁਣ ਬਸਹਿ ਮੇਰਾ ਚੀਤ। ਸੰਤ ਜਨਾਂ ਦੇ ਵਿੱਚ ਸਾਰਿਆਂ ਉੱਤੇ ਤਰਸ ਕਰਨ ਵਾਲਾ, ਸਾਰਿਆਂ ਉੱਤੇ ਤਰਸ ਕਰਨਾ, ਜਿਹੜੇ ਸੰਤ ਜਨਾਂ ਦੇ ਵਿੱਚ ਸਾਰਿਆਂ ਉੱਤੇ ਤਰਸ ਕਰਨਾ, ਸਭ ਦੀ ਰੱਖਿਆ ਕਰਨੀ ਆਦਿ ਗੁਣ ਹੈ। ਇਹ ਗੁਣ ਮੇਰੇ ਵਿੱਚ ਚਿੱਤ ਵਿੱਚ ਆ ਕੇ ਬਸ ਜਾਣ, ਇਹ ਮੇਰੀ ਭਾਵਨਾ ਹੈ। ਸੰਤ ਆਗਿਆ ਮਨ ਹੈ ਮੀਠ। ਮੈਂ ਸੰਤ ਸ਼ਾਂਤ ਆਤਮਾ ਮਹਾਂਪੁਰਖਾਂ ਦੀ ਆਗਿਆ ਜਿਹੜੀ ਹੈ ਮੈਨੂੰ ਮਿੱਠੀ ਲੱਗੇ, ਤੇ ਗੁਰਾਂ ਦੇ ਸਿਮਰਨ ਭਜਨ ਭਗਤੀ ਕਰਨ ਦੀ ਆਗਿਆ ਹੈ ਉਹ ਮੇਰੇ ਮਨ ਨੂੰ ਮਿੱਠੀ ਲੱਗੇ, ਪਿਆਰੀ ਲੱਗੇ ਭਗਤੀ। ਮੇਰਾ ਕਮਲ ਬਿਗਸੈ ਸੰਤ ਡੀਠ। ਸੰਤ ਸ਼ਾਂਤ ਆਤਮਾ ਵਾਲੇ ਪੁਰਖ ਜਿਹੜੇ ਨੇ, ਉਹਨਾਂ ਪੁਰਖਾਂ ਗੁਰਾਂ ਦੇ ਦਰਸ਼ਨ ਡੀਠ ਵੇਖ ਕੇ ਮੇਰਾ ਹਿਰਦਾ ਕਮਲ ਵਿਕਸੈ, ਖਿੜ ਜਾਵੇ। ਸੰਤ ਸੰਗ ਮੇਰਾ ਹੋਏ ਨਿਵਾਸ। ਐਸੀ ਕਿਰਪਾ ਕਰੋ ਕਿ ਸੰਤ ਸੰਗ, ਸੰਤਾਂ ਦੀ ਸੰਗਤ ਮੇਰਾ ਨਿਵਾਸ ਬਾਸਾ ਹੋਵੇ।
ਸੰਤਾਂ ਦੀ ਸੰਗਤ 'ਚ ਮਿਲਣ ਕਰਕੇ ਮੇਰਾ ਚਿੱਤ ਨੇ ਵਾਸਨਾ ਵੱਲੋਂ ਨਹੀਂ ਰਹਿਤ ਹੋ ਜਾਵੇ। ਸੰਤਨ ਕੀ ਮੋਹਿ ਬਹੁਤ ਪਿਆਸ। हे ਪਰਮੇਸ਼ਰ, ਸੰਤਾਂ ਮਹਾਤਮਾ ਜਾਂ ਗੁਰੂਆਂ ਦੇ ਦਰਸ਼ਨ ਕੀ ਦਾ ਅਰਥ ਹੈ ਦੀ, ਉਹਨਾਂ ਦੇ ਦਰਸ਼ਨਾਂ ਦੀ ਮੋਹੇ ਮੇਰੇ ਮਨ ਵਿੱਚ ਬਹੁਤ ਪਿਆਸ ਤ੍ਰੇ ਲੱਗੀ ਹੋਈ ਹੈ। ਦਰਸ ਤੇਰੇ ਕੀ ਪਿਆਸ ਮਨ ਲਾਗੀ, ਇਹ ਵੀ ਰੱਬ ਦੇ ਦਰਸ਼ਨ ਹਨ, ਇਹ ਪੂਰੀ ਕਰੋ। ਸੰਤ ਬਚਨ ਮੇਰੇ ਮਨ ਹੈ ਮੰਤ। ਸੰਤ ਮਹਾਤਮਾ ਜਨਾਂ ਦੇ ਜਾਂ ਗੁਰੂ ਸਾਹਿਬਾਨਾਂ ਦੇ ਸ਼ਾਂਤ ਆਤਮਾ ਗੁਰੂ ਸਾਹਿਬ ਦੇ ਬਚਨ ਵਾਕ ਮੇਰੇ ਮਨ ਦੇ ਵਿੱਚ ਮੰਤਰ ਰੂਪ ਹਨ। ਇਹ ਸਿੱਖਿਆ ਜਿਹੜੀ ਉਹਨਾਂ ਨੇ ਦਿੱਤੀ ਹੈ, ਜਿਵੇਂ ਸੱਪ ਨੂੰ ਵਸ ਕਰਨ ਵਾਸਤੇ ਮੰਤਰ ਹੁੰਦਾ ਹੈ, ਇਉਂ ਸੰਤਾਂ ਦੇ ਬਚਨ ਮੇਰੇ ਮਨ ਰੂਪੀ ਸੱਪ ਨੂੰ ਵਸ ਕਰਨ ਦੇ ਲਈ ਸ਼੍ਰੋਮਣੀ ਮੰਤਰ ਹੈ। ਮਨ ਵਿੱਚੋਂ ਵਿਕਾਰਾਂ ਰੂਪੀ ਜ਼ਹਿਰ ਨੂੰ ਮਿਟਣ ਦੇ ਮੰਤਰ ਦੀ ਨਿਆਈ ਹੈ। ਸੰਤ ਮਹਾਤਮਾ ਜਨਾਂ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜਿਹੜਾ ਸੰਤ ਪ੍ਰਸਾਦ ਬੋਲੋ ਜੋਗੇ। ਸੰਤ ਪ੍ਰਸਾਦ ਮੇਰੇ ਬਿਖੈ ਹੰਤ। ਸੰਤ ਮਹਾਤਮਾ ਜਨਾਂ ਦੀ ਪ੍ਰਸਾਦ ਕਿਰਪਾ ਕਰਕੇ ਮੇਰੇ ਅੰਦਰੋਂ ਸ਼ਬਦ ਸਪਰਸ ਰੂਪ ਰਸ ਗੰਧ ਇਹ ਵਿਖੇ ਹੰਤ ਨਾਸ ਹੋ ਜਾਂਦੇ ਹਨ ਜਾਂ ਹੋ ਗਏ ਹਨ ਜੀ। ਮੁਕਤ ਜੁਗਤ ਇਹਾ ਨਿਧਾਨ। हे ਪਰਮੇਸ਼ਰ, ਅਸੀਂ ਤਾਂ ਮੁਕਤੀ ਦੀ ਜੁਗਤੀ ਸਾਧ ਸੰਗਤ ਹੀ ਸਮਝੀ ਹੈ, ਇਸੇ ਨੂੰ ਸਮਝਦੇ ਹਾਂ। ਇਹੋ ਹੀ ਤੇ 9 ਨਿਧੀਆਂ ਦਾ ਨਿਦਾਨ ਖਜ਼ਾਨਾ ਸਮਝਦੇ ਹਾਂ ਤੇ ਰਿਧੀਆਂ ਦੀ ਪ੍ਰਾਪਤੀ ਰੂਪ ਖਜ਼ਾਨਾ ਸਮਝਦੇ ਹਾਂ। ਇਸ ਕਰਕੇ ਪ੍ਰਭ ਦਇਆਲ ਮੋਹਿ ਦੇਵਹੁ ਦਾਨ। हे ਦਿਆਲੂ ਪਰਮੇਸ਼ਰ, ਕਿਰਪਾ ਕਰਕੇ ਮੈਨੂੰ ਸਾਧ ਸੰਗਤ ਦੀ ਪ੍ਰਾਪਤੀ ਰੂਪੀ ਨਾਮ ਦਾ ਦਾਨ ਦੇਣਾ ਕਰੋ। ਸਾਧ ਸੰਗਤ ਦੀ ਪ੍ਰਾਪਤੀ ਰੂਪ ਨਾਮ ਦਾ ਦਾਨ ਹੈ, ਇਹ ਮੈਨੂੰ ਦੇਣਾ ਕਰੋ ਮਹਾਰਾਜ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹੋ ਤੈ ਪੈ ਮੰਗੋ, ਦੇਹੋ ਆਪਣਾ ਨਾਮ। ਹਾਂਜੀ। ਨਾਨਕ ਕਉ ਪ੍ਰਭ ਦਇਆ ਧਾਰ। ਸਤਿਗੁਰੂ ਜੀ ਕਥਨ ਕਰਦੇ ਨੇ, हे ਪਰਮੇਸ਼ਰ, ਮੇਰੇ ਉੱਤੇ ਦਇਆ ਤਰਸ ਦ੍ਰਿਸ਼ਟੀ ਕਿਰਪਾ ਦ੍ਰਿਸ਼ਟੀ ਧਾਰਨ ਕਰੋ ਜੀ। ਚਰਨ ਸੰਤਨ ਕੇ ਮੇਰੇ ਹਿਰਦੇ ਮਝਾਰ। ਕਿਉਂਕਿ ਜਿਨ੍ਹਾਂ ਨੂੰ ਸਾਸ ਗਰਾਸ ਕਦੇ ਭੁੱਲਦਾ ਨਹੀਂ ਹੈ, ਉਹਨਾਂ ਦੇ ਚਰਨ ਮੇਰੇ ਹਿਰਦੇ ਦੇ ਮਝਾਰ ਵਿੱਚ ਟਿਕੇ ਰਹਿਣ, ਭਾਵ ਹਰ ਵਕਤ ਚਰਨਾਂ ਦਾ ਧਿਆਨ ਜੁੜਿਆ ਰਹੇ। ਸ਼ਾਂਤ ਆਤਮਾ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਚਰਨ ਜਿਹੜੇ ਨੇ ਉਹ ਮੇਰੇ ਧਿਆਨ ਦੇ ਵਿੱਚ ਟਿਕੇ ਰਹਿਣ ਜੇ। ਮਾਲੀ ਗੌੜਾ ਮਹੱਲਾ ਪੰਜਵਾ। ਅੱਗੇ ਮਾਲੀ ਗੌੜਾ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ। ਪ੍ਰਸ਼ਨ ਸੀ ਸਿੱਖਾਂ ਵੱਲੋਂ, ਸਤਿਗੁਰੂ ਜੀ ਪਰਮੇਸ਼ਰ ਕਿੱਥੇ ਰਹਿੰਦਾ ਹੈ? ਤਾਂ ਮਹਾਰਾਜ ਸਾਹਿਬ ਜੀ ਉੱਤਰ ਵਿੱਚ ਫਰਮਾਨ ਕਰਦੇ ਨੇ, ਸਭ ਕੈ ਸੰਗੀ ਨਾਹੀ ਦੂਰ। ਇਹ ਭਾਈ ਪਰਮੇਸ਼ਰ ਤਾਂ ਸਾਰਿਆਂ ਦੇ ਸੰਗੀ ਨਾਲ ਅੰਗ ਸੰਗ ਹੈ, ਸਾਰਿਆਂ ਦੇ ਅੰਤਸਕਰਨ ਦੇ ਅੰਦਰ ਨਿਵਾਸ ਰੱਖਦਾ ਹੈ। ਉਹ ਪਰਮੇਸ਼ਰ ਜਿਹੜਾ ਹੈ ਨਾ, ਉਹ ਆਤਮਾ ਰੂਪ ਹੋਣ ਕਰਕੇ ਕਿਸੇ ਤੋਂ ਵੀ ਦੂਰ ਨਹੀਂ ਹੈ। ਉਹ ਪ੍ਰਤੱਖ ਜੋਤ ਉਹਦੀ ਪਰਮੇਸ਼ਰ ਦੀ ਸਾਰਿਆਂ ਦੇ ਅੰਤਸਕਰਨ ਵਿੱਚ ਹੈ। ਕਰਨ ਕਰਾਵਨ ਹਾਜ਼ਰਾ ਹਜੂਰ। ਪਰਮੇਸ਼ਰ ਆਪ ਹੀ ਸਾਰੇ ਕਾਰਜਾਂ ਨੂੰ ਕਰਨ ਵਾਲਾ ਹੈ, ਬਰਮਾ ਆਦਿਕਾਂ ਨੂੰ ਵੀ ਪ੍ਰੇਰ ਕੇ ਕਰਾਉਣ ਵਾਲਾ ਹੈ। ਆਪ ਇਹ ਤੇ ਆਪ ਹੀ ਸਭਨ ਦੇ ਹਾਜ਼ਰ ਹਜ਼ੂਰ ਨੇੜੇ ਤੋਂ ਨੇੜੇ ਹੈ। ਰਹਾਉ ਅਸਾਈ ਦੇ ਕੇ ਫਰਮਾਉਂਦੇ ਆ ਜੀ, ਸੁਨਤ ਜੀਓ ਜਾਸ ਨਾਮ। ਜਾਸ ਜਿਸ ਪਰਮੇਸ਼ਰ ਦਾ ਨਾਮ ਸੁਣ ਤੋਂ ਸੁਣਨੇ ਕਰਕੇ ਆਤਮਿਕ ਜੀਵਨ ਬਲ ਜਿਉਂਦੇ ਹੋਈਦਾ, ਜਾਂ ਜਿਸ ਪਰਮੇਸ਼ਰ ਦਾ ਨਾਮ ਸੁਣ ਕੇ ਜਪਣ ਕਰਕੇ ਭਗਤ ਜਨਾਂ ਦੇ ਆਪਣਾ ਜੀਵਨ ਰੂਪ ਇਹ ਸਮਝਿਆ ਹੋਇਆ ਉਹਨਾਂ ਨੇ ਵੀ ਇਹੀ ਅਸਲੀ ਜੀਵਨ ਹੈ। ਜਿਸ ਨਾਮ ਨੂੰ ਸੁਣ ਕਰਕੇ ਤੇ ਸੁਣ ਤੇ ਜੀਓ ਜਾਸ ਨਾਮ, ਜਿਸ ਨਾਮ ਨੂੰ ਸੁਣ ਕੇ ਜੀਓ। ਇਹ ਪੋਠੋਹਾਰ ਦੀ ਬੋਲੀ ਹੈ। ਪੋਠੋਹਾਰ ਦੇ ਵਿੱਚ ਤੇ ਬੀਬੀਆਂ ਆਪਣੇ ਪਤੀ ਨੂੰ ਜੀਓ ਜੀ, ਮਤਲਬ ਇਹਦਾ ਅਰਥ ਕਹਿੰਦੇ ਜੀਓ ਦਾ ਅਰਥ ਪਤੀ, ਜੀਦ ਸਿੱਧੀ ਹੈ, ਹੇ ਪਤੀ ਜੀ ਜੀਓ ਜੀ। ਤੇ ਇਸ ਤਰ੍ਹਾਂ ਸਾਸ ਜੀ ਜਿਹੜਾ ਉਹ ਪੁਰਾਣੀ ਬੋਲੀ ਦਾ ਪ੍ਰਭਾਵ ਹੈ ਨਾ ਬਜ਼ੁਰਗਾਂ ਦੇ ਵਿੱਚ, ਇੱਕ ਉਹ ਬੀਬੀ ਕਿਹਾ ਕਰੇ ਜੀਓ ਜੀ। ਮੈਂ ਕਹਾਂ ਵੀ ਇਹ ਕੀ ਇਸ ਤਰ੍ਹਾਂ ਦੇ ਬੁਲਾਉਣ ਦਾ ਕੀ ਤਰੀਕਾ ਹੈ ਇਹਦਾ। ਉਹ ਫਿਰ ਜਦੋਂ ਮਹਾਂਪੁਰਖਾਂ ਤੋਂ ਸੁਣਿਆ ਵੀ ਇਹ ਜੀਓ ਦਾ ਅਰਥ ਪੋਠੋਹਾਰ ਦੀ ਬੋਲੀ 'ਚ ਪਤੀ ਹੈ, ਜੀਓ ਜੀ। ਜਿਹੜੇ ਉਧਰ ਤੋਂ ਆਏ ਹੋਏ ਨੇ ਸਾਡੇ ਕੁਝ ਲੋਕ, ਉਹ ਉਹਨਾਂ ਦੇ ਬਚਨਾਂ ਦਾ ਪ੍ਰਭਾਵ ਅੱਜ ਤੱਕ ਵੀ ਦੇਖਿਆ ਗਿਆ, ਸੁਣਿਆ ਗਿਆ। ਇਸ ਕਰਕੇ ਜੀਓ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸੁਣਤ ਜੀਓ ਜਾਸ ਨਾਮ। ਤੇ ਇਸ ਕਰਕੇ ਹੁਣ ਅੱਗੇ ਦੱਸਦੇ ਹਨ,
ਪਰਮੇਸ਼ਰ ਦੇ ਨਾਮ ਦੀਆਂ ਬਰਕਤਾਂ ਹਨ ਜੀ ਇਹ। ਦੁਖ ਬਿਨਸੇ ਸੁਖ ਕੀਓ ਬਿਸਰਾਮ। ਜਿਸ ਪਰਮੇਸ਼ਰ ਦਾ ਨਾਮ ਜਪਣ ਕਰਕੇ ਹੀ ਗੁਰਮੁਖ ਜਨਾਂ ਦਾ ਜੰਮਣ ਮਰਨ ਵੀ ਦੁੱਖ ਬਿਨਸੇ ਨਾਸ ਹੋ ਜਾਂਦਾ ਹੈ ਅਤੇ ਉਹ ਸੁਖ ਸਰੂਪ ਵਾਹਿਗੁਰੂ ਜੀ ਬਿਸਰਾਮ ਟਿਕਾ ਪਾ ਲੈਂਦੇ ਆ। ਕੀਓ ਕੀਤਾ ਟਿਕਾਉਣਾ, ਮਾਰ ਟਿਕਣਾ ਕੀਤਾ, ਇਸਤਤੀ ਪਾਈ ਹੈ। ਸਾਗਲ ਨਿਧ ਹਰ ਹਰ ਹਰੇ। ਇਹ ਭਾਈ ਜੋ ਪਾਪਾਂ ਨੂੰ ਹਰ ਹਰਨ ਵਾਲਾ, ਦੁੱਖਾਂ ਨੂੰ ਹਰ ਹਰਨ ਵਾਲਾ, ਪ੍ਰਮਾਣਗਤ ਸੰਸੇ ਨੂੰ ਹਰੇ ਹਰਨ ਵਾਲਾ, ਪਰਮੇਸ਼ਰ ਸੰਸੇ ਨੂੰ ਹਰਨ ਵਾਲਾ, ਵਿਪਰਜੇ ਬੁੱਧ ਸੰਸੇ ਨੂੰ ਹਰਨ ਵਾਲਾ ਪਰਮੇਸ਼ਰ ਹੈ। ਉਹਦਾ ਜਿਹੜਾ ਨਾਮ ਹੈ ਉਹ ਸਗਲ ਸਾਰੀਆਂ ਨਿਧ ਨਿਧੀਆਂ ਦੇ ਦੇਣ ਵਾਲਾ ਹੈ, ਸਾਰੇ ਨਿਧ ਖਜ਼ਾਨਿਆਂ ਦੇ ਦੇਣ ਵਾਲਾ ਹੈ। ਮਨ ਜਨ ਤਾ ਕੀ ਸੇਵ ਕਰੇ। ਮਨ ਮੰਨਣਸ਼ੀਲ ਲੋਕ ਭਗਤ ਜਨ, ਮਨ ਨਾਮ ਹੈ ਮੁਨੀ। ਮਨ ਜਨ ਜਿਵੇਂ ਵਿਸ਼ਿਸ਼ਟ ਮੁਨੀ ਹੋਇਆ। ਮੁਨੀ ਉਹ ਹੁੰਦੇ ਨੇ ਜਿਹੜੇ ਜੰਗਲਾਂ ਦੇ ਵਿੱਚ ਵੀ ਰਹਿਣ ਤੇ ਬਸਤੀਆਂ ਵਿੱਚ ਆ ਕੇ ਉਪਦੇਸ਼ ਦੇਣ, ਤੇ ਰਿਸ਼ੀ ਉਹ ਹੁੰਦੇ ਨੇ ਜਿਹੜੇ ਬਸਤੀਆਂ 'ਚ ਵੜਨ ਹੀ ਨਾ। ਉਹ ਮੰਨਣਸ਼ੀਲ ਮਹਾਤਮਾ ਜਨ, ਉਹ ਪਰਮੇਸ਼ਰ ਦੀ ਭਾਵ ਭਗਤੀ ਰੂਪ ਸੇਵ ਟਹਿਲ ਕਰੇ ਕਰਦੇ ਹਨ। ਤੇ ਇਸ ਕਰਕੇ ਮਨ ਮੰਨਣਸ਼ੀਲ ਲੋਕ ਤੇ ਭਗਤ ਜਨ, ਮਨ ਮੁਨੀ ਜਨ, ਉਹ ਪਰਮੇਸ਼ਰ ਦੀ ਪ੍ਰੇਮਾ ਭਗਤੀ ਰੂਪੀ ਟਹਿਲ ਕਰਦੇ ਹਨ ਜੀ। ਜਾ ਕੈ ਘਰ ਸਗਲੇ ਸਮਾਹੇ। ਜਿਸ ਪਰਮੇਸ਼ਰ ਦੇ ਸਰੂਪ ਰੂਪੀ ਘਰ ਵਿੱਚ ਉਹਦਾ ਸਿਮਰਨ ਕਰਨ ਵਾਲੇ ਸਗਲ ਸਾਰੇ ਸਮਾਹੇ ਸਮਾ ਲੀਨ ਹੋ ਜਾਂਦੇ ਨੇ। ਜਿਸ ਵਾਹਿਗੁਰੂ ਦੇ ਸਾਧ ਸੰਗਤ ਦੀ ਘਰ ਦੇ ਵੀ ਸਾਰਿਆਂ ਨੂੰ ਸਮਾਹੇ, ਸਮਾਹੀ ਨੂੰ ਸਮਾਹੜਾ, ਸਮਾਹੜੇ ਨਾਲ ਆਨੰਦ ਦਾ ਆਨੰਦ ਪ੍ਰਾਪਤ ਹੁੰਦਾ ਹੈ। ਜਿਸ ਤੇ ਬਿਰਥਾ ਕੋਈ ਨਾ। ਜਿਸ ਵਾਹਿਗੁਰੂ ਦੀ ਸ਼ਰਨ ਚ ਪੈਣ ਤੋਂ ਬਿਰਥਾ ਨਾਮ ਪੀੜਾ ਦਾ, ਕੋਈ ਪੀੜਾ ਨਹੀਂ ਰਹਿੰਦੀ, ਜਾਂ ਕੋਈ ਨਾਹੇ ਨਹੀਂ ਰਹਿੰਦੀ, ਕੋਈ ਪੀੜਾ ਨਹੀਂ ਰਹਿੰਦੀ, ਜਾਂ ਕੋਈ ਬਿਰਥਾ ਵਿਅਰਥ ਨਹੀਂ ਜਾਂਦਾ। ਭਾਵ ਬਰੋਸ ਆਉਂਦੇ ਨੇ ਸਾਰੇ। ਜੀਵ ਜੰਤਰ ਕਰੇ ਪ੍ਰਤਪਾਲ। ਪਰਮੇਸ਼ਰ ਵਾਹਿਗੁਰੂ ਕੈਸਾ ਹੈ, ਜੀ ਅਸਥੂਲ ਅਤੇ ਜੰਤ ਸੂਖਮ। ਸੂਖਮ ਤੇ ਅਸਥੂਲ ਜੀਵਾਂ ਨੂੰ, ਤੇ ਇਹ ਸਾਰਾ ਉਹਨਾਂ ਦੀ ਪਰਤਾਈ ਪਾਲਣਾ ਕਰਦਾ ਹੈ। ਇੱਕ ਮੱਛਰ ਤੋਂ ਲੈ ਕੇ ਬ੍ਰਹਮਾ ਪ੍ਰਿਅੰਤ ਸਾਰਿਆਂ ਦੀ ਪਰਤਾਈ ਪਾਲਣਾ ਕਰਨ ਵਾਲਾ ਹੈ। ਸਦਾ ਸਦਾ ਸੇਵਹੁ ਕਿਰਪਾਲ। हे ਭਾਈ, ਇਸ ਲਈ ਸਦਾ ਸਦਾ ਹਮੇਸ਼ਾ ਹਮੇਸ਼ਾ ਕਿਰਪਾਲ, ਕਿਰਪਾ ਦੇ ਕਰ ਪਰਮੇਸ਼ਰ ਦਾ ਸੇਵਨ ਸਿਮਰਨ ਕਰੋ। ਸਦਾ ਧਰਮ ਜਾ ਕੈ ਦੀਵਾਨ। ਜਿਸ ਪਰਮੇਸ਼ਰ ਦੇ ਦੀਵਾਨ ਦਰਬਾਰ ਵਿੱਚ ਸਦਾ ਪਰਮੇਸ਼ਰ ਧਰਮ ਪੁੰਨ ਹੈ, ਸੱਚਾ ਨਿਆਂ ਹੈ, ਧਰਮ ਸੱਚ ਦੀ ਪ੍ਰਾਪਤੀ ਹੈ। ਜਿਹਦੇ ਸਾਧ ਸੰਗਤ ਦੇ ਦਰਬਾਰ ਵਿੱਚ ਸੱਚਾ ਧਰਮ ਪੁੰਨ ਹੁੰਦਾ ਹੈ, ਧਰਮ ਦਾ ਉਪਦੇਸ਼ ਹੁੰਦਾ ਹੈ। ਸਦਾ ਧਰਮ, ਜਾਂ ਜਿਨ੍ਹਾਂ ਦੇ ਤਾਈ ਪਰਮੇਸ਼ਰ ਸੱਚਾ ਦੀਵਾਨ ਆਸਰਾ, ਜਾ ਕੇ ਦੀਵਾਨ ਸੱਚਾ ਦੀਵਾਨ ਆਸਰਾ ਜਿਹਨਾਂ ਨੂੰ ਪ੍ਰਾਪਤ ਹੋਇਆ ਹੈ, ਉਹ ਸਦਾ ਧਰਮ ਵਿੱਚ ਜੁੜੇ ਰਹਿੰਦੇ ਹਨ। ਭਾਵ ਕਿ ਸਦਾ ਪਰਉਪਕਾਰ ਕਰਦੇ ਰਹਿੰਦੇ ਹਨ। ਆਪਾ ਭਾਵ ਮੇਟ ਕੇ ਸਭ ਉਸ ਵਾਹਿਗੁਰੂ ਦਾ ਹੀ ਸਮਝਦੇ ਹਨ। ਬੇਮੋਹਤਾਜ ਨਹੀਂ ਕਿਛ ਕਾਣ। ਉਹ ਪਰਮੇਸ਼ਰ ਬੇਮੋਹਤਾਜ ਹੈ, ਬੇਮੁਥਾਜ ਹੈ, ਕਿਸੇ ਦੀ ਮਸੰਦਗੀ ਨਹੀਂ ਹੈ ਉਹਨੂੰ। ਉਸ ਨੂੰ ਕਿਸੇ ਦੀ ਵੀ ਕੁਝ ਵੀ ਕਾਣ ਕਨੌੜ ਨਹੀਂ, ਮੁਤਾਜੀ ਨਹੀਂ ਕੱਢਦਾ ਹੈ, ਕਾਣ ਨਾ ਕਨੌੜ ਦਾ। ਸਭ ਕਿਛ ਕਰਨਾ ਆਪਨ ਆਪ। ਉਹ ਪਰਮੇਸ਼ਰ ਆਪਣੇ ਆਪ ਹੀ ਸਭ ਕੁਝ ਕਰਨ ਵਾਲਾ ਹੈ। ਵੀ ਉਹ ਪੁੱਛਣਾ ਮਸਲ ਤਰੈ, ਜੋ ਕੁਝ ਕਰੇ ਸੋ ਆਪੇ ਕਰੇ। ਉਹ ਆਪ ਹੀ ਕਰਨ ਕਰਾਉਣ ਵਾਲਾ ਹੈ। ਸਭ ਕੁਝ ਪਰਮੇਸ਼ਰ ਆਪ ਹੀ ਉਹਨੇ ਕਰਨਾ ਕੀਤਾ ਹੈ। ਸਾਰਿਆਂ ਦੀ ਆਤਮਾ ਰੂਪ ਆਪਨ ਆਪ ਹੀ ਆਪ ਚੇਤਨ ਬ੍ਰਹਮ ਹੀ ਹੈ, ਤੇ ਆਪ ਹੀ ਜੀਵ ਰੂਪ ਹੈ, ਆਪ ਹੀ ਸਾਖੀ ਰੂਪ ਹੈ। ਤੋ ਇਸ ਕਰਕੇ ਆਪ ਹੀ ਈਸ਼ਵਰ ਤੇ ਆਪ ਹੀ ਸੁਧ ਬ੍ਰਹਮ ਰੂਪ ਹੈ। ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ। ਹਾਂਜੀ, ਬੋਲਿਓਗੇ। ਰੇ ਮਨ ਮੇਰੇ ਤੂੰ ਤਾਕੋ ਜਾਪ। ਅਰੇ ਹੇ ਮੇਰੇ ਮਨਾ, ਤੂੰ ਤਾਂ ਕੋ ਉਸ ਵਾਹਿਗੁਰੂ ਨੂੰ ਜਾਪ ਜਪਿਆ ਕਰ। ਉਹਦੇ ਹਰ ਵਕਤ ਹਾਜ਼ਰ ਨਾਜ਼ਰ ਜਾਪ ਜਪਣਾ ਕਰ। ਉਹ ਹਾਜ਼ਰ ਨਾਜ਼ਰ ਹੈ, ਤੇ ਇਸ ਕਰਕੇ ਉਸ ਨੂੰ ਹਰ ਵਕਤ ਹਾਜ਼ਰ ਨਾਜ਼ਰ ਸਮਝ ਕੇ ਜਾਪ ਕਰਨਾ ਕਰ ਤੂੰ, ਤਾਂ ਕਿ ਗੁਨਾਹਾਂ ਤੋਂ ਬਚ ਸਕੇ। ਸਾਧ ਸੰਗਤ ਕੋ ਹਉ ਬਲਿਹਾਰ। ਤੇ ਮਹਾਰਾਜ ਸਾਹਿਬ ਜੀ ਕਹਿੰਦੇ, ਸਾਧ ਸੰਗਤ ਤੋਂ ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ ਜੀ। ਜਾਸ ਮਿਲ ਹੋਵੇ ਉਧਾਰ। ਜਾਸ ਜਿਸ ਸਾਧ ਸੰਗਤ ਦੇ ਨਾਲ ਮਿਲ ਕੇ ਜੀਵ ਦਾ ਸੰਸਾਰ ਸਮੁੰਦਰ ਤੋਂ ਉਧਾਰ ਹੋ ਜਾਂਦਾ ਹੈ। ਨਾਮ ਸੰਗ ਮਨ ਤਨਹਿ ਰਾਤ। ਨਾਮ ਦੇ ਸੰਗ ਨਾਲ ਹਰ ਵਕਤ ਸਾਡਾ ਮਨ
ਤੇ ਤਨੇ ਸਰੀਰ ਵੀ ਰਾਤ ਨਾਮ ਤੇ ਰਤਿਆ ਹੋਇਆ ਹੈ। ਅਸੀਂ ਮਨ ਤਨ ਕਰਕੇ ਨਾਮ ਦੇ ਨਾਲ ਰਤੇ ਹੋਏ ਹਾਂ, ਰੰਗੇ ਹੋਏ ਹਾਂ। ਇਸ ਕਰਕੇ ਨਾਨਕ ਕਉ ਪ੍ਰਭ ਕਰੀ ਦਾਤ। ਸਤਿਗੁਰੂ ਜੀ ਕਥਨ ਕਰਦੇ ਸਾਡੇ ਜਨਾਂ ਦੇ ਤਾਂ ਹੀ ਪਰਮੇਸ਼ਰ ਨੇ ਨਾਮ ਦੀ ਦਾਤ ਦੇਣਾ ਕੀਤੀ ਹੈ। ਪ੍ਰਭ ਸਮਰੱਥ ਗੁਰਾਂ ਨੇ ਨਾਮ ਦੀ ਦਾਤ ਦੇਣਾ ਕੀਤੀ ਹੈ। ਮਾਲੀ ਗੌੜਾ ਮਹੱਲਾ ਪੰਜਵਾ ਦੋਪਦੇ। ਮਾਲੀ ਗੌੜਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦੋ ਪਦਿਆਂ ਵਾਲਾ ਸ਼ਬਦ ਉਚਾਰਨ ਕਰਦੇ ਹਨ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਓੰਕਾਰ ਸਰਬ ਕਾ ਪ੍ਰਕਾਸ਼ਕ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ। ਹਰ ਸਮਰੱਥ ਕੀ ਸਰਨਾ। ਤੇ ਭਾਈ ਤੇਰੀ ਸਮਾਧੀ ਲੱਗੀ ਹੋਈ ਹੈ, ਅੱਖਾਂ ਕਿਵੇਂ, ਕੀ ਹੋਇਆ ਤੈਨੂੰ? ਸਾਵਧਾਨ ਹੋ ਕੇ ਬੈਠਾ, ਦੁਬਾਰੇ ਬੋਲਦੇ। ਹਰ ਸਮਰੱਥ ਕੀ ਸਰਨਾ। ਇਹ ਭਾਈ ਅਸੀਂ ਤਾਂ ਸਮਰੱਥ ਸਰਵ ਸ਼ਕਤੀਮਾਨ ਹਰ ਪਰਮੇਸ਼ਰ ਦੀ ਸਰਨਾ ਓਟ ਵਿੱਚ ਆਪਣੇ ਆਪ ਨੂੰ ਪਾਉਣਾ ਕੀਤਾ ਹੈ। ਜੀਉ ਪਿੰਡ ਧਨ ਰਾਸ ਮੇਰੀ। ਜੀਉ ਸੂਖਮ ਸਰੀਰ ਪਿੰਡ ਅਸਤੂਲ ਸਿਰ ਧਨ ਅਤੇ ਮੇਰੀ ਸ਼ੁਭ ਗੁਣਾ ਦੀ ਰਾਸ ਪੂੰਜੀ ਉਹ ਵੀ ਪਰਮੇਸ਼ਰ ਦੀ ਹੀ ਹੈ, ਮੇਰਾ ਕੁਛ ਨਹੀਂ ਹੈ। ਪ੍ਰਭ ਏਕ ਕਾਰਨ ਕਰਨਾ। ਇੱਕੋ ਪਰਮੇਸ਼ਰ ਸਾਰਿਆਂ ਕਾਰਨ ਕਾਰਜਾਂ ਦੇ ਕਰਨ ਵਾਲਾ ਸਮਰੱਥ ਹੈ। ਰਹਾਉ ਸਾਈ ਦੇ ਕੇ ਫਰਮਾਉਂਦੇ ਆ ਜੀ। ਸਿਮਰ ਸਿਮਰ ਸਦਾ ਸੁਖ ਪਾਈਐ। ਸਿਮਰਨ ਯੋਗ ਵਾਹਿਗੁਰੂ ਦੇ ਸਿਮਰਨ ਕਰਕੇ ਹੀ ਸਦਾ ਹਮੇਸ਼ਾ ਸੁਖ ਪਾਈਦਾ। ਐਸਾ ਜੋ ਵਾਹਿਗੁਰੂ ਦਾ ਸਿਮਰਨ ਹੈ ਜੀਵਨੈ ਕਾ ਮੂਲ। ਕਿਉਂਕਿ ਪਰਮੇਸ਼ਰ ਦਾ ਨਾਮ ਹੀ ਜੀਵਨੇ ਜ਼ਿੰਦਗੀ ਦਾ ਅਸਲੀ ਮੂਲ ਮੁੱਢ ਹੈ। ਉਹ ਪਰਮੇਸ਼ਰ ਸਾਰਿਆਂ ਦਾ ਜੀਵਨ ਦਾ ਮੂਲ ਮੁੱਢ ਹੈ, ਯਾਨੀ ਕਾਰਨ ਰੂਪ ਹੈ ਪਰਮੇਸ਼ਰ ਆਪ। ਰਬ ਰਹਿਆ ਸਰਬਤ ਠਾਈ। ਤੇ ਰਬ ਰਿਹਾ ਸਰਬਤ ਠਾਈ। ਉਹ ਸਰਬੱਗ ਪਰਮੇਸ਼ਰ ਜਿਹੜਾ ਨਾ ਸਾਰੀ ਜਗ੍ਹਾ ਹੈ। ਸਵਰਗ ਲੋਕ ਵਿੱਚ, ਮਾਤ ਲੋਕ ਵਿੱਚ, ਬ੍ਰਹਮ ਲੋਕ, ਪਤਾਲ ਲੋਕ, ਮਾਤ ਲੋਕ, ਸਰਬਤ ਸਾਰਿਆਂ ਠਾਈ। ਰਬ ਰਿਹਾ ਸਰਬਤ ਠਾਈ। ਉਹ ਸਾਰਿਆਂ ਠਾਵਾਂ ਦੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਰੱਬ ਮਿਲ ਰਿਹਾ, ਵਿਆਪਕ ਹੋ ਰਿਹਾ ਹੈ। ਸੂਖਮੋ ਅਸਥੂਲ। ਸੂਖਮ ਭਾਵ ਹਿਰਣਗਰਭ ਆਦਿ ਤੇ ਅਸਥੂਲ ਬੈਰਾਟ ਆਦਿ, ਇਹ ਵੀ ਉਹ ਪਰਮੇਸ਼ਰ ਵਿਆਪਕ ਹੈ ਉਹਨਾਂ ਦੇ ਵਿੱਚ ਵੀ। ਆਲ ਜਾਲ ਵਿਕਾਰ ਤਾਜ ਸਭ। ਇਹ ਭਾਈ ਆਲ ਘਰ ਦੇ ਜਾਲ ਬੰਧਨ, ਆਲ ਔਲਾਦ ਭਾਵ ਪੁੱਤਰੀ ਤੋਂ ਵਧੀ ਦੋਤਰੇ ਦੋਤਰੀਆਂ ਆਦਿ, ਤੇ ਔਲਾਦ ਜਿਹੜੀ ਹੈ ਜਾਰ ਰੂਪ ਭਾਵ ਕਿ ਪੁੱਤਰ ਤੋਂ ਵਧੇ ਪੋਤਰੇ ਪੋਤਰੀਆਂ ਆਦਿ, ਇਹ ਆਲ ਕਹਿੰਦੇ ਨੇ ਇਹਨਾਂ ਨੂੰ। ਇਹ ਸਾਰੇ ਬੰਧਨ ਰੂਪ ਨੇ। ਸਰੀਰ ਰੂਪੀ ਘਰ ਦੇ ਵਿੱਚ ਪਏ ਹੋਏ ਦੇਹ ਅਧਿਆਸ ਰੂਪੀ ਬੰਧਨ, ਕਾਮ ਕਰੋ ਆਦਿ ਸਭ ਸਾਰੇ ਇਹ ਜਿਹੜੇ ਵਿਕਾਰ ਹਨ, ਇਹਨਾਂ ਵਿਕਾਰਾਂ ਨੂੰ ਤਜ ਤਿਆਗ ਕਰਕੇ ਹਰ ਗੁਣਾ ਨਿਤ ਗਾਓ। ਤੇ ਉਹ ਹਰ ਪਰਮੇਸ਼ਰ ਦੇ ਗੁਣਾਂ ਨੂੰ ਨਿਤਾ ਪ੍ਰਤੀ ਗਾਉਣਾ ਕਰੋ ਜੀ। ਕਰ ਜੋੜ ਨਾਨਕ ਦਾਨ ਮੰਗੈ। ਕਰਨਾ ਮੈਂ ਹੱਥਾਂ ਦਾ ਹੱਥ ਜੋੜ ਕੇ ਮੈਂ ਇੱਕ ਦਾਨ ਮੰਗਦਾ, ਮਹਾਰਾਜ ਕਿਰਪਾ ਕਰੋ। ਦੋਵੇਂ ਪ੍ਰਤੱਖ ਹੱਥ ਜੋੜ ਕੇ ਜਾਂ ਮਨ ਬੁੱਧ ਰੂਪੀ ਕਰ ਹੱਥ ਜੋੜ ਕੇ ਇਹੋ ਹੀ ਦਾਨ ਮੰਗਦਾ ਹਾਂ। ਕਰ ਜੋੜ ਨਾਨਕ ਦਾਨ ਮੰਗੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ ਭਾਈ ਪਰਮੇਸ਼ਰ ਦੇ ਸਨਮੁਖ ਆਪਣੇ ਦੋਵੇਂ ਪ੍ਰਤੱਖ ਹੱਥਾਂ ਨੂੰ ਜੋੜ ਕੇ ਇਹ ਦਾਨ ਮੰਗ, ਜਾਂ ਮਨ ਬੁੱਧ ਰੂਪੀ ਕਰ ਹੱਥਾਂ ਨੂੰ ਜੋੜ ਕੇ ਇਹੋ ਦਾਨ ਮੰਗੈ, ਮੰਗਣਾ ਕਰ। ਦੇਹੋ ਆਪਣਾ ਨਾਮ। ਇਹ ਪਰਮੇਸ਼ਰ ਮੈਨੂੰ ਆਪਣਾ ਆਪ ਦਾ ਅੰਮ੍ਰਿਤ ਨਾਮ ਦੇਣਾ ਕਰੋ ਜੀ। ਮਾਲੀ ਗੌੜਾ ਮਹੱਲਾ ਪੰਜਵਾ। ਮਾਲੀ ਗੌੜਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ ਕਿ ਪ੍ਰਭ ਸਮਰੱਥ ਦੇਵ ਅਪਾਰ। ਹੇ ਸਮਰੱਥ ਸਰਵ ਸ਼ਕਤੀਮਾਨ ਪ੍ਰਭ ਪਰਮੇਸ਼ਰ, ਹੇ ਵਾਹਿਗੁਰੂ ਤੂੰ ਦੇਵ ਪ੍ਰਕਾਸ਼ ਰਾਜਾ ਰੂਪ ਅਤੇ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਜੀ। ਕੌਣ ਜਾਣੈ ਚਲਤ ਤੇਰੇ। ਹੇ ਪਰਮੇਸ਼ਰ ਤੇਰੇ ਚਲਤ ਕੌਤਕ ਕੌਣ ਜਾਣ ਸਕਦਾ ਹੈ। ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ। ਕੌਣ ਜਾਣ ਸਕਦਾ ਤੇਰੇ ਉਪਕਾਰਾਂ ਨੂੰ, ਤੇਰੇ ਗੁਣਾਂ ਨੂੰ, ਤੇਰੇ ਚਲਤ ਕੌਤਕਾਂ ਨੂੰ। ਕਿਵੇਂ ਕਿਵੇਂ ਪਾਲਣਾ ਕਰਦਾ ਹੈ
ਰੋਜੀ ਕਿਵੇਂ ਦੇਣਾ, ਜੀਵਾਂ ਦੀ ਰੱਖਿਆ ਕਿਵੇਂ ਕਰਦਾ ਹੈ, ਜੀਵਤ ਕਿਵੇਂ ਰੱਖਦਾ ਹੈ, ਤੂੰ ਹੀ ਜਾਣਦਾ ਹੈ। ਕਿਛ ਅੰਤ ਨਾਹੀ ਪਾਰ। ਇਸ ਲਈ ਲੋਕ ਪਰਲੋਕ ਕਰਕੇ ਤੇਰਾ ਪਾਰ ਉਰਾਰਦਾ, ਤੇਰੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਅਖੀਰ ਨਹੀਂ ਪਾ ਸਕਦਾ, ਤੂੰ ਬੇਅੰਤ ਹੈ। ਰਹਾਉ ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ। ਇੱਕ ਖਿਨ ਹੈ ਥਾਪ ਉਥਾਪ ਦਾ। ਹੇ ਪਰਮੇਸ਼ਰ, ਤੂੰ ਇੱਕ ਖਿਨੇ ਛਿਨ ਦੇ ਅੰਦਰ ਅੱਖ ਦੇ ਝਮਕਣ ਜਿਹਨੇ ਸਮੇਂ ਵਿੱਚ ਥਾਪ ਪੈਦਾ ਕੀਤੀ ਹੈ ਇਸ ਸ੍ਰਿਸ਼ਟੀ, ਇਹਨੂੰ ਫਿਰ ਉਥਾਪ ਦਾ ਪੁੱਟ ਨਾਸ ਵੀ ਕਰ ਦੇਣਾ ਇੱਕ ਛਿਨ ਵਿੱਚ, ਅਤੇ ਫਿਰ ਦੁਬਾਰਾ ਸਾਰੀ ਸ੍ਰਿਸ਼ਟੀ ਨੂੰ ਘੜ ਕੇ ਅੱਗੇ ਦੱਸਦੇ ਨੇ ਘੜ ਭੰਨ ਕਰਨੈ ਹਾਰ। ਇਹ ਨਾਸ ਕਰੀ ਨੂੰ ਦੁਬਾਰੇ ਫੇਰ ਸ੍ਰਿਸ਼ਟੀ ਨੂੰ ਘੜ ਕੇ ਫਿਰ ਉਸੇ ਨੂੰ ਭੰਨ ਦੇਣਾ ਹੈ, ਨਾਸ ਕਰ ਦੇਣਾ ਹੈ, ਪੈਦਾ ਕਰ ਦੇਣਾ, ਪੈਦਾ ਕਰ ਦੇਣਾ ਹੈ, ਨਾਸ ਕਰ ਦੇਣਾ। ਇਸ ਨਾਸ ਕਰਨੇ ਹਾਰ ਕਰਨ ਵਾਲਾ ਹੈ, ਸ੍ਰਿਸ਼ਟੀ ਨੂੰ ਘੜ ਕੇ ਭੰਨਣ ਨਾਸ ਕਰਨ ਵਾਲਾ ਹੈ, ਅਤੇ ਭੰਨੀ ਹੋਈ ਸ੍ਰਿਸ਼ਟੀ ਨੂੰ ਫਿਰ ਪੈਦਾ ਕਰਨ ਵਾਲਾ ਹੈ, ਕਰਨਹਾਰ ਕਰਨ ਵਾਲਾ ਹੈ। ਇਸੇ ਪ੍ਰਕਾਰ ਦੁਬਾਰੇ ਬੋਲੋ ਜੀ। ਇੱਕ ਖਿਨ ਹੈ ਥਾਪ ਉਥਾਪ ਦਾ। ਇੱਕ ਛਿਨ ਦੇ ਵਿੱਚ ਥਾਪੇ ਹੋਏ ਅਗਿਆਨ ਨੂੰ ਗੁਰਮੁਖ ਜਨਾਂ ਦੇ ਹਿਰਦੇ ਦੇ ਵਿੱਚੋਂ ਗੁਰ ਉਪਦੇਸ਼ ਦੁਆਰਾ ਪੁੱਟ ਦਿੰਦਾ ਹੈ, ਉਥਾਪ ਦਾ, ਅਤੇ ਉਹਨਾਂ ਦੇ ਹਿਰਦੇ 'ਚ ਅੱਗੇ ਦੱਸਦੇ ਨੇ ਘੜ ਭੰਨ ਕਰਨੈ ਹਾਰ। ਹਿਰਦੇ 'ਚ ਘੜੇ ਹੋਏ ਕਾਮ ਕਰੋ ਆਦਿਕਾਂ ਨੂੰ ਵੀ ਆਪ ਹੀ ਭੰਨਣ ਕਰਨ ਵਾਲਾ ਹੈ, ਸ਼ੁਭ ਗੁਣਾਂ ਦੀ ਘਾਟ ਨੂੰ ਘੜਨ ਵਾਲਾ ਹੈ, ਘੜੇ ਹੋਏ ਕਾਮ ਆਦਿਕਾਂ ਨੂੰ ਭੰਨਣ ਵਾਲਾ ਆਪ ਹੀ ਹੈ ਮਹਾਰਾਜ। ਜੇਤ ਕੀਨ ਉਪਾਰਜਨਾ। ਜਿਤਨੀ ਸ੍ਰਿਸ਼ਟੀ ਉਪਾਰਜਨਾ ਉਤਪੰਨ ਕੀਨ ਕੀਤੀ ਹੋਈ ਹੈ, ਇਸ ਕਰਕੇ ਪ੍ਰਭ ਦਾਨ ਦੇ ਦਾਤਾਰ। ਇਹ ਦਾਤਾਰ, ਦਾਤਾ ਦੇਣ ਵਾਲੇ ਪ੍ਰਭ ਪਰਮੇਸ਼ਰ ਤੋਂ ਸਾਰੀ ਸ੍ਰਿਸ਼ਟੀ ਨੂੰ ਰੋਜੀ ਪਾਲਣਾ ਆਦਿ ਦਾ ਦਾਨ ਦਿੰਦਾ ਹੈ। ਹਰ ਸਰਨ ਆਇਓ ਦਾਸ ਤੇਰਾ। ਹੇ ਸਭ ਤੋਂ ਉੱਚੇ ਪਰਮੇਸ਼ਰ ਵਾਹਿਗੁਰੂ, ਮੈਂ ਤੁਹਾਡਾ ਸ਼ਰਨ, ਤੁਹਾਡੀ ਦਾਸ, ਮੈਂ ਦਾਸ ਬਣ ਕੇ ਤੁਹਾਡੇ ਚਰਨ ਸ਼ਰਨ ਵਿੱਚ ਆਇਆ ਹਾਂ। ਪ੍ਰਭ ਊਚ ਅਗਮ ਮੁਰਾਰ। ਹੇ ਸਭ ਤੋਂ ਊਚ ਉੱਚੇ ਅਗਮ ਮਨ ਦੀ ਗਮਤਾ ਤੋਂ ਰਹਿਤ ਮੁਰਾਰ, ਮੁਰ ਆਦਿ ਦੇ ਤਨ ਨਾਸ ਕਰਨ ਵਾਲੇ ਪ੍ਰਭ ਸਮਰੱਥ ਹਰ ਪਰਮੇਸ਼ਰ, ਮੈਂ ਦਾਸ ਸੇਵਕ ਤੇਰੀ ਸਰਨ ਓਟ ਵਿੱਚ ਆਇਆ ਹਾਂ ਜੀ। ਕੱਢ ਲੇਹੋ ਭੌਜਲ ਬਿਖਮ ਤੇ। ਹੇ ਪਰਮੇਸ਼ਰ, ਮੈਨੂੰ ਦਾਸ ਨੂੰ ਬਿਖਮ ਕਠਨ ਭੌਜਲ ਸੰਸਾਰ ਸਮੁੰਦਰ ਤੋਂ ਕੱਢ ਲੈਣਾ ਕਰੋ ਮਹਾਰਾਜ। ਜੰਮਣ ਮਰਨ ਰੂਪੀ ਭੈਦਾਇਕ ਪਾਣੀ, ਇਹ ਜਿਹੜਾ ਜੰਮਣ ਮਰਨ ਰੂਪੀ ਭੈਦਾਇਕ ਪਾਣੀ ਨਾਲ ਭਰੇ ਹੋਏ ਸੰਸਾਰ ਸਮੁੰਦਰ ਤੋਂ ਕੱਢ ਲੈਣਾ ਕਰੋ। ਭਾਵ ਕੀ ਹੈ ਕਿ ਵਿਸ਼ੇ ਰੂਪੀ ਜਲ, ਕਾਮ ਕ੍ਰੋਧ ਰੂਪੀ ਮਗਰਮੱਛ, ਪੰਜਾਂ ਕੋਸ਼ਾਂ ਰੂਪੀ ਪਹਾੜੀਆਂ, ਇਹ ਬੜਾ ਕਠਨ ਹੈ ਸੰਸਾਰ, ਇਹਦੇ ਚੋਂ ਕੱਢ ਲੈਣਾ ਕਰੋ ਮਹਾਰਾਜ। ਜਨ ਨਾਨਕ ਸਦ ਬਲਿਹਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਮੈਂ ਜਾਨਦਾਸ ਸਦਾ ਬਲਿਹਾਰੀ, ਸਦ ਸਦਾ ਸੈਂਕੜੇ ਵਾਰੀ ਤੇਰੇ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਮਾਲੀ ਗੌੜਾ ਮਹੱਲਾ ਪੰਜਵਾ। ਮਾਲੀ ਗੌੜਾ ਰਾਗ ਦੇ ਅੰਦਰ ਹੀ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ ਅੱਗੇ। ਮਨ ਤਨ ਬਸ ਰਹੇ ਗੋਪਾਲ। ਹੇ ਗੋਪਾਲ, ਗੋ ਪ੍ਰਿਥਵੀ ਦੇ ਪਾਲ ਪਾਲਕ ਪਰਮੇਸ਼ਰ, ਤੁਸੀਂ ਮੇਰੇ ਮਨ ਤੇ ਤਨ ਸਰੀਰ ਬਸ ਤੇ ਸਰੀਰ ਦੇ ਵਿੱਚ ਵਸ ਰਹੇ ਹੋ। ਮੈਨੂੰ ਨਹੀਂ ਭਾਵੇਂ ਪਤਾ ਲੱਗਦਾ, ਪਰ ਮੇਰੇ ਮਨ ਤਨ ਵੀ ਤੂੰ ਹੀ ਵਸਦੇ ਹੋ ਤੁਸੀਂ। ਦੀਨ ਬਾਂਧਵ ਭਗਤ ਵਛਲ। ਹੇ ਪਰਮੇਸ਼ਰ, ਤੁਸੀਂ ਦੀਨ ਗਰੀਬਾਂ ਦੇ ਬਾਂਧਵ ਸੰਬੰਧੀ ਤੇ ਭਗਤੀ ਕਰਨ ਵਾਲਿਆਂ ਦੇ ਬਛਲ ਪਿਆਰੇ ਹੋ। ਇਹ ਜਿਹੜਾ ਸਾਸਨੀ ਸਾਰਸੁਤ ਵਿਆਕਰਨ ਹੈ ਤੇ ਉਹਦੇ ਵਿੱਚ ਕੱਚਾ ਪ੍ਰਯੋਗ ਹੈ, ਤੇ ਇੱਥੇ ਮਹਾਰਾਜ ਨੇ ਪੱਕਾ ਪ੍ਰਯੋਗ ਵਰਤਿਆ, ਬਛਲ ਕਿਹਾ, ਉੱਥੇ ਬਤਸਲ ਹੈ, ਉਹ ਕੱਚਾ ਪ੍ਰਯੋਗ ਹੈ। ਬਤਸਲ ਹੈ ਜਿਹੜਾ ਗ੍ਰੰਥ, ਸੰਸਕ੍ਰਿਤ ਦੇ ਗ੍ਰੰਥ ਤੇ ਬਤਸਲ ਆਊਗਾ, ਤੇ ਪਰ ਉਹ ਕੱਚਾ ਪ੍ਰਯੋਗ ਜਾਣਾ, ਬਛਲ ਹੈ ਜਿਹੜਾ ਪੱਕਾ ਪ੍ਰਯੋਗ ਹੈ। ਤੋ ਇਸ ਪ੍ਰਕਾਰ ਫਿਰ ਭਗਤਾਂ ਦਾ ਤੁਸੀਂ ਮਹਾਰਾਜ ਬਛਲ ਪਿਆਰੇ ਹੋ। ਸਦਾ ਸਦਾ ਕਿਰਪਾਲ। ਸਦਾ ਸਦਾ ਹਮੇਸ਼ਾ ਹਮੇਸ਼ਾ ਕਿਰਪਾਲ, ਕਿਰਪਾਲੂ ਸਰੂਪ ਹੋ ਮਹਾਰਾਜ। ਰਹਾਉ ਅਸਾਈ ਦੇ ਕੇ ਫਰਮਾਉਂਦੇ ਆ ਜੀ। ਆਦਿ ਅੰਤੇ ਮਦ ਤੂੰ ਹੈ। ਹੇ ਪਰਮੇਸ਼ਰ, ਤੂੰ ਹੀ ਸਾਰੇ ਜਗਤ ਦਾ ਆਦ ਮੁੱਢ ਰੂਪ ਹੈ, ਤੂੰ ਹੀ ਮੱਧ ਵਿਚਕਾਰਲੇ ਮੱਧ ਕਾਲ ਵਿੱਚ ਵੀ ਹੈ, ਤੂੰ ਹੀ ਅੰਤ ਕਾਲ, ਜਦੋਂ ਸੰਸਾਰ ਖਤਮ ਹੋ ਜਾਏਗਾ ਉਦੋਂ ਮਹਾਪਰਲੋਂ ਦੇ ਵੇਲੇ ਤੂੰ ਹੀ ਹੋਏਗਾ ਸਭ ਦਾ ਕਾਲ ਕਰਕੇ। ਜਾਂ ਆਦ ਅੰਤੇ ਮੱਧ ਤੂੰ ਹੈ, ਆਦ ਵਿੱਚ ਅਧਿਸ਼ਠਾਨ ਰੂਪ ਹੈ, ਮੱਧ ਵਿੱਚ ਵਿਆਪਕ ਰੂਪ ਹੈ,
ਅੰਤ ਵਿੱਚ ਸਿਧਾਂਤ ਰੂਪ ਵੀ ਤੂੰ ਆਪ ਹੀ ਹੈ। ਇਸ ਕਰਕੇ ਪ੍ਰਭ ਬਿਨਾ ਨਾਹੀ ਕੋਈ, हे ਪਰਮੇਸ਼ਰ ਤੇ ਤੋਂ ਬਗੈਰ ਹੋਰ ਕੋਈ ਸੰਸਾਰ ਵਿੱਚ ਨਹੀਂ ਹੈ। ਪੂਰ ਰਹਿਆ ਸਗਲ ਮੰਡਲ, हे ਪਰਮੇਸ਼ਰ ਸਾਰੇ ਮੰਡਲ ਗੋਲਾਕਾਰ ਘੇਰੇ ਜਾਂ ਸੰਸਾਰ ਦੇ ਵਿੱਚ ਤੂੰ ਹੀ ਪਰਿਪੂਰਨ ਹੋ ਰਿਹਾ ਹੈ। ਇੱਕ ਤੂੰ ਸਾਰਿਆਂ ਦਾ ਫਿਰ ਤੂੰ ਮਹਾਰਾਜ ਐਸਾ ਹੈ। ਏਕ ਸੁਆਮੀ ਸੋਏ, ਇੱਕ ਤੂੰ ਹੀ ਸਾਰਿਆਂ ਦਾ ਸੁਆਮੀ ਮਾਲਕ ਹੈ। ਸਾਰਿਆਂ ਤੋਂ ਸੋਏ ਸੋਭਾ ਕਰਾਉਣ ਵਾਲੇ, ਸੋਭਾ ਕਰਾਉਣ ਦੇ ਯੋਗ ਹੈ। ਸਾਰਿਆਂ ਦੀ ਸੋਭਾ ਦੇ ਅੰਦਰ ਵਸਿਆ ਹੋਇਆ, ਸਾਰਿਆਂ ਨੂੰ ਆਪਣੀ ਪ੍ਰਾਪਤੀ ਦੀ ਸੋਏ ਖਬਰ ਦੇਣ ਵਾਲਾ ਹੈ। ਕਰਨ ਹਰ ਜਸ ਨੇਤਰ ਦਰਸ਼ਨ, हे ਪਰਮੇਸ਼ਰ ਐਸੀ ਕਿਰਪਾ ਕਰੋ ਤੇਰੇ ਜਸ ਕੀਰਤਨ ਦੀਆਂ ਧੁਨਾਂ ਮੇਰੇ ਕਰਨ ਕੰਨਾਂ ਵਿੱਚ ਪੈਂਦੀਆਂ ਰਹਿਣ, ਕੰਨਾਂ ਨਾਲ ਤੇਰੇ ਜਸ ਨੂੰ ਸੁਣਨਾ ਕਰਾਂ ਅਤੇ ਨੇਤਰ ਜਿਹੜੇ ਨੇ ਇਹਨਾਂ ਅੱਖਾਂ ਦੇ ਨਾਲ ਦਰਸ਼ਨ ਦੀਦਾਰ ਕਰਦਾ ਰਹਾ। ਅੰਤਰ ਗੁਰ ਆਰਾਧਨਾ ਜਿਹਵਾ ਜਬ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰ ਨਾਉ। ਇਸ ਪ੍ਰਕਾਰ ਹੋਵੇ। ਰਸਨ ਹਰ ਗੁਣ ਗਾਓ, ਰਸਨਾ ਦੇ ਨਾਲ ਤੇਰੇ ਗੁਣ ਗਾਵਾਂ, ਕੰਨਾਂ ਨਾਲ ਤੇਰੇ ਜਸ ਦਾ ਸੁਣਨਾ, ਨੇਤਰਾਂ ਨਾਲ ਤੇਰੇ ਦਰਸ਼ਨ ਦੀਦਾਰ ਕਰਨੇ। हे ਹਰ ਪਰਮੇਸ਼ਰ ਰਸਨ ਜੀਵਾ ਕਰਕੇ ਤੇਰੇ ਗੁਣਾਂ ਨੂੰ ਗਾਓ, ਗਾਉਣਾ ਕਰਾਂ ਜੇ ਕਥਾ ਕੀਰਤਨ ਰੂਪ ਵਿੱਚ। ਬਲਿਹਾਰ ਜਾਏ ਸਦਾ ਨਾਨਕ, ਸਤਿਗੁਰੂ ਜੀ ਕਥਨ ਕਰਦੇ ਮੈਂ ਸਦਾ ਹਮੇਸ਼ਾ ਆਪ ਜੀ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ ਜੇ। ਦੇਹੋ ਆਪਣਾ ਨਾਉ, ਆਪ ਜੀ ਕਿਰਪਾ ਕਰਕੇ ਮੈਨੂੰ ਆਪਣਾ ਅੰਮ੍ਰਿਤ ਨਾਮ ਦੇਹੋ ਦੇਣਾ ਕਰੋ ਕਿ ਮੈਂ ਆਪ ਜੀ ਦਾ ਸਿਮਰਨ ਕਰਕੇ ਨਿਹਾਲ ਹੋ ਜਾਵਾਂ ਜੇ। ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ। ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਜਦੋਂ ਭਾਈ ਗੁਰਦਾਸ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਾਈ ਹੈ, ਮਹਾਰਾਜ ਸਾਹਿਬ ਜੀ ਸੰਪਾਦਨਾ ਕਰਦੇ ਹੋਏ ਭਾਈ ਗੁਰਦਾਸ ਤੋਂ ਲਿਖਵਾਈ ਕਰਾਈ ਹੈ, ਤੇ ਇਉਂ ਫਿਰ ਮਹਾਰਾਜ ਨੇ ਮਾਲੀ ਗੌੜਾ ਰਾਗ ਦੇ ਅਖੀਰ ਦੇ ਭਗਤ ਨਾਮਦੇਵ ਜੀ ਦੀ ਬਾਣੀ ਦਰਜ ਕੀਤੀ। ਪਹਿਲਾ ਮੰਗਲ ਉਚਾਰਨ ਕੀਤਾ, ਲਿਖਵਾਇਆ ਭਾਈ ਗੁਰਦਾਸ ਸਾਹਿਬ ਤੋਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸੂਚਨਾ ਦੇ ਕੇ ਨਾ ਵੀ ਮਾਲੀ ਗੌੜਾ ਰਾਗ ਦੇ ਅੰਦਰ ਜਿੱਥੇ ਸਾਡੀ ਬਾਣੀ ਹੈ, ਚੌਥੇ ਪਾਤਸ਼ਾਹ ਦੀ ਬਾਣੀ, ਉੱਥੇ ਭਗਤ ਨਾਮਦੇਵ ਜੀ ਦੀ ਇਹ ਬਾਣੀ ਦੇ ਵਿੱਚ ਸ਼ਬਦ ਅੰਕਿਤ ਕਰਦੇ ਹਾਂ। ਪਹਿਲਾ ਮੰਗਲ ਕੀਤਾ, ਇੱਕ ਦੂਤੀ ਓੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤੇ ਇਸ ਪ੍ਰਕਾਰ ਹੁਣ ਭਗਤ ਨਾਮਦੇਵ ਜੀ ਦੇ ਕੋਲ ਇੱਕ ਭਗਵਾਨ ਕ੍ਰਿਸ਼ਨ ਦਾ ਉਪਾਸ਼ਕ ਆਇਆ ਸੀ। ਉਹ ਆ ਕੇ ਕਹਿਣ ਲੱਗਾ, ਦੇਖੋ ਨਾਮਦੇਵ ਜੀ ਵੀ ਤੁਸੀਂ ਵੀ ਕਿਸੇ ਵੇਲੇ ਸਰਗੁਣ ਦੀ ਉਪਾਸਨਾ ਕਰਦੇ ਸੀ, ਤੇ ਹੁਣ ਮੈਂ ਉਸ ਅਵਸਥਾ 'ਚ ਹਾਂ। ਜਦੋਂ ਨਾਮਦੇਵ ਜੀ ਸਰਗੁਣ ਦੀ ਉਪਾਸਨਾ ਕਰਦੇ ਸਨ ਤਾਂ ਰਾਮਚੰਦਰ ਜੀ ਨੂੰ ਤੇ ਕ੍ਰਿਸ਼ਨ ਜੀ ਨੂੰ ਆਪਣਾ ਸੁਆਮੀ ਮਾਲਕ ਦੱਸਦੇ। ਜਦੋਂ ਨਿਰਾਕਾਰ ਦੇ ਉਪਾਸਕ ਹੋ ਗਏ ਤੇ ਫਿਰ ਉਹ ਨਿਰਾਕਾਰ ਨੂੰ ਆਪਣਾ ਸੁਆਮੀ ਦੱਸਣ ਲੱਗ ਪਏ ਕਿ ਉਹ ਸਰਬ ਵਿਆਪੀ ਹੈ। ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ। ਹੁਣ ਇੱਥੇ ਉਸੇ ਭਾਵ ਦੇ ਨਾਲ ਭਗਵਾਨ ਕ੍ਰਿਸ਼ਨ ਦੀ ਮਹਿਮਾ ਕਰਦੇ ਹਨ ਜੀ। ਧੰਨ ਧੰਨ ਓ ਰਾਮ ਬੇਨ ਬਾਜੈ। ਇਹ ਭਾਈ ਉਹ ਰਾਮ ਬਲਰਾਮ ਦੇ ਭਰਾ ਕ੍ਰਿਸ਼ਨ ਜੀ ਜੋ ਬੇਨ ਬੰਸਰੀ ਬਾਜਾ ਵਜਾਉਂਦੇ ਸਨ। ਦਸਮ ਪਾਤਸ਼ਾਹ ਨੇ ਲਿਖਿਆ, ਜੜ ਤੇ ਚੇਤਨ, ਚੇਤਨ ਤੇ ਜੜ ਹੋ ਜਾ ਕਰਦੇ। ਐਡੀ ਸਮਰੱਥਾ ਸੀ ਉਹਨਾਂ ਦੀ ਬੰਸਰੀ ਦੇ ਵਿੱਚ। ਕਹਿੰਦੇ ਉਹ ਧੰਨ ਧੰਨ ਧੰਨਤਾ ਦੇ ਯੋਗ ਹੈ। ਉਹ ਬੰਸਰੀ ਵੀ ਭਗਵਾਨ ਕ੍ਰਿਸ਼ਨ ਜੀ ਵੀ। ਜਦੋਂ ਦੁਆਪਰ ਵਿੱਚ ਕ੍ਰਿਸ਼ਨ ਜੀ ਬਿੰਦਰਾਵਨ ਦੇ ਅੰਦਰ ਰਿਹਾ ਕਰਦੇ ਸਨ, ਸਾਰੇ ਲੋਕ ਧੰਨ ਕ੍ਰਿਸ਼ਨ ਜੀ ਕਹਿੰਦੇ ਸਨ। ਜੋ ਰਾਮਚੰਦਰ ਜੀ ਤ੍ਰੇਤੇ ਦੇ ਅੰਦਰ ਹੋਏ, ਉਹੀ ਦੁਆਪਰ ਕ੍ਰਿਸ਼ਨ ਰੂਪ ਹੋ ਕੇ ਬੰਸਰੀ ਵਜਾ ਰਹੇ ਹਨ। ਉਹ ਬੰਸਰੀ ਵਜਾਉਣ ਵਾਲੇ ਰਾਮ ਕ੍ਰਿਸ਼ਨ ਜੀ ਧੰਨ ਧੰਨ ਹਨ, ਧੰਨ ਧੰਨ ਸਨ ਜੀ। ਮਧੁਰ ਮਧੁਰ ਧੁਨ ਅਨਹਤ ਗਾਜੈ। ਜਿਸ ਬੰਸਰੀ ਦੀ ਮਧੁਰ ਮਿੱਠੀ ਮਿੱਠੀ ਸੋਹਣੀ ਧੁਨ ਧੁਨੀ ਪਸ਼ੂ ਵੀ ਘਾਹ ਛੱਡ ਜਾਂਦੇ, ਉਹਦੀ ਅਨਾਹਤ ਨਾਸ ਤੋਂ ਰਹਿਤ ਗਾਜੇ ਗਰਜ ਪੈ ਰਹੀ ਸੀ। ਰਹਾਉ ਅਸਾਈ ਦੇ ਕੇ ਫਰਮਾਉਂਦੇ ਐ, ਧੰਨ ਧੰਨ ਮੇਗਾ ਰੋਮਾਵਲੀ। ਉਹ ਮੇਗਾ ਮੇਢੇ ਦੇ ਰੋਮਾਵਲੀ, ਰੋਮਾਂ ਦੀ ਆਵਲੀ ਪੰਕਤੀ, ਰੋਮਾਂ ਦਾ ਸਮੁਦਾਇ ਭਾਵ ਉਨ ਧਨ ਧਨਤਾ ਦੇ ਯੋਗ ਹੈ। ਕਿਉਂ ਜੋ ਧਨਤਾ ਦੇ ਯੋਗ ਹੈ ਉਹ ਅੱਗੇ ਦੱਸਦੇ ਹਨ ਵੀ ਮੇਢਾਂ ਦੀ ਮੇਢੀ, ਉਹ ਮੇਢੂ ਵੀ ਧਨਤਾ ਦੇ ਯੋਗ, ਉਹਨਾਂ ਦੀ ਰੋਮਾਵਲੀ ਵੀ ਧਨਤਾ ਦੇ ਯੋਗ ਹੋ ਗਈ, ਕਿਉਂਕਿ ਉਹਨਾਂ ਦੀ ਕੰਬਲੀ ਬਣੀਆਂ ਦੱਸਦੇ ਨੇ।
ਧਨ ਧਨ ਕ੍ਰਿਸ਼ਨ ਓਢੈ ਕਾਂਬਲੀ। ਜਿਸ ਉੱਨ ਦੀ ਬਣੀ ਹੋਈ ਕੰਬਲੀ ਨੂੰ ਕ੍ਰਿਸ਼ਨ ਜੀ ਓਢੈ ਪਹਿਨਦੇ ਸੀ, ਉਹ ਧਨ ਧਨ ਸੀ। ਕ੍ਰਿਸ਼ਨ ਜੀ ਵੀ ਧਨ ਸੀ, ਉਹਨਾਂ ਦੀ ਕੰਬਲੀ ਵੀ ਧਨ ਸੀ। ਕ੍ਰਿਸ਼ਨ ਜੀ ਜਿਹੜਾ ਪਹਿਨਦੇ ਸੀ ਉਹ ਵੀ ਧਨਤਾ ਦੇ ਯੋਗ ਹੋਗੇ। ਉਹ ਭੇਡੂ ਵੀ ਧਨਤਾ ਯੋਗ ਹੈ ਜਿਨ੍ਹਾਂ ਦੀ ਉੱਨ ਭਗਵਾਨ ਜੀ ਦੇ ਕੰਮ ਆਏ। ਧਨ ਧਨ ਤੂੰ ਮਾਤਾ ਦੇਵਕੀ। ਬਿੰਦਰਾਵਾਸੀ ਲੋਕ, ਬਿੰਦਰਾਵਨ ਦੇ ਲੋਕ ਰਹਿੰਦੇ ਹੋਏ ਕਹਿੰਦੇ ਸੀ ਮਾਤਾ ਦੇਵਕੀ ਤੂੰ ਧਨ ਹੈ, ਤੂੰ ਧਨ ਹੈ। ਕਿਉਂ? ਜਿਹਦੇ ਘਰ ਦੇ ਵਿੱਚ ਜਿਹੇ ਗ੍ਰਹਿ ਰਮਈਆ ਕਵਲਾਪਤੀ। ਜਿਹਦੇ ਘਰ ਦੇ ਰਮਈਆ ਰਮੇ ਹੋਏ ਕਮਲਾਪਤੀ ਮਾਇਆ ਦੇ ਪਤੀ ਵਿਸ਼ਨੂੰ ਭਗਵਾਨ ਦਾ ਅਵਤਾਰ 16 ਕਲਾਂ ਸੰਪੰਨ ਕ੍ਰਿਸ਼ਨ ਜੀ ਪੈਦਾ ਹੋਏ, ਉਹ ਮਾਤਾ ਧਨ ਹੋਏ। ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ। ਧਨ ਧਨ ਬਨਖੰਡ ਬਿੰਦਰਾਵਨਾ। ਉਹ ਉਸ ਵੇਲੇ ਬਨਖੰਡ ਜੰਗਲ ਦਾ ਹਿੱਸਾ, ਬਿੰਦਰਾਵਨ ਜਿਹੜਾ ਹੈ ਨਾ, ਬਿੰਦਰਾਵਨਾ, ਉਹ ਸਥਾਨ ਵੀ ਧਨ ਸੀ। ਵਿਸ਼ਨੂੰ ਜੀ ਦੇ ਅਵਤਾਰ ਸ੍ਰੀ ਨਾਰਾਇਣ ਕ੍ਰਿਸ਼ਨ ਜੀ ਜਿੱਥੇ ਬਿੰਦਰਾਵਨ ਦੇ ਅੰਦਰ ਉਹ ਬਾਲਕਾਂ ਦੇ ਨਾਲ ਜਹ ਖੇਲੇ ਸ੍ਰੀ ਨਾਰਾਇਣ। ਜਿੱਥੇ ਸ੍ਰੀ ਨਾਰਾਇਣ ਕ੍ਰਿਸ਼ਨ ਜੀ ਬਿੰਦਰਾਵਨ ਦੇ ਬਾਲਕਾਂ ਨਾਲ ਖੇਡਦੇ ਸਨ, ਰਾਸ ਆਦਿਕ ਪਾਉਂਦੇ ਸੀ, ਖੇਲਦੇ ਸੀ। ਇੱਕ ਵਾਰੀ ਬੱਚਿਆਂ ਨੂੰ ਕਹਿੰਦੇ, ਭਗਵਾਨ ਜੀ ਕਹਿੰਦੇ ਜਾਓ ਬ੍ਰਾਹਮਣ ਦੇ ਘਰ ਤੇ ਖਾਣਾ ਮੰਗ ਕੇ ਲਿਆਓ। ਉਹ ਆਏ, ਬ੍ਰਾਹਮਣ ਹੈਰਾਨ ਹੋ ਗਏ। ਉਹਨਾਂ ਨੂੰ ਕਹਿੰਦੇ, ਗਵਾਲਿਆਂ ਦੇ ਬੱਚਿਆਂ ਨੂੰ ਕਹਿੰਦੇ, ਉਹ ਅਸੀਂ ਤਾਂ ਲੋਕਾਂ ਤੋਂ ਦਾਨ ਲੈਂਦੇ ਹਾਂ, ਤੁਸੀਂ ਸਾਡੇ ਆ ਕੇ ਮੰਗਣ। ਜਵਾਬ ਦਿੱਤਾ। ਉਹ ਜਦੋਂ ਸਾਧ ਸੀ ਬਾਹਮਣੀਆਂ ਨੂੰ ਪਤਾ ਲੱਗਿਆ, ਉਹਨਾਂ ਦੀ ਭਾਵਨਾ ਸੀ, ਉਹ ਫਿਰ ਇਕੱਠੇ ਕਰਕੇ ਭਗਵਾਨ ਕ੍ਰਿਸ਼ਨ ਦੇ ਸਾਰੇ ਜਿੰਨੇ ਗਵਾਲੇ ਸੀ ਉਹਨਾਂ ਨੂੰ ਭੋਜਨ ਦਿੱਤਾ ਸੀ। ਉਹਨਾਂ ਨੇ ਇਹ ਖੇਡਾਂ ਕੀਤੀਆਂ। ਜੈ ਖੇਲੇ ਇਹ ਖੇਡਾਂ ਕਰਦੇ ਹੋਏ ਸ੍ਰੀ ਨਾਰਾਇਣ ਜਿੱਥੇ ਗੇਂਦ ਦੇ ਬਹਾਨੇ ਕਾਲੀ ਨਾਗ ਨੱਥ ਦਿੱਤਾ, ਜਮਨਾ ਛਾਲ ਮਾਰ ਦਿੱਤੀ ਸੀ, ਤੇ ਜਿੱਥੇ ਇਹ ਖੇਡਾਂ ਕੀਤੀਆਂ ਇੰਦਰ ਨੂੰ ਜਿਹੜਾ ਪਾਣੀ ਪਾ ਕੇ ਰੋੜਨ ਲੱਗਿਆ ਸੀ ਸਾਰਿਆਂ ਨੂੰ, ਤੇ ਉਹ ਦੇਖ ਲਓ ਗਵਰਦਨ ਪਰ ਚੀਚੀ ਦੇ ਉੱਤੇ ਚੁੱਕ ਦਿੱਤਾ। ਇਹ ਸਾਰੀਆਂ ਖੇਡਾਂ ਕੀਤੀਆਂ। ਬੇਨ ਬਜਾਵੇ ਗੋਦਨ ਚਰੈ। ਕ੍ਰਿਸ਼ਨ ਜੀ ਦੁਆਪਰ ਵਿੱਚ ਬੇਨ ਬੰਸਰੀ ਵਜਾਉਂਦੇ ਸੀ। ਗੋਦਨ ਗਊਆਂ ਨੂੰ ਚਰੈ ਚਾਰਦੇ ਸੀ, ਭਾਵ ਗਊਆਂ ਵੀ ਧਨ ਸੀ, ਤੇ ਕ੍ਰਿਸ਼ਨ ਜੀ ਦੇ ਨਾਲ ਗਊਆਂ ਨੂੰ ਚਾਰਨ ਵਾਲੇ ਗਵਾਲੇ ਵੀ ਧਨ ਹੋਏ। ਨਾਮੇ ਕਾ ਸੁਆਮੀ ਆਨੰਦ ਕਰੈ। ਭਗਤ ਨਾਮਦੇਵ ਜੀ ਕਥਨ ਕਰਦੇ, ਹੈ ਭਾਈ ਕ੍ਰਿਸ਼ਨ ਜੀ ਤਾਂ ਦੁਆਪਰ ਦੇ ਯੁੱਗ ਦੇ ਵਿੱਚ ਆਨੰਦ ਕਰਦੇ ਸੀ, ਪਰ ਕਹਿੰਦੇ ਜਿਹੜਾ ਸੁਆਮੀ ਹੁਣ ਮੈਂ ਜਿੱਥੇ ਨਿਸ਼ਚਾ ਟਿਕਿਆ, ਮੇਰਾ ਨਾਮੇ ਦਾ ਸੁਆਮੀ ਮਾਲਕ ਪਰਮੇਸ਼ਰ ਤਾਂ ਸਦਾ ਹੀ ਆਨੰਦ ਕਰ ਰਿਹਾ ਹੈ। ਕਿਉਂ? ਜ਼ਰਰੇ ਜ਼ਰਰੇ ਚ ਵਿਆਪਕ ਹੈ। ਕੱਲੇ ਮਥੁਰਾ ਦੀ ਗੱਲ ਨਹੀਂ, ਕਦੇ ਬਿੰਦਰਾਵਨ ਦੀ ਗੱਲ ਨਹੀਂ, ਕਦੇ ਦੁਆਰਕਾ ਦੀ ਗੱਲ ਨਹੀਂ, ਉਹ ਤਾਂ ਸਾਰੀ ਜਗ੍ਹਾ ਆਨੰਦ ਦੇ ਸਹਿਤ ਰਹਿੰਦਾ ਹੈ। ਇਹ ਸਾਸ ਜੀ ਇਹਦੇ ਬਾਹਜ ਅਰਥ ਤਾਂ ਇਹੀ ਨਾ, ਪਰ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਜਿਹੜੇ ਇਹਦੇ ਅੰਤਰੀਵ ਅਰਥ ਕੀਤੇ ਹੈ, ਉਹ ਸਾਸ ਜੀ ਬੜੇ ਆਨੰਦਦਾਇਕ ਨੇ। ਉਹ ਅਨੁਭਵੀ ਅਰਥ ਮਹਾਂਪੁਰਖਾਂ ਦੇ ਜਨ ਨੇ। ਇਸੇ ਪ੍ਰਕਾਰ ਜੇ ਦੂਸਰਾ ਅਰਥ ਧਨ ਧਨ ਓ ਰਾਮ ਬੇਨ ਬਾਜੈ। ਉਹ ਰਾਮ परमेश्वर रम्या होया। एक राम दशरथ का बेटा, एक राम कट कट में लेटा, एक राम का सगल पसारा, एक राम सब होते न्यारा। कौन राम दशरथ का बेटा, कौन राम कट कट में लेटा, कौन राम का सगल पसारा, कौन राम सब होते न्यारा। ये भगत जलन जी ने कहे है। कहते आकार राम दशरथ का बेटा, सकार राम कट कट में लेटा, बिंद राम का सगल पसारा, ते निर्गुण राम सब होते न्यारा। वो निर्गुण राम है जिहड़ा सारियां तो जलन जी जिहड़े छेवें पातशाह दे सिख होए उन्हां दे वचन ने। तो इस प्रकार कहंदे ओ ऐसा परमेश्वर जिहड़ा है ना वो राम परमेश्वर रमिया होया। धनता दे योग है जिहदी चेतन सत्ता रूपी बंसरी है, सारियां दे अंदर वज रही है। ये आवाजां निकलदियां, मानो रब दी बंसरी वजदी, आवाज नहीं निकल सकदी उह तों बिना। बंसरी चों आवाज ही निकलदी है, तां बांस ही हुंदा है। ਉਹ ਪਰਮੇਸ਼ਰ ਵੀ ਧਨਤਾ ਦੇ ਯੋਗ, ਉਹਦੀ ਚੇਤਨ ਸੱਤਾ ਰੂਪੀ ਬੰਸਰੀ ਵੀ ਧਨਤਾ ਦੇ ਯੋਗ ਹੈ। ਮధుਰ ਮధుਰ ਧੁਨ ਅਨਹਤ ਗਾਜੈ, ਜਿਨ੍ਹਾਂ ਦੇ ਹਿਰਦੇ ਮధుਰ ਮధుਰ ਮਿੱਠੀ ਮਿੱਠੀ ਧੁਨੀ ਸਤਨਾਮ ਵਾਹਿਗੁਰੂ ਦਾ ਉਚਾਰਨ ਹੁੰਦਾ ਹੈ, ਉਹ ਹਿਰਦੇ ਵਿੱਚ ਅਨਹਤ ਨਾਸ ਤੋਂ ਰਹਿਤ ਪਰਮੇਸ਼ਰ ਗੱਜ ਆਉਂਦਾ, ਪ੍ਰਗਟ ਹੋ ਆਉਂਦਾ ਹੈ। ਰਹਾਉ ਸਾਈ ਦੇ ਕੇ ਕਹਿੰਦੇ ਨੇ ਜੀ ਧਨ ਧਨ ਮੇਘਾ ਰੋਮਾਵਲੀ। ਉਹ ਪਰਮੇਸ਼ਰ ਧਨ ਹੈ ਤੇ ਮੇਘਾ ਬੱਦਲਾਂ ਤੋਂ ਪੈਦਾ ਹੋਈਆਂ 18 ਭਾਰ ਬਨਸਪਤੀ ਹੈ, ਇਹ ਵੀ ਧਨਤਾ ਦੇ ਯੋਗ ਹੈ। ਤੇ ਇਸ ਕਰਕੇ ਜਾਂ ਬੈਰਾਟ ਰੂਪ ਪਰਮੇਸ਼ਰ ਦੀ ਰੋਮਾਵਲੀ,
ਇਹ ਸਾਰੀ ਧਨਤਾ ਦੇ ਯੋਗ ਹੈ। ਧਨ ਧਨ ਕ੍ਰਿਸ਼ਨ ਓਢੈ ਕਾਂਬਲੀ। ਉਹ ਪਰਮੇਸ਼ਰ ਧਨ ਹੈ, ਧਨ ਹੈ ਜਿਸਨੇ ਕ੍ਰਿਸ਼ਨ, ਤੇ ਕ੍ਰਿਸ਼ਨ ਨਾਮ ਕਾਲੇ ਦਾ ਹੁੰਦਾ ਹੈ। ਕਾਲੀ ਭਾਵ ਮਾਇਆ ਰੂਪ ਕੰਬਲੀ ਕਲਪ ਤਦਾਤਮ ਸੰਬੰਧ ਕਰਕੇ ਪਹਿਨਣਾ ਕੀਤੀ ਹੋਈ ਹੈ। ਧਨ ਧਨ ਤੂੰ ਮਾਤਾ ਦੇਵ ਕੀ। ਹੇ ਦੇਵ, ਦੇਵ ਨਾਮ ਹੈ ਪ੍ਰਕਾਸ਼, ਕੀ ਦਾ ਅਰਥ ਹੈ ਦੀ। ਦੇਵ ਪ੍ਰਕਾਸ਼ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਸੁਮਤੀ ਰੂਪ ਮਾਤਾ, ਤੂੰ ਧਨ ਧਨ ਹੈ। ਹੇ ਸੁਮਤੀ ਰੂਪ ਮਾਤਾ, ਤੂੰ ਧਨਤਾ ਦੇ ਯੋਗ ਹੈ। ਜਿਸ ਕਰਕੇ ਜੋ ਪ੍ਰਕਾਸ਼ ਰੂਪ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਗਿਆਨ ਰੂਪੀ ਪੁੱਤਰ ਨੂੰ ਪੈਦਾ ਕਰਨ ਵਾਲੀ ਹੈ। ਜਿਹੇ ਗ੍ਰਹਿ ਰਮਈਆ ਕਵਲਾਪਤੀ। ਜਿਨ੍ਹਾਂ ਦੇ ਹਿਰਦੇ ਰੂਪੀ ਗ੍ਰਹਿ ਘਰ ਵਿੱਚ ਸੁਮਤੀ ਸ੍ਰੇਸ਼ਟ ਮਤੀ ਪ੍ਰਾਪਤ ਹੋਈ ਹੈ, ਉਹਨਾਂ ਨੂੰ ਰਮਈਆ ਰਮਿਆ ਹੋਇਆ ਪਰਮੇਸ਼ਰ ਕਵਲਾ ਭਗਤੀ ਕਰਕੇ ਪਤੀ ਪਰਮਾਤਮਾ ਪ੍ਰਾਪਤ ਹੋ ਤੇ ਪ੍ਰਾਪਤ ਹੋਣ ਵਾਲਾ ਹੈ, ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹਨਾਂ ਦੇ ਹਿਰਦੇ ਵਿੱਚ ਰਮਿਆ ਹੋਇਆ ਕਮਲਾਪਤੀ ਪਰਮੇਸ਼ਰ ਪ੍ਰਗਟ ਹੋ ਆਉਂਦਾ ਹੈ। ਧਨ ਧਨ ਬਨ ਖੰਡ ਬਿੰਦਰਾ ਬਨਾ। ਸੰਸਾਰ ਰੂਪੀ ਬਨ ਦੇ ਵਿੱਚ ਮਨੁੱਖਾ ਜਨ ਰੂਪੀ ਖੰਡ ਟੁਕੜਾ ਹਿੱਸਾ, ਜਿਨ੍ਹਾਂ ਦਾ ਮਨੁੱਖਾ ਜਨ ਵਿੱਚ ਅੰਤःਕਰਨ ਬਿੰਦਰਾ ਬਨਾ, ਬਿੰਦਰਾ ਸਮੂਹ ਸੂ ਗੁਣਾ ਦਾ ਬਗੀਚਾ ਬਣਿਆ ਹੋਇਆ ਹੈ, ਉਹ ਧਨਤਾ ਦੇ ਯੋਗ ਹਨ ਜੀ। ਅਤੇ ਜਹ ਖੇਲੈ ਸ੍ਰੀ ਨਾਰਾਇਣ। ਜਿਨ੍ਹਾਂ ਦੇ ਹਿਰਦਿਆਂ ਵਿੱਚ ਸ੍ਰੀ ਸ਼੍ਰੋਮਣੀ ਪਰਮੇਸ਼ਰ ਇਸਤਤ ਹੋਣ ਰੂਪ ਖੇਡ ਰਿਹਾ ਹੈ, ਉਹ ਵੀ ਧਨਤਾ ਦੇ ਯੋਗ ਹਨ। ਬੇਨ ਬਜਾਵੈ ਗੋਦਨ ਚਰੈ। ਪਰਮੇਸ਼ਰ ਸਾਰਿਆਂ ਦੇ ਅੰਦਰ ਆਪਣੀ ਚੇਤਨ ਸੱਤਾ ਰੂਪੀ ਬੀਨ ਜਿਹੜੀ ਹੈ ਨਾ, ਇਹ ਬਜਾਵੈ, ਇਹ ਹੈ ਬੇਨ। ਬੇਨ ਦਾ ਅਰਥ ਹੈ ਬੀਨ। ਬੇਨ ਬਜਾਵੈ ਇਉਂ ਵਜਾਉਂਦਾ ਹੈ ਜਿਹਦੀ ਚੇਤਨ ਸੱਤਾ ਦੇ ਆਸਰੇ ਇੰਦਰੀਆਂ ਰੂਪ ਗਊਆਂ ਨੂੰ ਸੁਭ ਗੁਣਾ ਰੂਪੀ ਘਾਹ ਚਰਦੀਆਂ ਹਨ, ਚਰਾਉਂਦਾ। ਨਾਮੇ ਕਾ ਸੁਆਮੀ ਆਨੰਦ ਕਰੈ। ਤੇ ਨਾਮਦੇਵ ਜੀ ਕਥਨ ਕਰਦੇ, ਮੇਰੇ ਨਾਮੇ ਨਾਮਦੇਵ ਦਾ ਜਿਹੜਾ ਸੁਆਮੀ ਹੈ ਨਾ, ਮਾਲਕ, ਇਹੋ ਜਿਹਾ ਸੁਆਮੀ ਮਾਲਕ ਹੈ, ਮੈਂ ਉਹਦਾ ਆਨੰਦ ਮਾਨਣਾ ਕਰਦਾ ਹਾਂ। ਨਾਮੇ ਕਾ ਸੁਆਮੀ ਆਨੰਦ ਕਰੈ। ਤੇ ਇਉਂ ਨਾਮਦੇਵ ਜੀ ਦੀ ਜਿਹੜੀ ਮਾਤਾ ਸੀ, ਇਹਨਾਂ ਦੀ ਬੜੀ ਕਮਾਈ ਸੀ ਮਾਤਾ ਪਿਤਾ ਦੀ। ਮੈਂ ਜਿੱਥੇ ਤੱਕ ਮੈਨੂੰ ਨਾਮਦੇਵ ਦਾ ਜੀਵਨ ਲੱਭਿਆ, ਲਿਖਿਆ ਵੀ ਉਹਦੇ ਪਰ ਛਪਾਉਣ ਦਾ ਜੇ ਨਹੀਂ ਟਾਈਮ ਮਿਲਿਆ, ਮਹਾਰਾਜ ਕਿਰਪਾ ਕਰੀ ਸ਼ਾਇਦ ਛਪ ਜਾਏ। ਉਹਦੇ ਵਿੱਚ ਐਸਾ ਹੈ ਵੀ 7 ਪੁਸ਼ਤਾਂ ਨਾਮਦੇਵ ਦੀਆਂ ਬੰਦਗੀ ਕਰਦੀਆਂ ਆ ਰਹੀਆਂ। ਇਹਨਾਂ ਦੇ 7 ਪੂਰਵਜ ਜਿਹੜੇ ਨੇ, 7 ਜਨਮਾਂ ਤੋਂ 7ਵੇਂ ਥਾਂ ਤੇ ਨਾਮਦੇਵ ਜੀ ਹੈ। ਭਗਤ ਨਾਮਦੇਵ ਜੀ ਦੀ ਮਾਤਾ, ਉਹਨਾਂ ਦੀ ਬੜੀ ਕਮਾਈ ਸੀ। ਇਸ ਕਰਕੇ ਹੁਣ ਪਿਤਾ ਪਰਮੇਸ਼ਰ ਨੂੰ ਕਹਿ ਕੇ ਇਹ ਮਹਾਰਾਜ ਜੀ ਨਾਮਦੇਵ ਜੀ ਉਚਾਰਨ ਕਰਦੇ ਨੇ, ਮੇਰੋ ਬਾਪ ਮਾਧੋ ਤੂੰ ਧਨ ਕਿਸੋ। ਹੇ ਮੇਰੇ ਬਾਪ ਪਿਤਾ ਮਾਧੋ ਮਾਇਆ ਦੇ ਪਤੀ ਪਰਮੇਸ਼ਰ, ਤੂੰ ਧਨਤਾ ਦੇ ਯੋਗ ਹੈ, ਕੇਸਾ ਧਾਰੀ ਹੈ। ਕੈਸੋ ਦਾ ਅਰਥ ਕੈਸਾ ਕਿਵੇਂ ਕਰਿਆ? ਕੰਗ ਸੈਨ, ਕੰਗ ਨਾਮ ਹੈ ਜਲ ਦਾ, ਉਹਦੇ ਚ ਸੈਨ ਵਿਸਰਾਮ ਕਰਨ ਕਰਕੇ ਕੈਸੋ ਨਾਮ ਵੀ ਪਿਆ ਹੈ। ਤੇ ਕੇਸਾ ਧਾਰੀ ਹੋਣ ਕਰਕੇ, ਕਿਉਂਕਿ ਤੇਰੇ ਬਾਂਕੇ ਲੋਇਨ ਦੰਤਰੀਸ਼ਾਲਾ, ਸੋਹਣੇ ਨੱਕ ਜਿਹਨੇ ਲੰਬੜੇ ਵਾਲਾ, ਤਾਂ ਉਹਨੂੰ ਕੇਸਾ ਧਾਰੀ ਕਿਹਾ। ਇਸ ਕਰਕੇ ਤੂੰ ਧਨਤਾ ਯੋਗ ਹੈ। ਤੇ ਮਹਾਰਾਜ ਕੇਸਾ ਧਾਰੀਆਂ, ਕੈਸੋ ਭਾਵ ਚਲਿੱਤਰ ਕੌਤਕ ਕਰਨ ਵਾਲਾ ਹੈ। ਪੰਜੇ ਜਿਹੜੇ ਤੱਤਨ ਪਾਣੀ ਆਦਿ 5 ਤੱਤਾਂ ਦੀ ਰਚਨਾ ਕਰਕੇ ਤੱਤਾਂ ਵਿੱਚ ਬਿਰਾਜਮਾਨ ਹੋਣ ਵਾਲਾ ਹੈ। ਇਸ ਕਰਕੇ ਸਾਂਵਲਿਓ ਬੀਠ ਲਾਏ, ਤੇ ਇਸ ਕਰਕੇ ਬੀਠ ਲਾਏ। ਪਰਮੇਸ਼ਰ ਤੂੰ ਸਾਂਵਲਿਓ ਸ਼ਿਆਮ ਰੂਪ, ਸ਼ਿਆਮ ਰੰਗ ਵਾਲਾ ਧਾਰਨ ਕਰਨ ਵਾਲਾ ਹੈ। ਸਾਂਵਲੇ ਰੰਗ ਕਰਨ ਵਾਲੀ ਮਾਇਆ ਨੂੰ ਤੂੰ ਕਲਪਤ ਰੂਪ ਕਰਕੇ ਧਾਰਨ ਕੀਤਾ ਹੋਇਆ ਹੈ। ਹੇ ਪਰਮੇਸ਼ਰ ਤੂੰ ਸਾਂਵਲਿਓ ਮਾਇਆ ਸਵਲ ਹੋ ਕੇ ਸੋਹਣੇ ਰੰਗ ਵਾਲਾ ਹੈ ਅਤੇ ਬੀਠ ਲਾਏ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਹੈ। ਇਹ ਜਿਹੜਾ ਬੀਠਲ ਨਾਮ ਹੈ ਨਾ, ਇਹ ਪੰਡਰਪੁਰ ਦੇ ਅੰਦਰ ਉਹਦੇ ਇਲਾਕੇ ਵਿੱਚ ਪੁੰਡਰੀਕ ਨਾਮੀ ਇੱਕ ਰਾਜਾ ਹੋਇਆ ਹੈ। ਉਹਨੇ ਪਰਮੇਸ਼ਰ ਦੀ ਬਹੁਤ ਭਗਤੀ ਕੀਤੀ। ਕੁਝ ਸਮਾਂ ਆਰਾਮ ਕਰਨ ਲਈ ਇੱਟ ਸਰਾਣੇ ਰੱਖ ਲਿਆ ਕਰੇ ਜਦੋਂ ਥੱਕ ਜਾਂਦਾ ਸੀ। ਉਹਦੀ ਅਤਿਅੰਤ ਭਗਤੀ ਦੇਖ ਕੇ ਇੱਕ ਦਿਨ ਪਰਮੇਸ਼ਰ ਸਰਗੁਣ ਸਰੂਜ ਪ੍ਰਗਟ ਹੋ ਗਿਆ। ਪਰਮੇਸ਼ਰ ਜੀ ਪ੍ਰਗਟ ਹੋਏ। ਭਗਤ ਪੁੰਡਰੀਕ ਦੇ ਕੋਲ ਪਰਮੇਸ਼ਰ ਨੂੰ ਬੈਠਣ ਵਾਸਤੇ ਹੋਰ ਤਾਂ ਕੁਝ ਹੈ ਨਹੀਂ ਸੀ, ਇੱਟ ਸੀ। ਉਹਦੇ ਕੱਪੜਾ ਵਿਛਾਇਆ, ਕਹਿੰਦੇ ਮਹਾਰਾਜ ਇਹਦੇ ਤੇ ਬਹਿ ਜਾਓ। ਉਹ ਇੱਟ ਦੇ ਉੱਤੇ ਬੈਠ ਗਏ। ਪਰਮੇਸ਼ਰ ਦਾ ਨਾਮ ਉੱਥੋਂ, ਕਿਉਂਕਿ
ਮਹਾਰਾਸ਼ਟਰ ਦੇ ਵਿੱਚ ਉਸ ਇਲਾਕੇ ਦੇ ਬੀਠਲ ਨਾਮ ਇੱਟ ਨੂੰ ਕਹਿੰਦੇ ਨੇ। ਇੱਟ ਦੇ ਉੱਤੇ ਭਗਵਾਨ ਬੈਠ ਕੇ ਨਾਮ ਬੀਠਲ ਪੈ ਗਿਆ। ਇਹ ਪਵਿੱਤਰ ਨਾਮ ਕੇਵਲ ਗੁਰਬਾਣੀ ਵਿੱਚ ਹੀ ਆਉਂਦਾ ਹੈ, ਵੇਦਾਂ ਸ਼ਾਸਤਰਾਂ ਵਿੱਚ ਕਿਤੇ ਵੀ ਬੀਠਲ ਨਾਮ ਨਹੀਂ ਆਉਂਦਾ। ਹਾਂ, ਇਹਦੇ 'ਚ ਇੱਕ ਅੱਖਰ ਅਰਥ ਕੋਸ਼ ਅਨੁਸਾਰ ਇੱਕ ਅੱਖਰ ਦੇ ਵਿੱਚੋਂ ਅਰਥ ਲੈ ਕੇ ਉਹਦਾ ਅਰਥ ਕਰ ਲੈਣਾ, ਇੱਕ ਅਰਥ ਕੋਸ਼ ਕਹਿੰਦੇ ਨੇ ਉਹਨੂੰ। ਇੱਕ ਅੱਖਰ ਅਰਥ ਕੋਸ਼ ਅਨੁਸਾਰ ਬੀ ਨਾਮ ਬੀਜ ਰੂਪ ਹੋ ਕੇ ਉਤਪਤੀ ਕਰਦਾ ਹੈ, ਤੇ ਠੱਠੇ ਤੋਂ ਠੋ ਇਸਤਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਲਾ ਲੈਤਾ ਕਰਨਾ, ਜਿਹਦੇ ਉਤਪਤੀ ਲੈਤਾ ਪਾਲਣਾ ਦੇ ਗੁਣ ਹੋਣ, ਸੋ ਕੀਏ ਬੀਠਲ। ਐਸਾ ਤੂੰ ਹੈ ਮੇਰੇ ਬੀਠਲ ਭਗਵਾਨ ਜੀ। ਰਹਾਉ ਤੇ ਅੱਗੇ 27 ਦੇ ਕੇ ਫਰਮਾਉਂਦੇ ਆ ਜੀ, ਕਰ ਧਰੇ ਚੱਕਰ ਬੈਕੁੰਠ ਤੇ ਆਏ। ਹੇ ਪਰਮੇਸ਼ਰ, ਜਿਸ ਵੇਲੇ ਹਰੀਹਰ ਖੇਤਰ 'ਚ ਹਾਥੀ ਨੂੰ ਤੰਦੂਏ ਨੇ ਪਕੜ ਲਿਆ ਸੀ, ਹਾਥੀ ਨੇ ਪਰਾਵਾਣੀ ਦੁਆਰਾ ਤੇਰੇ ਨਾਮ ਨੂੰ ਉਚਾਰਨ ਕੀਤਾ ਸੀ, ਉਸ ਵੇਲੇ ਤੁਸੀਂ ਸਰਗੁਣ ਸਰੂਪ ਧਾਰਨ ਕਰਕੇ, ਤੁਸੀਂ ਹੱਥਾਂ ਦੇ ਵਿੱਚ ਸੁਦਰਸ਼ਨ ਚੱਕਰ ਧਾਰਨ ਕਰਕੇ ਬੈਕੁੰਠ ਤੋਂ ਮਹਾਰਾਜ ਬੈਕੁੰਠ ਤੇ ਆਏ, ਆ ਗਏ ਸੀ। ਗਜ ਹਸਤੀ ਕੇ ਪ੍ਰਾਨ ਉਧਾਰੀ ਅਲੇ। ਤੇ ਫਿਰ ਹਾਥੀ ਦੀ ਰੱਖਿਆ ਕਰਨ ਵਾਸਤੇ ਆਏ ਸੀ। ਗਜ ਹਸਤੀ, ਵੱਡੇ ਹਾਥੀ, ਐਰਾਵਤ ਹਾਥੀ ਦੇ ਪ੍ਰਾਣਾਂ ਨੂੰ ਉਧਾਰੀਏ ਬਚਾ ਲਿਆ ਸੀ। ਇਹ ਹਾਹੂ ਨਾਮੇ ਗੰਧਰਵ ਦੇ ਪੁੱਤਰ ਸੀ। ਵੱਡਾ ਸੀ ਜਿਹੜਾ ਸਾਸ ਜੀ ਹਾਹਾ, ਤੇ ਛੋਟਾ ਸੀ ਹੋਹੂ। ਉਹ ਜਾਇਦਾਦ ਪਿੱਛੇ ਲੜ ਪਏ। ਉਹਨੇ ਸ਼ਰਾਪ ਬਾਕ ਸਿੱਧੀ ਸੀ, ਕਹਿੰਦਾ ਤੂੰ ਹਾਥੀ ਬਣ ਆਉਂਦੇ ਜਨਮ। ਉਹ ਕਹਿੰਦਾ ਤੂੰ ਤੰਦੂਆ ਬਣੇ, ਕਹਿੰਦਾ ਕੋਈ ਨਹੀਂ, ਤੰਦੂਆ ਬਣ ਕੇ ਤੈਨੂੰ ਮੈਂ ਪਕੜੂੰਗਾ। ਇਸ ਕਰਕੇ ਉਹ ਦੋਨੇ ਹਰੀਹਰ ਖੇਤਰ ਦੇ ਵਿੱਚ, ਉਹ ਨਦੀ ਦੇ ਕਿਨਾਰੇ ਸਾਸ ਜੀ ਇਹ ਸੰਜੋਗ ਬਣਿਆ। ਉਹ ਤੰਦੂਆ ਬਣ ਕੇ ਰਹਿ ਰਿਹਾ ਸੀ, ਉਹ ਹਾਥੀ ਬਣ ਕੇ ਆ ਗਿਆ। ਉਹਨੇ ਪਕੜ ਲਿਆ, ਬੜਾ ਭਾਰੀ ਯੁੱਧ ਹੋਇਆ। ਤੇ ਸੀ ਰੱਬ ਦੇ ਭਗਤ ਪਿਛਲੇ ਜਨਮ ਦੇ। ਉਹ ਜਦੋਂ ਕਮਲ ਰੁੜਿਆ ਆਉਂਦਾ ਸੀ, ਜਦੋਂ ਡੁੱਬ ਚੱਲਿਆ, ਹਥਨੀਆਂ ਤੇ ਇਹਦੇ ਬੱਚੇ ਤਿਆਗ ਗਏ, ਖਾਣਾ ਲਿਆਉਣ ਤੇ ਵੀ ਹਟ ਗਏ। ਉਹਨੇ ਫਿਰ ਜਬ ਹੀ ਸਰਨ ਗਈ ਕਿਰਪਾ ਨਿਧ ਗਜ ਕਰਹਾ ਤੇ ਛੂਟਾ, ਮਹਿਮਾ ਨਾਮ ਕਹਾਂ ਰੋ ਵਰਨੋ ਰਾਮ ਕਹਿਤ ਬੰਧਨ ਤੇ ਟੂਟਾ। ਉਹਦਾ ਪ੍ਰਮਾਣ ਦਿੱਤਾ ਹੈ, ਉਹਦੇ ਪ੍ਰਾਣ ਬਚਾ ਲਏ ਸੀ। ਦੋਹ ਸਾਸਨ ਕੀ ਸਭਾ ਦ੍ਰੋਪਤੀ। हे ਪ੍ਰਭੂ ਜੀ, ਦੋਹ ਨਾਮ ਕਠਨ ਦਾ ਹੈ। ਸਾਸਨ ਤਾੜਨਾ, ਬਹੁਤ ਹੀ ਕਠਨ ਤਾੜਨਾ ਵਾਲੀ ਦੁਰਯੋਧਨ ਦੀ ਸਭਾ ਵਿੱਚ ਜਦ ਦੋ ਸਾਸਨ ਇਹਦਾ ਭਰਾ ਕਹੇ ਤੋਂ ਇਹਨੂੰ ਪਕੜ ਕੇ ਲੈ ਕੇ ਆਇਆ ਸੀ, ਵੀ ਬਸਤਰ ਉਤਾਰਨ ਲੱਗੇ ਸੀ, ਤਦ ਉਸ ਵੇਲੇ ਤੁਸੀਂ ਮਹਾਰਾਜ ਅੰਬਰ ਲੇਤ ਉਬਾਰੀਅਲੇ। ਉਸ ਦੇ ਤੇ ਅੰਬਰ ਜਿਹੜੇ ਸੀ, ਤੇ ਅੰਬਰ ਲੇਤ, ਦੁਬਾਰੇ ਬੋਲੇ, ਅੰਬਰ ਲੇਤ ਉਬਾਰੀਅਲੇ। ਉਹ ਤਾਂ ਫਿਰ ਉਸ ਵੇਲੇ ਉਬਾਰੀਅਲੇ ਬਚਾਉਣਾ ਕੀਤਾ, ਪਾ ਬੇਪੜਤ ਨਹੀਂ ਹੋਣ ਦਿੱਤਾ। ਜਦੋਂ ਦੁਰਯੋਧਨ ਦੇ ਭਰਾ ਦੁਸ਼ਾਸਨ ਦੀ ਉਹਦੀ ਸਭਾ ਕਿਉਂ ਕਿਹਾ? ਜੇ ਕੋਈ ਕਹੇ ਵੀ ਤਾਂ ਦੁਸ਼ਾਸਨ ਦੀ ਸਭਾ ਲਿਖਿਆ, ਦੁਰਯੋਧਨ ਦੀ ਤਾਂ ਲਿਖੀ ਨਹੀਂ ਹੈ। ਦੁਸ਼ਾਸਨ ਸਭਾ ਦਾ ਕਾਰ ਮੁਖਤਿਆਰ ਸੀ, ਇਸ ਕਰਕੇ ਦੁਸ਼ਾਸਨ ਦੀ ਸਭਾ ਤਾਂ ਕਹੀ ਹੈ, ਕਾਰ ਮੁਖਤਿਆਰ ਸੀ ਇਹ। ਤੋ ਇਸ ਕਰਕੇ ਦੁਸ਼ਾਸਨ ਦੀ ਸਭਾ ਦ੍ਰੋਪਦੀ। ਤੇ ਜਦੋਂ ਲੈ ਕੇ ਪਕੜ ਕੇ ਆਂਦੀ ਸੀ, ਪਿੱਛੇ ਸਾਖੀ ਆਪਾਂ ਕਹਿ ਚੁੱਕੇ ਹਾਂ, ਹੁਣ ਦੁਬਾਰੇ ਕਰਨ ਦੀ ਲੋੜ ਨਹੀਂ ਹੈ। ਥੋੜਾ ਜਿਹਾ ਸਮਾਂ ਹੋਇਆ ਜਦੋਂ ਸਾਰੀ ਸਾਖੀ ਪੜ੍ਹੀ ਸੁਣੀ ਗਈ ਹੈ। ਅੰਬਰ ਲੈ ਤੋਂ ਬਾਰੀਏ, ਉਹਦਾ ਕਾਰਨ ਬਣਿਆ ਵੀ ਜਦੋਂ ਇਹ ਕੁਆਰੀ ਸੀ ਨਾ, ਆਪਣੇ ਮਾਤਾ ਪਿਤਾ ਦੇ ਘਰ ਰਹਿੰਦੀ ਸੀ, ਨਦੀ ਤੇ ਇਸ਼ਨਾਨ ਕਰਨ ਵਾਸਤੇ ਬੀਬੀਆਂ ਦੇ ਨਾਲ ਇਕੱਠੀਆਂ ਹੋ ਕੇ ਆਈਆਂ ਕੁੜੀਆਂ। ਗਾਹਾਂ ਦਰਵਾਸ਼ਾ ਰਿਖੀ ਨਦੀ ਦੇ ਵਿੱਚ ਬੜਿਆ ਹੋਇਆ ਸੀ। ਉਹਦਾ ਕਿਤੇ ਜਿਹੜਾ ਲੱਕ ਵਾਲਾ ਪਰਦਾ ਸੀ, ਉਹ ਪਾਣੀ ਦੇ ਬਹਾਅ ਦੇ ਵਿੱਚ ਰੁੜ ਗਿਆ। ਉਹ ਨਿਕਲੇ ਨਾ, ਬੀਬੀਆਂ ਦੇਖਣ ਵੀ ਇਹ ਬਾਹਰ ਨਿਕਲੇ ਤਾਂ ਅਸੀਂ ਇਸ਼ਨਾਨ ਕਰੀਏ। ਤੇ ਉਹ ਕਹਿਣ ਲੱਗਿਆ, ਪੁੱਤਰੀਓ, ਮੈਂ ਇਸ ਵੇਲੇ ਬਾਹਰ ਤਾਂ ਨਹੀਂ ਨਿਕਲਦਾ, ਮੈਂ ਬੇਪੜਤ ਹੋ ਗਿਆ, ਮੈਨੂੰ ਕੋਈ ਬੀਬੀ ਬਸਤਰ ਦਿਓ। ਬਸਤਰ ਕਿਸੇ ਕੋਲ ਹੈ ਨਹੀਂ ਸੀ। ਉਹਨੇ ਫਿਰ ਸਾਸ ਜੀ ਇਸ ਨੇ ਆਪਣੇ ਦੁਪੱਟੇ ਦਾ ਲੜ ਪਾੜ ਕੇ ਸਿੱਟਾ, ਉਹ ਪਾਣੀ 'ਚ ਰੁੜ ਗਿਆ। ਦੂਆ ਪਾੜੇ, ਇਸ ਤਰ੍ਹਾਂ ਉਹ ਇੱਕ ਲੜ ਹੱਥ ਵਿੱਚ ਆਇਆ। ਉਹਨੇ ਸਾਸ ਜੀ ਲੱਕ ਨੂੰ ਤਾਂ ਜੰਜੀਰ ਬੰਨ੍ਹੀ ਸੀ, ਲੰਗੋਟ ਬੰਨ੍ਹ ਕੇ ਬਾਹਰ ਆਇਆ। ਕਹਿੰਦਾ, ਪੁੱਤਰੀ, ਤੈਂ ਜਿਹੜਾ 4 ਉਂਗਲ ਬਸਤਰ ਮੈਨੂੰ ਦਿੱਤਾ, ਮੇਰਾ ਪਰਦਾ ਢਕਿਆ, ਜਾਂ ਤੈਨੂੰ ਵੀ ਕੋਈ ਨੰਗੇ ਨਹੀਂ ਕਰਨ ਵਾਲਾ ਹੋਊਗਾ, ਤੇਰਾ ਵੀ ਪਰਦਾ ਢਕੂ। ਇਹ 4 ਉਂਗਲ ਦਾ ਪਰਦਾ ਜਿਹੜਾ 4 ਉਂਗਲ ਦਾ ਬਸਤਰ ਤੇਰਾ ਪਰਦਾ ਢਕੂਗਾ। ਇਸ ਕਰਕੇ ਭਾਈ ਸਾਹਿਬ ਜੀ ਨੇ ਕਥਨ ਕੀਤਾ ਹੈ ਕਿ ਜਿਹੜਾ ਥੋੜਾ ਜਿਹਾ ਕਪੀਨ ਮਾਤਰ ਤੇ ਇਹਨੂੰ ਰਿਸ਼ੀ ਨੂੰ ਜਿਹੜਾ ਬਸਤਰ ਦਿੱਤਾ ਸੀ, ਤਾਂ ਕਿ ਸਭਾਬੰਦ ਰਹਿਓ ਬਹਿਓ ਸਰਵਰਾਜ ਜੀ, ਐਸਾ ਕਿਹਾ। ਕਹਿੰਦੇ ਉਹਦੀ ਇੱਜ਼ਤ ਰਹਿ ਗਈ ਸੀ।
ਤੇ ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਸਾਧ ਸੰਗਤ ਜੀ ਭਗਤ ਨਾਮਦੇਵ ਜੀ ਜਿਸ ਪ੍ਰਕਾਰ ਕਹਿੰਦੇ ਇਉਂ ਉਹਦੀ ਇਹਦੇ ਇਸੇ ਪ੍ਰਕਾਰ ਦੁਬਾਰੇ ਬੋਲ ਦਿਓ ਜੀ। ਦੋਹ ਸਾਸਨ ਕੀ ਸਭਾ ਦ੍ਰੋਪਤੀ। ਇਸੇ ਪ੍ਰਕਾਰ ਅਗਿਆਨ ਰੂਪੀ ਦੁਸ਼ਾਸਨ ਦੀ ਆਸੁਰੀ ਸੰਪਦਾ ਰੂਪੀ ਸਭਾ ਦੇ ਵਿੱਚ ਸੁਰਤ ਰੂਪੀ ਦ੍ਰੋਪਤੀ ਹੈ। ਸ਼ੁਭ ਗੁਣਾ ਰੂਪੀ ਵਸਤਰ ਲਾਹੀ ਜਾਂਦੇ ਨੇ, ਇਹ ਸ਼ੁਭ ਗੁਣਾਂ ਦਾ ਨਾਸ਼ ਕਰੀ ਜਾਂਦੇ ਹੈ। ਪਰ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਸਿਮਰਨ ਕੀਤਾ ਹੈ, ਅੰਬਰ ਲੇਤ ਉਬਾਰੀ ਅਲੇ, ਉਹ ਪ੍ਰਭੂ ਦਾ ਨਾਮ ਉਬਾਰੀ ਵਾਲੇ ਉਬਾਰ ਬਚਾ ਲੈਂਦਾ ਹੈ। ਉਹਨਾਂ ਨੂੰ ਕਾਮ ਕ੍ਰੋਧ ਬੇਪਰਤ ਨਹੀਂ ਕਰ ਸਕਦੇ, ਪਰਦਾ ਢਕ ਲੈਂਦੇ। ਸਤਿਗੁਰੂ ਢਾਕ ਲਿਆ ਮੋਹਿ ਪਾਪੀ ਪਰਦਾ। ਅੰਬਰ ਲੇਤ ਉਬਾਰੀ ਅਲੇ, ਉਹ ਨਾਮ ਰੂਪੀ ਅੰਬਰ ਨਾਮ ਵਸਤਰਾਂ ਦਾ ਹੈ। ਇਹ ਨਾਮ ਰੂਪੀ ਵਸਤਰ ਦੇ ਕੇ ਉਹਨਾਂ ਨੂੰ ਭਾਈ ਪਰਮੇਸ਼ਰ ਵਾਹਿਗੁਰੂ ਉਬਾਰੀ ਵਾਲੇ ਬਚਾ ਲੈਂਦਾ ਹੈ। ਨਾਮ ਰੂਪੀ ਵਸਤਰ ਦੇ ਕੇ ਬਚਾਉਂਦਾ ਹੈ, ਸ਼ੁਭ ਗੁਣਾ ਰੂਪੀ ਵਸਤਰ ਦੇ ਕੇ ਬਚਾਉਂਦਾ ਹੈ। ਇਸ ਕਰਕੇ ਉਹ ਫਿਰ ਬਚ ਜਾਂਦੇ ਹੈ। ਅੱਗੇ ਮਹਾਰਾਜ ਫਰਮਾਨ ਕਰਦੇ ਨਾਮਦੇਵ ਜੀ, ਗੋਤਮ ਨਾਰ ਅਹਲਿਆ ਤਾਰੀ। ਇਹਦੀ ਵੀ ਸਾਖੀ ਵਿਸਥਾਰ ਨਾਲ ਪਿੱਛੇ ਅਜੇ ਹੁਣੇ ਆ ਕੇ ਹਟੀ ਹੈ। ਤੇ ਗੌਤਮ ਦੇ ਘਰ ਵਾਲੀ ਜਿਹੜੀ ਨਾਰ ਅਹਲਿਆ ਸੀ ਇਸਤਰੀ, ਉਹ ਪੱਥਰ ਦੀ ਜੂਨ ਵਿੱਚ ਸਰਾਪ ਹੋਣ ਕਰਕੇ ਹੋਈ, ਉਹ ਵੀ ਤਾਰ ਦਿੱਤੀ। ਭਗਵਾਨ ਰਾਮ ਜੀ ਦੇ ਚਰਨ ਲੱਗੇ ਸੀ ਤੇ ਇਉਂ ਸਾਧ ਸੰਜੀ ਉਹਦਾ ਉਧਾਰ ਹੋਇਆ ਸੀ। ਗੌਤਮ ਨਾਰ ਅਹਲਿਆ ਤਾਰੀ, ਨਾਮ ਨੇ ਤਾਰ ਦਿੱਤੀ ਹੈ। ਪਾਵਨ ਕੇਤਕ ਤਾਰੀ ਅਲੇ, ਤੇ ਹੋਰ ਕਿੰਨੇ ਕੁ ਤਾਰ ਦਿੱਤੇ। ਪਾਪੀ ਪਾਵਨ ਪਵਿੱਤਰ ਜੀਵਨ ਵਾਲੇ ਬਣਾ ਦਿੱਤੇ, ਤਾਰੀ ਵਾਲੇ ਤਾਰ ਦਿੱਤੇ। ਇਸੇ ਤਰ੍ਹਾਂ ਗੌਤਮ ਨਾਰ ਅਹਲਿਆ ਤਾਰੀ, ਗੋ ਇੰਦਰੀਆਂ ਦਾ ਨਾਮ ਹੈ। ਅੰਤਹਿਸ ਕਰਨ ਦੀ ਬਿਰਤੀ ਰੂਪ ਇਸਤਰੀ ਤਮ ਅਗਿਆਨ ਕਰਕੇ ਗ੍ਰਸੀ ਹੋਈ ਸੀ। ਗੌਤਮ ਇੰਨੇ ਦੇ ਅਰਥ ਨੇ ਨਾਰ ਇਸਤਰੀ, ਤੇ ਇਸ ਕਰਕੇ ਬਿਰਤੀ ਰੂਪੀ ਇਸਤਰੀ ਜਾਣਨੀ। ਉਹ ਅਗਿਆਨ ਦੇ ਪ੍ਰਤਾਪ ਕਰਕੇ ਆ ਹਿੱਲਿਆ, ਹਿੱਲਣ ਤੋਂ ਰਹਿਤ ਹੋ ਕੇ ਜੜ ਹੋ ਰਹੀ ਸੀ। ਉਸ ਨੂੰ ਪਰਮੇਸ਼ਰ ਨੇ ਆਪਣਾ ਨਾਮ ਦੇ ਪਾਵਨ ਕੇਤਕ ਤਾਰੀ ਵਾਲੇ ਨਾਮ ਦੇ ਕੇ ਤਾਰ ਦਿੱਤਾ। ਇਉਂ ਪਰਮੇਸ਼ਰ ਨੇ ਆਪਣੇ ਚਰਨਾਂ ਨਾਲ ਜੋੜ ਕੇ ਪਵਿੱਤਰ ਕਰਕੇ ਪਵਿੱਤਰ ਬਣਾ ਕੇ ਤਾਰ ਦਿੱਤੇ ਹਨ ਜੀ। ਐਸਾ ਅਦਮ ਅਜਾਤ ਨਾਮਦੇਵ। ਹੇ ਪਰਮੇਸ਼ਰ, ਮੈਂ ਨਾਮਦੇਵ ਐਸਾ ਇਹ ਜਿਹਾ ਅਦਮ ਨੀਚ ਤੇ ਅਜਾਤ ਜਾਤ ਤੋਂ ਹੀਣ ਹਾਂ। ਹੀਨੜੀ ਜਾਤ ਮੇਰੀ ਜਾਤ ਮਰਾਇਆ, ਐਸੀ ਮੇਰੀ ਜਾਤ ਹੈ। ਤਉ ਸਰਨਾਗਤ ਆਈਲੇ, ਮੈਂ ਤੇਰੀ ਸ਼ਰਨ ਵਿੱਚ ਆ ਗਿਆ। ਇਸ ਕਰਕੇ ਆਈਲੇ ਆ ਗਿਆ, ਮੇਰਾ ਉਧਾਰ ਕਰਨਾ ਕਰੋ ਜੀ, ਉਧਾਰ ਕਰੋ ਮੇਰਾ। ਸਭੈ ਘਟ ਰਾਮ ਬੋਲੇ ਰਾਮਾ ਬੋਲੇ। ਹੇ ਭਾਈ, ਸਭੇ ਸਾਰਿਆਂ ਘਟ ਹਿਰਦਿਆਂ ਵਿੱਚ, ਚਾਰੇ ਖਾਣੀਆਂ ਦੇ ਘਟ ਘਟ ਸਰੀਰਾਂ ਵਿੱਚ ਰਾਮ ਪਰਮੇਸ਼ਰ ਬੋਲ ਰਿਹਾ ਹੈ। ਪਿੱਛੇ ਭੂਤਕਾਲ ਵਿੱਚ ਸਾਰਿਆਂ ਵਿੱਚ ਰਾਮ ਬੋਲ ਰਿਹਾ ਸੀ, ਤੇ ਹੁਣ ਵੀ ਵਰਤਮਾਨ ਸਮੇਂ 'ਚ ਵੀ ਰਾਮਾ ਪਰਮੇਸ਼ਰ ਅੱਗੇ ਨੂੰ ਵੀ ਬੋਲ ਰਿਹਾ ਹੋਵੇਗਾ। ਭਾਵ ਭਵਿੱਖਤ ਕਾਲ 'ਚ ਉਹੀ ਬੋਲੇਗਾ। ਰਾਮ ਬਿਨਾ ਕੋ ਬੋਲੇ ਰੇ। ਹੇ ਭਾਈ, ਰਾਮ ਪਰਮੇਸ਼ਰ ਤੋਂ ਬਗੈਰ ਕੋ ਕੌਣ ਹੈ ਜਿਹੜਾ ਬੋਲ ਸਕਦਾ ਹੈ। ਭਾਵ ਉਹਦੀ ਚੇਤਨ ਸੱਤਾ ਤੋਂ ਬਿਨਾ ਕੋਈ ਵੀ ਨਹੀਂ ਬੋਲ ਸਕਦਾ। ਰਹਾ ਅਸਥਾਈ ਦੇ ਕੇ ਫਰਮਾਉਂਦੇ ਆ ਜੀ, ਏਕਲ ਮਾਟੀ ਕੁੰਜਰ ਚੀਟੀ। ਹੇ ਭਾਈ, ਜਿਵੇਂ ਏਕਲ ਇੱਕੋ ਹੀ ਮਾਟੀ ਮਿੱਟੀ, ਕੁੰਜਰ ਹਾਥੀ, ਤੇ ਕੁੰਜਰ ਹਾਥੀ ਦਾ ਨਾਮ ਹੁੰਦਾ, ਕੁੰਜਰ ਕਰਕੇ ਲਿਖਿਆ ਕੁੰਜਰ ਹਾਥੀ, ਤੇ ਚੀਟੀ ਕੀੜੀ। ਕੀੜੀ ਸਭ ਤੋਂ ਛੋਟੀ, ਹਾਥੀ ਸਭ ਤੋਂ ਕੱਦਾਵਰ ਹੈ ਚਾਰ ਪਾਇਆਂ ਵਿੱਚ। ਬਾਂ ਚੀਟੀ ਚਿੜੀਆਂ ਬਹੁਤ ਹੀ ਨਾਨਾ ਪ੍ਰਕਾਰ ਦੇ 84 ਲੱਖ ਜੋਨ ਰੂਪੀ ਇਹ ਜਿੰਨੇ ਵੀ ਹੈ। ਭਾਂਜਨ ਹੈ ਬਹੁ ਨਾਨਾ ਰੇ। ਉਹ ਭਾਂਜਨ ਭਾਂਡਿਆਂ ਦਾ ਨਾਮ ਹੈ, ਉਹਨਾਂ ਵਿੱਚ ਸਮਾਰਿਆ। ਭਾਵ ਚਾਰ ਖਾਣੀਆਂ ਦੇ ਜੀਵਾਂ ਰੂਪੀ ਭਾਂਡਿਆਂ ਵਿੱਚ ਮਿੱਟੀ ਆਦਿਕ ਤੱਤਾਂ ਵਿੱਚ ਤੱਤਾਂ ਦੇ ਨਾਲ ਇਹ ਪਰਮੇਸ਼ਰ ਨੇ ਬਣਾਉਣੇ ਕੀਤੇ ਆ। ਸਰੀਰ ਰੂਪੀ ਭਾਂਡੇ ਮਿੱਟੀ ਆਦ ਪੰਜਾਂ ਤੱਤਾਂ ਦੇ ਨਾਲ ਬਣਾਉਣਾ ਕੀਤੇ ਹਨ। ਬਹੁ ਨਾਨਾ ਰੇ, ਬਹੁਤ ਤਰ੍ਹਾਂ ਦੇ ਨਾਨਾ ਪ੍ਰਕਾਰ ਕਰਕੇ ਹੈ, ਤੇ ਇੱਕ ਤਰ੍ਹਾਂ ਦੇ ਨਹੀਂ, ਬਹੁਤੇ ਬਾਰ-ਬਾਰ। ਹਾਂ ਜੀ, ਰੇ ਭਾਈ ਜਾਣਨਾ ਕਰੋ ਜੀ। ਅਸਥਾਵਰ ਜੰਗਮ ਕੀਟ ਪਤੰਗਮ। ਇਸ ਤੋਂ ਅਸਥਾਵਰ ਇੱਕ ਥਾਂ ਖੜੇ ਰਹਿਣ ਵਾਲੇ ਪਹਾੜ ਤੇ ਬਿਰਸ਼ ਆਦ, ਜੰਗਮ ਪੈਰਾਂ ਨਾਲ ਤੁਰਨ ਵਾਲੇ ਮਨੁੱਖ ਪਸ਼ੂ ਆਦ, ਤੇ ਇਹ ਜਿਹੜੇ ਕੀਟ ਕੀੜੇ ਖੰਭਾਂ ਵਾਲੇ ਪੈਰਾਂ ਨਾਲ ਉੱਡਣ ਵਾਲੇ, ਖੰਭਾਂ ਨਾਲ ਵੀ ਉੱਡਣ ਤੇ ਇਹ ਪੈਰਾਂ ਨਾਲ ਵੀ ਤੁਰਦੇ ਐ। ਪਤੰਗਨ ਪਤੰਗੇ ਆਦ ਜੋ ਹਨ। ਘਾਟ ਘਾਟ ਰਾਮ ਸਮਾਨਾ ਰੇ। ਸਾਰਿਆਂ ਘਟਾਂ ਘਟਾਂ ਵਿੱਚ ਰਾਮ ਪਰਮੇਸ਼ਰ ਸਮਾਨਾ ਸਮਾ ਰਿਹਾ ਹੈ।
ਘਟ ਘਟ RAM ਸਮਾਨਾ ਰੇ। ਘਟਾਂ ਘਟਾਂ ਦੇ ਚ ਰਾਮ ਰਮਿਆ ਹੋਇਆ ਪਰਮੇਸ਼ਰ ਸਮਾਰਿਆ ਰੇ। ਹੇ ਭਾਈ ਏਕਲ ਚਿੰਤਾ ਰਾਖ ਅਨੰਤ। ਹੇ ਭਾਈ ਤੇ ਇੱਕੋ ਹੀ ਚਿੰਤਾ ਰੱਖ ਮਨ ਦੇ ਅਨੰਤਾ ਅੰਤ ਤੋਂ ਰਹਿਤ ਜਿਹੜਾ ਵਾਹਿਗੁਰੂ ਹੈ। ਔਰ ਤਜਹੋ ਸਭ ਆਸਾ ਰੇ। ਰੇ ਹੇ ਭਾਈ ਔਰ ਹੋਰ ਸਭ ਸਾਰੀਆਂ ਆਸਾਂ ਉਮੀਦਾਂ ਤਜੋ ਛੱਡ ਕਰਕੇ ਏਕਲ ਇੱਕ ਗੱਲ ਦੀ ਚਿੰਤਾ ਹਿਰਦੇ 'ਚ ਰੱਖ ਕੇ ਤੇ ਅਨੰਤਾ ਬੇਅੰਤ ਪਰਮੇਸ਼ਰ ਦਾ ਚਿੰਤਨ ਕਰਿਆ ਕਰੋ। ਇੱਕੋ ਹੀ ਚਿੰਤਾ ਕਰੋ। ਬੇਅੰਤ ਪਰਮੇਸ਼ਰ ਹੀ ਰਾਖ ਰੱਖਿਆ ਕਰਨ ਵਾਲਾ ਹੈ। ਇੱਕੋ ਪਰਮੇਸ਼ਰ ਨੂੰ ਸਾਰਿਆਂ ਦੀ ਰੱਖਿਆ ਕਰਨ ਵਾਲਾ ਜਾਣ ਕਰਕੇ ਜਾਂ ਰੱਖਿਆ ਕਰਨ ਦੀ ਚਿੰਤਾ ਹੈ। ਰੱਬ ਨੂੰ ਚਿੰਤਾ ਹੈ। ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਹੀ ਹੈ। ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਾਗ। ਤੁਸੀਂ ਕੋਈ ਚਿੰਤਾ ਕਰਦੇ ਹੋ ਉਹ ਚਿੰਤਾ ਕਰੇ ਜਿਹਨੇ ਪੈਦਾ ਕੀਤੇ ਹੈ। ਇਸ ਕਰਕੇ ਚਿੰਤਾ ਛੱਡ ਕੇ ਉਹਦਾ ਚਿੰਤਨ ਕਰੋ। ਪ੍ਰਣਵੈ ਨਾਮਾ ਭਏ ਨਿਹ ਕੰਮ। ਹੁਣ ਸਾਧ ਸੰਗਤ ਜੀ ਸਮਾਪਤੀ ਕਰ ਰਹੇ ਹੈ। ਨਾਮਦੇਵ ਜੀ ਅਖੀਰ ਦੇ ਵਿੱਚ ਕਹਿੰਦੇ ਹੈ ਤੇ ਭਗਤ ਨਾਮਾ ਨਾਮਦੇਵ ਜੀ ਆਪਣੇ ਆਪ ਨੂੰ ਤੇ ਨਾਮਾ ਕਹਿ ਕੇ ਸੰਬੋਧਨ ਕਰਦੇ ਆ। ਪ੍ਰਣਵੈ ਮੈਂ ਬੇਨਤੀ ਪੂਰਵਕ ਕਥਨ ਕਰਦਾ ਹਾਂ। ਪ੍ਰਣਵੈ ਨਾਮਾ ਭਏ ਨਿਹ ਕੰਮ ਕਿ ਅਸੀਂ ਤਾਂ ਨਿਹ ਕਾਮਾਂ ਸਭ ਕਾਮਨਾ ਤੋਂ ਰਹਿਤ ਹੋ ਗਏ ਭਾਈ। ਸਾਰੀਆਂ ਕਾਮਨਾਵਾਂ ਛੱਡ ਦਿੱਤੀਆਂ। ਇੱਕ ਪਰਮਾਤਮਾ ਦੇ ਨਾਮ ਦਾ ਹੀ ਚਿੰਤਨ ਹੋ ਰਿਹਾ ਹੈ। ਭਾਵ ਨਿਸ਼ਕਾਮੀ ਹੋ ਗਏ ਹਾਂ। ਹੁਣ ਗਿਆਨ ਦੀ ਪ੍ਰਾਪਤੀ ਹੋਣ ਕਰਕੇ ਕੋ ਠਾਕੁਰ ਕੋ ਦਾਸਾ ਰੇ। ਕੋ ਕੌਣ ਹੁਣ ਠਾਕੁਰ ਸੁਆਮੀ। ਕੋ ਕੌਣ ਹੁਣ ਦਾਸਾ ਸੇਵਕ। ਨਾ ਦੇਵ ਸੇਵਕ ਨਾ ਠਾਕੁਰ। ਕੌਣ ਠਾਕੁਰ ਈਸ਼ਵਰ ਕੌਣ ਦਾਸਾ ਜੀਵ। ਭਾਵ ਅਸੀਂ ਤਾਂ ਇੱਕੋ ਹੀ ਰੂਪ ਹੋ ਗਏ ਹਾਂ। ਹੁਣ ਜੀਵ ਈਸ਼ ਦਾ ਭੇਦ ਹੀ ਖਤਮ ਹੋ ਗਿਆ। ਜੀਵ ਈਸ਼ ਦਾ ਜਿਹੜਾ ਭੇਦ ਗਿਆਨ ਸੀ ਉਹ ਖਤਮ ਹੋ ਗਿਆ। ਅਭੇਦ ਗਿਆਨ ਹੋ ਚੁੱਕਾ ਹੈ। ਅਭੇਦਤਾ ਵਾਲਾ ਗਿਆਨ ਹੋ ਗਿਆ। ਇਸ ਕਰਕੇ ਕੋਈ ਠਾਕਰ ਜਾਂਦਾ ਰੇ ਹੇ ਭਾਈ ਉਹਦਾ ਸਰੂਪ ਹੋ ਗਏ ਹਾਂ। ਇਉਂ ਫਿਰ ਸਾਰਿਆਂ ਵਿੱਚ ਆਤਮਾ ਸਰੂਪ ਹੀ ਵੇਖਦੇ ਹਾਂ। ਐਸੀ ਤੇ ਏਕਤਾ ਪਾ ਲਈ ਹੈ। ਇੱਥੇ ਸਾਧ ਸੰਗਤ ਜੀ ਰਾਗ ਜਿਹੜਾ ਮਾਲੀ ਕੌੜਾ ਸੀ ਇਹ ਸਮਾਪਤ ਹੋਇਆ। 20ਵਾਂ ਰਾਗ ਸਮਾਪਤ ਹੋ ਗਿਆ। ਅਰਦਾਸ ਦੇ ਵਿੱਚ ਵੀ ਭਾਈ ਇਹੀ ਅੱਖਰ ਕਹਿਣੇ ਕਿ ਮਹਾਰਾਜ ਜਿਵੇਂ ਮਾਲੀ ਕੌੜਾ ਰਾਗ ਤੱਕ ਆਪ ਜੀ ਨੇ ਕਿਰਪਾ ਕਰਕੇ ਕਥਾ ਦੀ ਵਿਚਾਰ ਕਰਵਾ ਲਈ ਹੈ। ਹੁਣ ਅੰਮ੍ਰਿਤ ਵੇਲੇ ਕੱਲ ਨੂੰ ਮਹਾਰਾਜ ਅਗਲਾ 21ਵਾਂ ਰਾਗ ਜਿਹੜਾ ਸ਼ੁਰੂ ਹੋਏਗਾ ਰਾਗ ਮਾਰੂ ਹੈ ਉਹਦੇ ਤੇ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ। ਇਹਦੇ ਵੀ ਸਾਧ ਸੰਗਤ ਜੀ ਚੌਥੇ ਪਾਤਸ਼ਾਹ ਦੇ 6 ਸ਼ਬਦ ਆਏ ਹਨ। ਪੰਜਵੇਂ ਪਾਤਸ਼ਾਹ ਦੇ 8 ਸ਼ਬਦ ਆਏ ਹਨ। ਨਾਮਦੇਵ ਜੀ ਦੇ 3 ਸ਼ਬਦ ਨੇ। 17 ਸ਼ਬਦਾਂ ਦਾ ਹੀ ਰਾਗ ਸੀ ਇਹ। ਤੇ ਇਸ ਪ੍ਰਕਾਰ ਇੱਥੇ ਸਾਧ ਸੰਗਤ ਜੀ ਸਮਾਪਤੀ ਹੁੰਦੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ। ਆਓ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ। ਭੁੱਲਾਂ ਬਖਸ਼ਾਈਏ ਔਰ ਅੱਗੇ ਵਾਸਤੇ ਜੋਦੜ ਕਰੀਏ। ਮਹਾਰਾਜ ਇਹ ਨਾਮ ਬਾਣੀ ਦਾ ਲਾਹਾ ਸਾਨੂੰ ਇਸੇ ਤਰ੍ਹਾਂ ਪ੍ਰਾਪਤ ਹੁੰਦਾ ਰਹੇ। ਔਰ ਕਥਾ ਜਿਹੜੀ ਜਥੇ ਸੰਗ ਦੇ 7ਵੀਂ ਕਥਾ ਇਹ ਚੱਲ ਰਹੀ ਹੈ ਇਹ ਮਹਾਰਾਜ ਸੰਪੂਰਨ ਹੋਵੇ। ਇਹ ਆਪ ਦੀ ਕਿਰਪਾ ਤੋਂ ਬਿਨਾਂ ਹੋ ਨਹੀਂ ਸਕਦੀ। ਕਿਰਪਾ ਕਰਨੀ ਮਹਾਰਾਜ। ਆਓ ਇੱਥੇ ਸਮਾਪਤੀ ਹੈ ਜੀ। ਏਕਲ ਚਿੰਤਾ ਰਾਖ ਅਨੰਤ ਔਰ ਤਜੋ ਸਭ ਆਸਾਰੇ। ਪ੍ਰਣਵੈ ਨਾਮਾ ਭਏ ਨਿਹ ਕਾਮਾ ਕੋ ਠਾਕੁਰ ਕੋ ਦਾਸਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ। ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਾਇਆ ਧਾਰ। ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ। ਜੋ ਸਰਦਾ ਕਰ ਸੇਵ ਦੇ ਪਾਰੀ ਉਤਾਰਨ ਹਾਰ। ਜੋ ਸਰਦਾ ਕਰ ਸੇਵ ਦੇ ਪਾਰੀ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।